ਸਵਾਗਤ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਹੁਣ ਜਿਵੇਂ ਜਿਵੇਂ ਇਲੈਕਸ਼ਨਾਂ ਨੇੜੇ ਆਉਣੀਆਂ ਜੀ ਤਿਵੇਂ ਰੋਜ਼ ਤੱਤਾ ਗਰਮ ਨਿੱਘਾ ਕੋਸਾ ਕਈ ਕੁਝ ਸੁਣਨ ਨੂੰ ਦੇਖਣ ਨੂੰ ਮਿਲਣਾ ਸੀ। ਉਸੇ ਤਰ੍ਹਾਂ ਦਾ ਹੀ ਕੰਮ ਹੁਣ ਦਿਨੋਂ ਦਿਨ ਹੋਣ ਲੱਗ ਪਿਆ, ਕਿਉਂਕਿ ਰੋਜ਼ ਕੋਈ ਨਾ ਕੁਛ ਇਹੋ ਜਿਹੀ ਖਬਰ ਹੁਣ ਸਾਹਮਣੇ ਆਉਂਦੀ ਆ ਅਤੇ ਅਗਾਂਹ ਵੀ ਆਊਗੀ, ਜਿਹਦੇ ਨਾਲ ਆਪਾਂ ਨੂੰ ਇੱਕ ਵਾਰਾਂ 'ਤੇ ਸ਼ੌਕ ਜਿਹਾ ਲੱਗੂਗਾ, ਝਟਕਾ ਲੱਗੂਗਾ ਵੀ ਓਏ ਆ ਕੀ ਹੋ ਗਈ। ਸੋ ਓਏ ਆ ਕੀ ਹੋ ਗਿਆ ਇਹਦੇ ਵਿੱਚ ਅੱਜ ਵੀ ਕੁਛ ਇਹੋ ਜਿਹਾ ਕੁਛ ਹੋਇਆ। ਸੋ ਉਹਦੇ 'ਤੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਕੀ ਹਾਲ ਨੇ? ਮੇਰਾ ਠੀਕ ਆ। ਤੁਹਾਡਾ ਹੀ ਠੀਕ ਰਹਿਣਾ ਚਾਹੀਦਾ, ਬਾਕੀ ਤਾਂ ਕੋਈ ਠੀਕ ਲੱਗ ਨਹੀਂ ਰਿਹਾ ਮਾਹੌਲ ਚਾਲ, ਹੈ ਨਾ? ਨਹੀਂ ਬਾਕੀ ਤਾਂ ਇੱਦਾਂ ਨਾ, ਹੁਣ ਜਿੱਦਾਂ ਚੋਣਾਂ ਨੇੜੇ ਆਈ ਜਾਣੀਆਂ, ਪਾਰਾ ਅਤੇ ਬੁਖਾਰ ਦੋਨੇ ਉੱਪਰ ਨੂੰ ਜਾਣੇ ਆ। ਹਾਂ, ਅਤੇ ਪਾਰਾ ਉੱਪਰ ਜਾਣਾ ਕਰਕੇ ਪਤਾ ਲੱਗਣਾ ਵੀ ਬੁਖਾਰ ਹੈਗਾ ਹੀ। ਹਾਂ, ਅਤੇ ਜਿਹੜੇ ਲੀਡਰਾਂ ਨੂੰ ਐਂ ਲੱਗਦਾ ਹੁੰਦਾ ਸੀ ਠੰਡ ਬੜੀ ਆ ਯਾਰ, ਅੱਜ ਰਹਿਣ ਦਿੰਦੇ ਆ, ਜਦ ਦੁਪਹਿਰੇ ਹੋਏ ਜਾਂਦੇ ਆ, ਉਹ 5 ਵਜੇ ਲੀੜੇ ਲੂੜੇ ਪਾ ਕੇ ਬੈਠੇ ਹੁੰਦੇ ਆ, ਡਰਾਈਵਰ ਨਹੀਂ ਆਇਆ। ਵੋਟਾਂ ਆ ਨਾ। ਹਾਂ ਨਹੀਂ ਇਹ ਤਾਂ ਗੱਲ ਹੈਗੀ ਆ। ਸੋ ਆਪਾਂ ਜਿਹੜੀ ਅੱਜ ਦੀ ਕਹਿ ਲਓ ਕਿ ਬਹੁਤ ਵੱਡੀ ਖਬਰ ਹੈ, ਖਾਸ ਕਰਕੇ ਅਕਾਲੀ ਦਲ ਨੂੰ ਇਹ ਲੱਗਦਾ ਵੀ ਜਿੱਦਾਂ ਉਹਨਾਂ ਨੇ ਜ਼ਿਕਰ ਕੀਤਾ ਵੀ ਇਹ ਮਜੀਠੀਆ ਸਾਹਿਬ 'ਤੇ ਨਹੀਂ, ਇਹ ਤਾਂ ਅਕਾਲੀ ਦਲ ਦੇ ਉੱਪਰ ਭਾਜੀ ਪਾਈ ਆ ਅਤੇ ਮੋੜਾਂਗੇ। ਉਹਦੇ 'ਤੇ ਆਉਣ ਤੋਂ ਪਹਿਲਾਂ ਮੈਨੂੰ ਇਹ ਆ ਵੀ ਜਿਹੜਾ ਇੱਕ ਅਚਾਨਕ ਹੀ ਤੀਰ ਨਿਕਲ ਗਿਆ, ਮਤਲਬ ਜਾਪਦਾ ਤਾਂ ਇਹ ਸੀ ਵੀ ਕੈਪਟਨ ਸਾਹਿਬ ਨੂੰ ਕਿ ਲੈ ਉਹ ਤਾਂ ਆਪਣੇ ਬੰਦੇ ਆ, ਕਿਉਂਕਿ ਪਿਛਲੇ 4-5 ਸਾਲਾਂ 'ਚ ਜਿੰਨਿਆਂ ਕੁ ਲੋਕਾਂ ਕੋਲ ਫੋਟੋਆਂ ਵੀਡੀਓਜ਼ ਆਈਆਂ ਉਹਨਾਂ ਦੇ ਵਿੱਚ ਇੱਦਾਂ ਲੱਗਦਾ ਸੀ ਯਾਰ ਕੋਈ ਹੋਰ ਬੰਦਾ ਨਾਲ ਹੋਵੇ ਨਾ ਹੋਵੇ। ਰਾਣਾ ਸੋਢੀ ਹੋਰੀ ਤੇ ਕੈਪਟਨ ਸਾਹਿਬ ਦੇ ਨਾਲ ਹੀ ਆ ਨਾ, ਪਰ ਅਚਾਨਕ ਰਾਣਾ ਸੋਢੀ ਹੋਰਾਂ BJP ਜੁਆਇਨ ਕਰ ਲਈ ਅਤੇ ਸਮਝ ਨਹੀਂ ਆਈ ਕੋਈ ਗੱਲ ਦੀ। ਦੇਖੋ ਸੰਧਾਲੀਆ ਸਾਹਿਬ, ਕਈ ਵਾਰੀ ਨਾ ਬਾਜ਼ਾਰ ਦੇ ਵਿੱਚ ਇੱਕੋ ਕੰਮ ਦੀਆਂ ਦੋ ਦੁਕਾਨਾਂ ਆਪਣੀਆਂ ਹੀ ਹੁੰਦੀਆਂ, ਇੱਕੋ ਹੀ ਕੰਮ ਦੀਆਂ। ਉਹ ਆਪਾਂ ਕਈ ਵਾਰ ਜ਼ਿਕਰ ਕਰ ਚੁੱਕੇ, ਵੱਡੀ ਦੁਕਾਨ ਦੇ ਨਾਲ ਸਾਹਮਣੇ ਕਾਕੇ ਨੂੰ ਰੈਡੀਮੇਡ ਦੀ ਖੋਲ੍ਹ ਕੇ ਦਿੱਤੀ ਹੁੰਦੀ ਹੈ। ਹੁਣ ਉਹਦੇ ਵਿੱਚ ਆ ਵੀ ਬੰਦਾ ਹੋਰ ਨਹੀਂ ਕਿਤੇ ਜਾਣਾ ਚਾਹੀਦਾ, ਇਹਨਾਂ ਦੋ ਦੁਕਾਨਾਂ ਦੇ ਵਿੱਚੋਂ ਹੀ ਸੌਦਾ ਜਾਣਾ ਚਾਹੀਦਾ। ਬੂਟੀਆਂ ਵਾਲਾ ਸੂਟ ਆਪਾਂ ਹੀ ਵੇਚਣਾ ਸੈ। ਅਤੇ ਹੁਣ ਉਹ ਕੈਪਟਨ ਸਾਹਿਬ ਨਾਲ ਜਾਂਦੇ ਆ, ਰਾਣਾ ਗੁਰਮੀਤ ਸੋਢੀ ਹੋਰੀ ਭਾਜਪਾ ਨਾਲ ਜਾਂਦੇ ਆ, ਕੋਈ ਦਿੱਕਤ ਹੀ ਨਹੀਂ, ਜਾਣੇ ਚਾਹੀਦੇ ਆ। ਜਾਣੀ ਫਲੈਕਸੀਬਿਲਿਟੀ ਇੰਨੀ ਕੁ ਚਾਹੀਦੀ। ਮੈਂ ਤਾਂ ਇਸ ਗੱਲੋਂ ਬਹੁਤ ਹੈਰਾਨ ਆ ਕਿ ਹਰ ਇੱਕ ਸਿਆਸੀ ਪਾਰਟੀ ਅਤੇ ਹਰ ਇੱਕ ਲੀਡਰ ਜਿਹੜਾ ਮੈਨੂੰ ਲੱਗਦਾ ਵਰਜਿਸ਼ ਕਰਦਾ, ਕਸਰਤ ਕਰਦਾ। ਹੋ ਸਕਦਾ ਹੈ ਕਿ ਰਾਮਦੇਵ ਹੋਰਾਂ ਤੋਂ ਬਹੁਤੇ ਬੰਦੇ ਕਲਾਸਾਂ ਵੀ ਲੈਂਦੇ ਹੋਣ ਕਿ ਭਾਈ ਐਂ ਮਰੋੜਾ ਜਿਹਾ ਕਿੱਦਾਂ ਮਾਰਨਾ ਹੀ, ਹੈ ਨਾ। ਤੁਸੀਂ ਇਹ ਦੇਖੋ ਕਿ ਜਦੋਂ ਕੈਪਟਨ ਜਿਹੜੇ ਇੱਧਰਲੇ ਪਾਸੇ ਹਰਮਿੰਦਰ ਸਿੰਘ ਨੇ, ਜਿਹੜੇ ਹਰਮਿੰਦਰ ਸਿੰਘ ਜਿਨ੍ਹਾਂ ਨੂੰ ਕਿ ਸੁਲਤਾਨਪੁਰ ਲੋਧੀ ਤੋਂ ਟਿਕਾਣਾ ਨੂੰ ਸਲਾਹ ਬਣੀ, ਸਵੇਰੇ ਅਕਾਲੀ ਦਲ 'ਚ ਆਏ, ਕਾਂਗਰਸ ਦੇ ਵਿੱਚੋਂ ਨਾਲ ਹੀ ਟਿਟਕ ਨਹੀਂ, ਤਕਾਲਾ ਨੂੰ ਸਲਾਹ ਬਣੀ, ਰਾਤ ਨੂੰ ਅਕਾਲੀ ਦਲ ਦੇ ਵਰਕਰਾਂ ਨੂੰ ਬਾਦਲ ਸਾਹਿਬ ਨੇ ਪੁੱਛਿਆ ਤੇ ਉਹਨਾਂ ਕਿਹਾ ਬੰਦੇ ਹੀ ਬਹੁਤ ਵਧੀਆ ਨੇ। ਨਹੀਂ ਇੱਦਾਂ ਹੀ ਆ ਜੀ। ਅਤੇ ਉਹਦੇ ਤੋਂ ਇਲਾਵਾ ਤੁਸੀਂ ਫਿਰ ਦੇਖੋ ਕਿ ਅਨਿਲ ਜੋਸ਼ੀ ਹੋਰੀ ਹੋਣ, ਰਾਜ ਕੁਮਾਰ ਗੁਪਤਾ ਸਾਹਿਬ ਹੋਣ, ਕਿੰਨੇ ਹੀ ਬੰਦੇ ਆ। ਕਈ ਬੰਦੇ ਬਸਪਾ ਨੇ ਵੀ ਫਲੈਕਸੀਬਿਲਿਟੀ ਦਿਖਾ ਲਈ ਆ, ਜਿਹੜੇ ਇੱਧਰੋਂ ਉੱਧਰਲੇ ਪਾਸੇ ਨੂੰ ਗਏ ਆ, ਉਹ ਕਹਿੰਦੇ ਕੋਈ ਗੱਲ ਨਹੀਂ, ਆਪਾਂ ਵੱਡਾ ਸਕੈਨਰ ਲਾ ਲਿਆ ਹੁਣ ਸਿਆਸੀ ਪਾਰਟੀਆਂ ਨੇ, ਉਹਦੇ ਵਿੱਚੋਂ ਦੀ ਇੱਕ ਵਾਰੀ ਬੰਦੇ ਨੂੰ ਐਂ ਲੰਘਾਉਣਾ, ਜਿੱਦਾਂ ਏਅਰਪੋਰਟ ਦੇ ਉੱਤੇ ਲੰਘਾਉਂਦੇ ਐਂ ਕਰਕੇ ਸਕੈਨਿੰਗ ਜੀ ਇੱਕ ਵਾਰੀ ਕਰਨੀ ਹੈ, ਉਸੇ ਵੇਲੇ ਬੰਦਾ ਖਰਾ ਕਿ ਨਹੀਂ ਖਰਾ ਪਤਾ ਲੱਗ ਜਾਂਦਾ। ਬਹੁਤੇ ਵੈਸੇ ਖਰੇ ਹੀ ਨਿਕਲਦੇ ਅੱਜ ਕੱਲ੍ਹ ਸਿਆਸਤਦਾਨ, ਲੋਕਾਂ ਦੀ ਸਕੈਨਿੰਗ ਦੇ ਵਿੱਚੋਂ ਖਰੇ ਨਿਕਲਣ। ਹੁਣ ਰਾਣਾ ਗੁਰਮੀਤ ਸੋਢੀ ਹੋਰੀ 4.5 ਸਾਲ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਤੋਂ ਬਾਅਦ ਜਿਹੜੇ ਇੱਕ ਦੋ ਬੰਦੇ ਸਭ ਤੋਂ ਵੱਧ ਤਾਕਤਵਰ ਸੀ ਉਹ ਰਹੇ ਕੈਬਨਿਟ ਮੰਤਰੀ। ਕੈਪਟਨ ਸਾਹਿਬ ਦੇ ਨਾਲ ਬਹੁਤ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਗਿਲਾ ਰਿਹਾ ਕਿ ਕੈਪਟਨ ਸਾਹਿਬ ਮਿਲਦੇ ਨਹੀਂ, ਕੈਪਟਨ ਸਾਹਿਬ ਸਾਡੇ ਕੰਮ ਨਹੀਂ ਕਰਦੇ, ਕੈਪਟਨ ਸਾਹਿਬ ਨੂੰ ਅਰਜ਼ ਕਰਨੀ ਸੀ, ਕਰੀਏ ਕਿੱਦਾਂ। ਇੱਥੋਂ ਤੱਕ ਕਿ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਹੁਣ ਦਾਅਵਾ ਕਰਦੇ ਆ ਕਿ ਕੈਪਟਨ ਸਾਹਿਬ ਨੂੰ ਮੈਂ 2007 ਤੋਂ ਬਾਅਦ ਹਾਈ ਕਮਾਂਡ ਕੋਲ ਲੈ ਕੇ ਗਿਆ, ਉਹ ਵੀ ਕਹਿੰਦੇ ਸੀ ਮੈਂ ਸਿਕਿਉਰਿਟੀ ਅਫਸਰ ਦੀ ਗੱਡੀ 'ਚ ਲੁਕ ਕੇ ਗਿਆ ਕੈਪਟਨ ਸਾਹਿਬ ਨੂੰ ਮਿਲਣ, ਮੈਨੂੰ ਜਾਣ ਨਹੀਂ ਦਿੰਦੇ। ਕਿੰਨੇ ਵਿਧਾਇਕ ਹੁੰਦੇ ਸੀ ਜਿਹੜੇ ਕਹਿੰਦੇ ਜੀ OSD ਸਾਹਿਬ ਬਾਹਰੋਂ ਹੀ ਮੋੜ ਦਿੰਦੇ ਆ ਅਤੇ ਮੈਂ ਉੱਥੋਂ ਰੋ ਕੇ ਆਇਆ, ਮੈਂ ਉੱਥੋਂ ਚੀਕਾਂ ਮਾਰ ਕੇ ਆਇਆ। ਪਰ ਜਿਹੜੇ ਇਸ ਸ਼ਖਸੀਅਤ ਨੇ ਰਾਣਾ ਸੋਢੀ ਸਾਹਿਬ, ਰਾਣਾ ਗੁਰਮੀਤ ਸਿੰਘ ਸੋਢੀ ਹੋਰੀ, ਗੁਰੂ ਹਰਸਹਾਏ ਤੋਂ MLA, ਉਹ ਹਮੇਸ਼ਾ ਤਸਵੀਰਾਂ ਉਹਨਾਂ ਦੀਆਂ ਕੈਪਟਨ ਸਾਹਿਬ ਦੇ ਨਾਲ ਹੀ ਆਉਂਦੀਆਂ ਹੁੰਦੀਆਂ ਸੀ। ਜਿਹੜੀ ਉਹਨਾਂ ਦੀ ਕਿਚਨ ਕੈਬਨਿਟ ਆਪਾਂ ਕਹਿ ਲਈਏ ਉਹਦੇ ਵਿੱਚ ਇਹ ਸ਼ਾਮਿਲ ਸੀ। ਅਤੇ ਬਹੁਤੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਹੁਣ ਜਦੋਂ ਉਹਨਾਂ ਨੂੰ ਕੈਬਨਿਟ ਦੇ ਵਿੱਚੋਂ ਹਟਾ ਦਿੱਤਾ ਗਿਆ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪੰਜਾਬ ਲੋਕ ਕਾਂਗਰਸ ਦੇ ਵਿੱਚ ਜਾਣਗੇ, ਵੱਡੇ ਅਹੁਦੇਦਾਰ ਹੋਣਗੇ, ਜਿੱਥੇ ਵੀ ਕਿਤੇ ਰੈਲੀ ਹੋਏਗੀ ਕੈਪਟਨ ਸਾਹਿਬ ਦੇ ਖੱਬੇ ਪਾਸੇ ਜਾਂ ਸੱਜੇ ਪਾਸੇ ਬੈਠਣਗੇ, ਜਾਂ ਵੱਡੇ ਸਮਾਗਮਾਂ ਦੇ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਹੋਏਗੀ। ਜਾਂ ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ ਮਾਲਵੇ ਦੇ ਵਿੱਚ ਬਹੁਤੀਆਂ ਟਿਟਕਾਂ ਜਿਹੜੀਆਂ ਨੇ, ਟਿਕਟਾਂ ਨਹੀਂ ਟਿਟਕਾਂ, ਉਹ ਜਿਹੜੀਆਂ ਰਾਣਾ ਗੁਰਮੀਤ ਸੋਢੀ ਹੋਰਾਂ ਦੇ ਕਹਿਣ 'ਤੇ ਪੰਜਾਬ ਲੋਕ ਕਾਂਗਰਸ ਦੀਆਂ ਵੰਡੀਆਂ ਜਾਣਗੀਆਂ। ਇਹ ਵੀ ਚਰਚਾ ਚੱਲਦੀ ਸੀ ਕਿ ਜਦੋਂ BJP ਦੇ ਨਾਲ ਸਮਝੌਤਾ ਹੋਣਾ ਜਾਂ ਢੀਂਡਸਿਆਂ ਦੇ ਨਾਲ ਗੱਲਬਾਤ ਹੋਣੀ ਆ
ਤੇ ਕੈਪਟਨ ਸਾਹਿਬ ਦੇ ਨਾਲ ਜੇ ਇੱਕ ਬੰਦਾ ਹੋਰ ਜਾਊਗਾ ਤੇ ਰਾਣਾ ਗੁਰਮੀਤ ਸੋਢੀ ਹੋਰੀ ਜਾਇਆ ਕਰਨਗੇ। ਚਰਚੇ ਚੱਲਦੇ ਸੀ, ਜਿਹੜੇ ਪੂਰੇ ਚਰਚੇ ਸੀਗੇ, ਪਰ ਚਲੇ ਭਾਜਪਾ 'ਚ ਗਏ। ਇਹ ਨਾ ਇਦਾਂ ਹੋ ਗਈ ਗੱਲ ਵੀ ਮੱਸਿਆ ਵਾਲੀ ਟਰਾਲੀ ਜਿਹੜੀ ਜਾਣੀ ਹੈ ਉਹਦੇ 'ਚ ਆਮ ਹੁੰਦਾ ਵੀ ਦੇਖੋ ਵੀ ਘਰ ਦੇ ਟਰੈਕਟਰ ਤੇ ਬਹਿ ਜਾਓ, ਬਾਕੀ ਟਰਾਲੀ 'ਚ। ਹੁਣ ਇਹ ਜੇ ਆਪਾਂ ਇਸ ਵਕਤ ਅਫੀਸ਼ੀਅਲ ਗੱਠਜੋੜ ਹੋ ਚੁੱਕਾ, ਬੀਜੇਪੀ ਨੂੰ ਲੱਗਦਾ ਵੀ ਅਸੀਂ ਵੱਡੀ ਪਾਰਟੀ, ਟਰੈਕਟਰ ਜਿੱਧਰ ਨੂੰ ਅਸੀਂ ਜਾਣਾ, ਤੇ ਮਗਰ ਕੈਪਟਨ ਸਾਹਿਬ ਦੀ ਪਾਰਟੀ ਦੀ ਟਰਾਲੀ ਪਾਈ। ਹੁਣ ਸਵਾਲ ਹੈ ਵੀ ਜਿਹੜੇ ਬੰਦੇ ਬਾਰੇ ਕਲੀਅਰ ਹੋਵੇ ਵੀ ਭਾਈ ਸਾਹਿਬ ਮੈਂ ਜਿੱਦਾਂ ਕਹਿੰਦਾ ਵੀ ਮੈਨੂੰ ਥੋੜ੍ਹਾ ਜਿਹਾ ਥਾਂ ਰੱਖੀ ਟਰਾਲੀ ਦੇ ਵਿੱਚ, ਕਹਿੰਦਾ ਰੱਖਿਆ ਬਿਲਕੁਲ, ਪਰਾਲੀ ਵਿਛਾਈ ਏ, ਆ ਮੈਂ ਝੋਲਾ ਪਹਿਲਾਂ ਰੱਖ ਲਿਆ, ਜਦੋਂ ਤੋਂ ਆਉਣਾ ਮੈਂ ਝੋਲਾ ਚੁੱਕ ਲੈਣਾ, ਤੂੰ ਬਹਿ ਜਾਣਾ। ਅਚਾਨਕ ਉਹ ਝੋਲਾ ਉੱਥੇ ਦਾ ਉੱਥੇ ਰਹਿ ਗਿਆ, ਪਰਾਲੀ ਵਿਛੀ ਦੀ ਵਿਛੀ ਰਹਿ ਗਈ, ਤੇ ਬੰਦਾ ਟਰੈਕਟਰ ਦੇ ਮੜਗਾੜ ਤੇ ਅਗਲਿਆਂ ਦੇ ਨਾਲ ਜਾ ਕੇ ਬਹਿ ਜਾਵੇ। ਫਿਰ ਟਰਾਲੀ ਵਾਲੀ ਸਵਾਰੀ ਨੂੰ ਇੱਕ ਤਰ੍ਹਾਂ ਤੇ ਹੁੰਦਾ ਵੀ ਹੈ ਇਹ ਕਿੱਦਾਂ ਹੋ ਗਿਆ ਜੀ। ਨਹੀਂ ਹੁੰਦਾ ਤਾਂ ਹੈ ਹੀ ਆ, ਪਰ ਉਹਨਾਂ ਨਹੀਂ ਚਿਹਰੇ ਤੋਂ ਆਉਣ ਦਿੱਤਾ ਸਾਹਮਣੇ ਕਿ ਭਾਈ ਹੋਇਆ। ਅਜੇ ਨਹੀਂ ਆਇਆ, ਮੈਂ ਤਾਂ ਕਹਿੰਦਾ ਵੀ ਜੇ ਇਦਾਂ ਹੀ ਰਿਹਾ ਤੇ ਕਿਸੇ ਵੇਲੇ ਇਹ ਵੀ ਹੁੰਦਾ ਵੀ ਅਜੇ ਕਈ ਇਹੋ ਜਿਹੇ ਚਿਹਰੇ ਨੇ ਜਿਨ੍ਹਾਂ ਬਾਰੇ ਕੈਪਟਨ ਸਾਹਿਬ ਖੁਦ ਦਾਅਵਾ ਕਰ ਰਹੇ, ਤੁਸੀਂ ਪਰਵਾਹ ਨਾ ਕਰੋ, ਜਿਸ ਦਿਨ ਚੋਣ ਜ਼ਾਬਤਾ ਲੱਗਣਾ ਹੈ ਉਦਣ ਤੁਸੀਂ ਦੇਖਣਾ ਵੀ ਅਸਲ ਦੇ ਵਿੱਚ ਕਿੰਨੇ ਬੰਦੇ ਨਾਲ ਜਾਂਦੇ ਨੇ। ਤੇ ਇਹ ਨਾ ਹੋਵੇ ਵੀ ਕੈਪਟਨ ਸਾਹਿਬ ਦਾ ਦਾਅਵਾ ਹੀ ਰਹਿ ਜੇ, ਉਹ ਜਿਹੜੀ ਸਵਾਰੀ ਟਰਾਲੀ ਦੇ ਵਿੱਚ ਝੋਲਾ ਰੱਖ ਕੇ ਬੈਠੀ, ਉਹਦਾ ਝੋਲਾ ਤੇ ਟਰਾਲੀ ਤੇ ਪਰਾਲੀ ਉੱਥੇ ਦੀ ਉੱਥੇ ਰਵੇ, ਤੇ ਸਵਾਰੀ ਟਰਾਲੀ ਦੇ ਲਾਗੋਂ ਦੀ ਐ ਲੰਘਦੀ ਚੱਲ ਮੜਗਾੜ ਤੇ। ਨਹੀਂ ਉਹ ਹੁੰਦੀ ਨਾ, ਉਹ ਫਿਰਕੀ ਦੀ ਫੜੀ ਹੋ ਇੱਕ ਵੀ ਧਿਆਨ ਮੇਰਾ ਉਧਰ ਸੀ ਜੀ, ਪਤਾ ਹੀ ਨਹੀਂ ਲੱਗਾ ਤੁਸੀਂ ਖਲੋਤੇ ਸੀ। ਉਹ ਅੱਛਾ ਜੀ ਤੁਸੀਂ ਇੱਥੇ ਬੈਠੇ, ਓਹੋ ਚਲੋ ਹੁਣ ਤੁਸੀਂ ਉਧਰ ਚਲ ਗਏ। ਤੁਸੀਂ ਕੋਈ ਗੱਲ ਨਹੀਂ, ਟਰਾਲੀ ਦੇ ਮਗਰ ਆਪਾਂ ਹਿਸਾਬ ਜਿਹਾ ਬਣਾ, ਤੁਸੀਂ ਆਪਦੀ ਟਰਾਲੀ ਮਗਰ ਪਾ ਲਓ। ਹੁਣ ਸੰਧਾਲੀਆ ਸਾਹਿਬ, ਦੋ ਚੀਜ਼ਾਂ ਇੱਥੇ ਧਿਆਨ ਰੱਖਣ ਵਾਲੀਆਂ। ਜਦੋਂ ਇਹ ਚਰਚਾ ਚੱਲਦੀ ਸੀ ਨਾ ਕਾਂਗਰਸ, ਲੋਕ ਕਾਂਗਰਸ, ਪੰਜਾਬ ਲੋਕ ਕਾਂਗਰਸ ਕੈਪਟਨ ਸਾਹਿਬ ਦੀ, ਉਹਦਾ ਭਾਜਪਾ ਦੇ ਨਾਲ ਗੱਠਜੋੜ ਹੋਇਆ, ਉਦੋਂ ਚਰਚਾ ਚੱਲਦੀ ਸੀ 65-70 ਸੀਟਾਂ ਘੱਟੋ ਘੱਟ ਭਾਜਪਾ ਲੜੂ ਤੇ ਕੈਪਟਨ ਸਾਹਿਬ ਦੀ ਪਾਰਟੀ ਥੋੜੀਆਂ ਸੀਟਾਂ ਲੜੂ। ਹਾਲਾਂਕਿ ਕੈਪਟਨ ਸਾਹਿਬ ਕਹਿੰਦੇ ਆ ਜੀ ਉਹ ਪਤਾ ਲੱਗਣਾ ਹੀ, ਪਰ ਇਹ ਬਿਲਕੁਲ ਕਲੀਅਰ ਕੱਟ ਹੈ ਕਿ 59 ਦੇ ਉੱਤੇ ਬਹੁਮਤ ਹੈ, 60 ਤੋਂ ਵੱਧ ਸੀਟਾਂ ਦੇ ਉੱਤੇ ਭਾਜਪਾ ਨੇ ਚੋਣ ਲੜਨੀ ਹੈ ਬੜੇ ਆਰਾਮ ਦੇ ਨਾਲ, ਕਿਉਂਕਿ ਉਹ ਅਗਲਾ ਪਾਸਾ ਆਪਣਾ ਹਿਸਾਬ ਕਿਤਾਬ 5 ਸਾਲ ਬਾਅਦ ਦਾ ਦੇਖਦੇ ਹੁੰਦੇ ਆ। ਉਦੋਂ ਬਹੁਤੇ ਲੋਕਾਂ ਨੂੰ ਲੱਗਦਾ ਭਾਜਪਾ ਕੈਂਡੀਡੇਟ ਕਿੱਥੋਂ ਲਿਆਊਗੀ, ਮਜ਼ਬੂਤ ਬੰਦੇ ਕਿੱਥੋਂ ਹੋਣਗੇ, ਕੈਪਟਨ ਸਾਹਿਬ ਦੇ ਇੰਨੇ ਬੰਦੇ ਤਾਂ ਪੱਕੇ ਨੇ। ਹੁਣ ਤੁਸੀਂ ਦੇਖੋ ਕਿ ਗੁਰੂ ਹਰਸਹਾਏ ਤੋਂ ਜੇ ਰਾਣਾ ਸੋਢੀ ਸਾਹਿਬ ਕੈਪਟਨ ਸਾਹਿਬ ਵੱਲ ਜਾਂਦੇ ਤਾਂ ਕਿੱਡਾ ਮਜ਼ਬੂਤ ਦਾਅਵਾ ਹੋਣਾ ਸੀ। ਹੁਣ ਉਹ ਸੀਟ ਕਿੱਧਰਲੇ ਪਾਸੇ ਨੂੰ ਜਾਣੀ ਹੈ। ਦੂਸਰੀ ਗੱਲ ਦੇਖੋ ਕਿ ਰਾਣਾ ਸੋਢੀ ਹੋਰੀ ਮਾਲਵੇ ਦੇ ਉਸ ਖੇਤਰ 'ਚੋਂ ਆਉਂਦੇ ਆ ਜਿਹੜੇ ਖੇਤਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ 25 ਸਾਲ ਹੋ ਗਏ। ਉਹ ਚਾਹੁੰਦੇ ਆ ਕਿ ਸਾਡੇ ਪੈਰ ਲੱਗਣ, ਸਾਡੇ ਕੋਲ ਉੱਥੇ ਵੱਡੇ ਚਿਹਰੇ ਹੋਣ, ਸਿੱਖ ਚਿਹਰੇ ਹੋਣ, ਜਿਹੜੇ ਮਾਲਵੇ ਦੇ ਉਸ ਖੇਤਰ ਦੇ ਵਿੱਚ ਸਾਨੂੰ ਵਧੀਆ ਚੰਗੀਆਂ ਵੋਟਾਂ ਦਵਾ ਸਕਣ। ਅਗਲਿਆਂ ਨੇ ਕਈ ਵਾਰ ਦਾ MLA, ਕਈ ਵਾਰ ਦਾ ਜਿਹੜਾ ਕੈਬਨਿਟ ਮੰਤਰੀ ਲੈ ਆਂਦਾ, ਤੇ ਵੈਸੇ ਵੀ ਉਹ ਜੇ ਕਾਂਗਰਸ ਦੇ ਵਿੱਚ ਰਹਿੰਦੇ ਤਾਂ ਉਹ ਫਿਰੋਜ਼ਪੁਰ ਸ਼ਹਿਰੀ ਤੋਂ ਆਪਣੇ ਬੇਟੇ ਹੀਰਾ ਸੋਢੀ ਹੋਰਾਂ ਦੇ ਲਈ ਵੀ ਟਿਕਟ ਮੰਗਦੇ ਸੀ। ਉੱਥੋਂ ਸੂਤ ਲੱਗਦਾ ਨਹੀਂ ਲੱਗਦਾ। ਹੁਣ ਦੋ ਕੀ ਨਾਲ ਦੇ ਜਿੰਨੇ ਬੰਦੇ ਹੋਣਗੇ 8 10 12 ਸਾਰਿਆਂ ਨੂੰ ਟਿਕਟਾਂ ਦਵਾ ਸਕਦੇ ਆ। ਸੋ ਇੱਕ ਤਾਂ ਭਾਜਪਾ ਮਾਲਵੇ ਦੇ ਵਿੱਚ ਪੈਰ ਲਾਉਣ ਦੇ ਲਈ ਕਾਹਲੀ ਹੈ ਇੱਦਾਂ, ਦੂਸਰਾ ਸਿੱਖ ਚਿਹਰੇ ਲਿਆਉਣ ਦੇ ਲਈ ਕਾਹਲੀ ਹੈ, ਤੀਸਰਾ ਜਦੋਂ ਫਿਰ ਸੀਟਾਂ ਦੀ ਵੰਡ ਦੀ ਚਰਚਾ ਚੱਲੂਗੀ, ਕੈਪਟਨ ਸਾਹਿਬ ਬੈਠੇ ਹੋਣਗੇ, ਉਧਰਲੇ ਪਾਸੇ ਸ਼ੇਖਾਵਤ ਸਾਹਿਬ ਬੈਠੇ ਹੋਣਗੇ, ਤੇ ਉਦੋਂ ਫਿਰ ਅਗਲੇ ਆਪਣੀ ਲਿਸਟ ਦੇਣਗੇ ਤੇ ਇਧਰਲੇ ਪਾਸੇ ਉਹ ਆਪਣੀ ਲਿਸਟ ਦੇਣਗੇ ਕਿ ਤੁਹਾਡੇ ਵਾਲੇ ਬੰਦੇ ਵੀ ਤਾਂ ਸਾਡੇ ਵਾਲੇ ਪਾਸੇ ਬੈਠੇ ਆ, ਟਿਕਟਾਂ ਸਾਡੀਆਂ ਵੱਧ ਨੇ। ਪਰ ਤੁਸੀਂ ਇੱਕ ਦੇਖੋ, ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਆਉਣ 'ਚ ਥੋੜ੍ਹੇ ਹੀ ਦਿਨ ਨੇ। ਹੋ ਸਕਦਾ ਸੀ ਕਿ ਭਾਰਤੀ ਜਨਤਾ ਪਾਰਟੀ ਵਾਲੇ ਉਹਨਾਂ ਦੀ ਰੈਲੀ ਦੇ ਮੌਕੇ ਤੇ ਇੱਕ ਵੱਡਾ ਸਿਆਸੀ ਧਮਾਕਾ ਕਰਨ ਦੇ ਲਈ ਨਾ ਸਾਰੇ ਬੰਦਿਆਂ ਨੂੰ ਹੋਲਡ ਕਰਕੇ ਰੱਖਦੇ। ਸਿਰਸਾ ਸਾਹਿਬ ਵੀ ਆਪਾਂ ਉਦਣ ਲੈ ਆਈਏ ਜੀ, ਇਹਨਾਂ ਨੂੰ ਵੀ ਉਦਣ ਲੈ ਆਈਏ ਨਾ, ਉਹ ਨਹੀਂ ਵੇਟ ਕਰਦੇ। ਜਿਹੜਾ ਬੰਦਾ ਜਿੱਦਣ ਰੈਡੀ ਹੁੰਦਾ, ਸ਼ੇਖਾਵਤ ਸਾਹਿਬ ਐਨ ਤਿਆਰ ਬਰ ਤਿਆਰ ਉੱਥੇ ਕੱਪੜਾ ਟੇਬਲ ਤੇ ਵਿਛਾਇਆ ਹੁੰਦਾ, ਖਲੋਤੇ ਹੁੰਦੇ, ਬੰਦਾ ਲਿਆਓ। ਅਨੇ ਉਹਦੇ ਡੀਕਦੇ ਹੁੰਦੇ ਵੀ ਆਇਆ ਕੋਈ, ਕਹਿੰਦੇ ਜੀ ਮੰਨਣ ਵਾਲਾ ਕੋਈ ਨਹੀਂ, ਮਨਾ ਲਿਆਓ, ਜਦੋਂ ਮੰਨ ਗਿਆ ਮੈਂ ਬੈਠਾ। ਪਰ ਇੱਕ ਗੱਲ ਹੈ, ਰਾਣਾ ਸੋਢੀ ਹੋਰਾਂ ਦੀ ਵੈਸੇ ਸਿਆਸਤ ਵੈਸੇ ਪਿਛਲੇ ਮੈਂ ਚੰਦ ਕੁ ਮਹੀਨਿਆਂ 'ਚ ਦੇਖੀ ਜਾਵੇ ਤੇ ਇਹ ਤੇ ਗੱਲ ਪਤਾ ਲੱਗ ਗਈ ਵੀ ਉਹ ਸਾਰੇ ਪਾਸੇ ਸੈਟਿੰਗ ਰੱਖਦੇ ਆ। ਤੁਹਾਨੂੰ ਯਾਦ ਹੋਣਾ ਜਦੋਂ ਸੁਖਬੀਰ ਬਾਦਲ ਸਾਹਿਬ ਨੇ ਨਵਾਂ ਗੱਡੀ 'ਚ ਬਿਸਤਰਾ ਰੱਖਿਆ ਸੀ, ਜਦੋਂ ਕਹਿੰਦੇ ਵੀ ਮੈਂ ਹੁਣ ਪੰਜਾਬ 'ਚ ਹੀ ਰਹਿਣਾ ਹੀ, ਉਦੋਂ ਉਧਰ ਜੇ ਪਾਸੇ ਜਦੋਂ ਗਏ ਸੀ ਉਹ ਵੀ ਆਹ ਦੇਖੋ ਜੀ ਇੱਕ ਫੈਕਟਰੀ ਲੱਗੀ, ਇੱਦਾਂ ਕਿੱਦਾਂ ਲੱਗ ਗਈ, ਅਸੀਂ ਜਦੋਂ ਸਾਡੀ ਸਰਕਾਰ ਆਈ ਵੇਖੋ ਵੱਟ ਕਿੱਦਾਂ ਕੱਢਦੇ, ਤੇ ਲੋਕ ਦਿਵਾਲੇ ਹੋ ਗਏ, ਕਹਿੰਦੇ ਬਾਦਲ ਸਾਹਿਬ ਆਹ ਵਧੀਆ ਕੰਮ, ਇਜਾਜ਼ਤ ਤੁਸੀਂ ਦੇ ਕੇ ਗਏ, ਪਰਮਿਸ਼ਨਾਂ ਤੁਸੀਂ ਦਿੱਤੀਆਂ, ਤੇ ਹੁਣ ਤੁਸੀਂ ਕਹਿੰਦੇ ਵੀ ਅਸੀਂ ਲੱਗਣ ਨਹੀਂ ਦੇਣੀ। ਉਦੋਂ ਫਿਰ ਪਤਾ ਲੱਗਿਆ ਵੀ ਨਹੀਂ, ਸਾਂਝ ਉੱਧਰ ਵੀ ਰੱਖੀਏ, ਫਿਰ ਕੈਪਟਨ ਸਾਹਿਬ ਨਾਲ ਵੀ ਸਾਂਝ, ਤੇ ਆਹ ਜਿਹੜੀ ਸਾਂਝ ਹੁਣ ਬੀਜੇਪੀ ਨਾਲ ਕੱਢ ਮਾਰੀ ਏ, ਇਹ ਤੋਂ ਇਹ ਗੱਲ ਤੇ ਪਤਾ ਲੱਗ ਗਈ ਵੀ ਰਾਣਾ ਸੋਢੀ ਹੋਰੀ ਵੱਡੇ ਲੀਡਰ ਨੇ। ਤੁਸੀਂ ਤਾਂ ਐਵੇਂ ਕਿਹਾ ਵੀ ਨਾਲ ਦੇ 5-7 ਬੰਦੇ, ਮੈਂ ਨਾ ਗਾਂ ਮੁੰਡੇ ਦੇ ਵੀ ਹੋ ਸਕਦਾ 3-4 ਦੋਸਤਾਂ ਨੂੰ ਕਿਹਾ ਕੋਈ ਗੱਲ ਨਹੀਂ ਪੁੱਤਰ ਤੁਸੀਂ ਕੋਟ ਕਾਟ ਸਵਾਓ, ਕੋਈ ਨਹੀਂ ਹੈਗੀ ਵਧੀਆ ਫੋਟੋ ਸਟੂਡੀਓ ਜਾ ਕੇ ਖਿਚਾਉਣੀਆਂ, ਪਰ ਇਦਾਂ ਖਿਚਾਉਣੀਆਂ ਕਿ ਖਿਚਾਉਂਦਿਆਂ ਦੀ ਕੋਈ ਫੋਟੋ ਨਾ ਖਿੱਚ ਲਵੇ, ਨਹੀਂ ਤਾਂ ਫਿਰ ਬਾਹਰ ਆ ਜਾਂਦੀਆਂ। ਵੈਸੇ ਗੱਲ ਹੀ ਕਰਦੇ ਆ ਆਪਾਂ, ਕਿਸੇ ਦਾ ਨਾਂ ਨਹੀਂ ਲੈਂਦੇ। ਨਹੀਂ ਸਾਨੂੰ ਕੀ ਲੋੜ ਆ ਭਾ ਨਾਂ ਲੈਣ ਦੀ। ਇੱਕ ਹੋਰ ਦੇਖੋ, ਇੱਥੇ ਨਾ ਇੱਕ ਚੀਜ਼ ਜਿਹੜੀ ਹੈ ਉਹ ਥੋੜ੍ਹੀ ਜਿਹੀ ਧਿਆਨ ਮੰਗਦੀ ਹੈ। ਉਹ ਚੀਜ਼ ਧਿਆਨ ਕੀ ਮੰਗਦੀ ਹੈ ਕਿ ਇਸ ਵੇਲੇ
ਉਹਨਾਂ ਦਾ ਕਾਂਗਰਸ ਪਾਰਟੀ ਦੇ ਵਿੱਚ ਕੀ ਔਖਾ ਸੀ? ਕਿਤੇ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਆ ਜਦੋਂ ਮੰਤਰੀ ਮੰਡਲ ਚੋਂ ਬਾਹਰ ਹੋਏ ਆ, ਲੰਮੀ ਮੀਟਿੰਗ ਕੀਤੀ ਕੱਲਿਆਂ। ਹੁਣ ਤੁਸੀਂ ਦੇਖੋ ਕਿ ਫਲੈਕਸੀਬਿਲਟੀ ਕਿੰਨੀ ਆ। ਮੈਂ ਫਿਰ ਉੱਥੇ ਆਉਣਾ ਹੈ ਕਿ ਰਾਹੁਲ ਗਾਂਧੀ ਹੋਰਾਂ ਨੂੰ ਵੀ ਮਿਲਦੇ ਆ, ਕਾਂਗਰਸ 'ਚ ਵੀ ਰਹਿੰਦੇ ਆ। ਪਿਛਲੇ ਦਿਨਾਂ ਦੇ ਵਿੱਚ ਆਪਣੇ ਹਲਕੇ 'ਚ ਵਿਕਾਸ ਕਾਰਜਾਂ ਦੇ ਲਈ ਚੈੱਕ ਵੀ ਵੰਡਵਾਏ ਆ ਤੇ ਚੁੱਪ ਕਰਕੇ ਇਧਰਲੇ ਪਾਸੇ ਨੂੰ ਹੋ ਗਏ। ਤੇ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਕਿ ਜਿਹੜੇ ਉਹ ਬੋਰੀ ਬਿਸਤਰੇ ਵਾਲੇ ਆਪਣੇ ਐਮਐਲਏ ਸਾਹਿਬ ਨੇ, ਘੁਬਾਇਆ ਸਾਹਿਬ, ਦਵਿੰਦਰ ਸਿੰਘ ਹੋਰੀ, ਉਹਨਾਂ ਨੇ ਵੀ ਪਿਛਲੇ ਦਿਨੀ ਕਿਹਾ ਸੀ ਨਾ, ਹਲਕਿਆਂ 'ਚ ਤੁਰੇ ਫਿਰਦੇ, ਆਹ ਵੀ ਫੈਕਟਰੀ, ਆਹ ਵੀ ਕੰਮ ਉਹਨਾਂ ਦਾ, ਆਹ ਵੀ ਕੰਮ ਉਹਨਾਂ ਦਾ, ਉਹ ਬੜੇ ਔਖੇ ਹੋ ਪੈਂਦੇ ਸੀ। ਆਲੇ ਦੁਆਲੇ ਦੇ 2-3 ਹਲਕਿਆਂ ਤੋਂ ਕਾਂਗਰਸੀ ਹੀ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਉਂਗਲਾਂ ਚੁੱਕਦੇ ਸੀ, ਸਹੀ ਚੱਕਦੇ, ਗਲਤ ਚੱਕਦੇ, ਉਹ ਵੱਖਰੀ ਗੱਲ ਹੈ। ਤੇ ਉਹਨਾਂ ਨੂੰ ਵੀ ਲੱਗਦਾ ਹੋਣਾ ਕਿ ਭਾਈ ਹੁਣ ਐਡਜਸਟਮੈਂਟ ਔਖੀ ਹੋ ਜਾਣੀ ਹੈ, ਕਿਉਂਕਿ ਕੈਪਟਨ ਸਾਹਿਬ ਤਾਂ ਇਧਰਲੇ ਪਾਸੇ ਆਏ ਨਹੀਂ। ਪਰ ਐਂ ਲੱਗਦਾ ਹੈ ਕਿ ਜੇ ਕੋਡ ਆਫ ਕੰਡਕਟ ਲੱਗਣ ਤੱਕ ਇਦਾਂ ਦੇ 5-7 ਹੰਬਲੇ ਭਾਜਪਾ ਨੇ ਹੋਰ ਮਾਰ ਲੈ ਤਾਂ ਫਿਰ ਉਹਨਾਂ ਨੂੰ ਗੱਠਜੋੜ ਦੇ ਵਿੱਚ ਵੀ ਸੀਟਾਂ ਦੀ ਵੰਡ 'ਚ ਸੌਖ ਹੋ ਜੂਗੀ। ਤੇ ਬਾਕੀ ਪਾਰਟੀਆਂ ਨੇ ਵੀ ਫਿਰ ਹੌਲੀ-ਹੌਲੀ ਸਾਂਭ ਕੇ ਲੀਡਰ ਰੱਖਣੇ ਆ, ਕਿਉਂਕਿ ਐਸਜੀਪੀਸੀ ਦਾ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਗਲੇ ਲੈ ਗਏ, ਅਕਾਲੀ ਦਲ ਦੇ ਵਿੱਚੋਂ ਸਿਰਸਾ ਸਾਹਿਬ ਲੈ ਗਏ, ਇਧਰੋਂ ਕਾਂਗਰਸ ਦੇ ਵਿੱਚੋਂ ਰਾਣਾ ਸੋਢੀ ਸਾਹਿਬ ਨੂੰ ਲੈ ਗਏ, ਹੋਰ ਪਤਾ ਨਹੀਂ ਕਿੱਥੋਂ ਕੀ ਲੈ ਜਾਣਾ। ਨਹੀਂ, ਕਈ ਨਾਂ ਨੇ ਬਾਵਾ ਚ, ਇੱਕ ਨਾਮ ਬੜਾ ਗਰਮ ਰਿਹਾ, ਸਰਗਰਮ ਰਿਹਾ, ਅੱਜ ਕੱਲ੍ਹ ਕੋਈ ਲਿਖਦੇ ਨਹੀਂ ਖਬਰ ਦੇ ਵਿੱਚ। ਮੈਨੂੰ ਲੱਗਦਾ ਵੀ ਜਿੱਦਣ ਲਿਖਿਆ ਉਹ ਲਿਖਿਆ ਇਸੇ ਤਰ੍ਹਾਂ ਹੀ ਜਾਣਾ। ਜੇ ਮੈਂ ਮਤਲਬ ਦੱਸਣਾ ਚਾਹਾਂ ਤੇ ਸਾਧੂ ਸਿੰਘ ਧਰਮਸੋਤ ਵੱਡੇ ਮੰਤਰੀ ਰਹੇ ਨੇ। ਨਹੀਂ, ਤੁਸੀਂ ਦੇਖੋ, ਐਂਡ ਕੈਪਟਨ ਸਾਹਿਬ ਕਹਿੰਦੇ ਸੀ ਵੀ ਆਪਣੇ ਨਾਲ ਹੀ ਨੇ, ਈਵਨ ਕਿਉਂਕਿ ਧਰਮਸੋਤ ਸਾਹਿਬ ਵੀ ਕਹਿੰਦੇ ਵੀ ਆਪਾਂ ਦੇ ਨਾਲ ਖੜੇ ਆ। ਕਿਹਨਾਂ ਦੇ? ਇਹ ਤੇ ਹੁਣ ਉਦੋਂ ਦੱਸਣਗੇ ਨਾ ਜਿੱਦਣ ਆਉਣਗੇ। ਨਹੀਂ, ਦੇਖੋ, ਆਪਾਂ ਨਹੀਂ ਕਹਿੰਦੇ, ਉਹਨਾਂ ਦਾ ਕੰਮ ਬੜਾ ਸਿੱਧਾ ਹੀ। ਮੈਂ ਇੱਕ ਗੱਲ ਕਹਿ ਦੇਣਾ ਕਿ ਜਿੱਧਰ ਜਾਣ ਅਸੀਂ ਉਸ ਪਾਰਟੀ ਨੂੰ ਕਹਿੰਦੇ ਹਾਂ ਕਿ ਤੁਸੀਂ ਜਿੱਧਰ ਮਰਜ਼ੀ ਲਾਓ, ਚਾਹੇ ਉਹ ਕਾਂਗਰਸ 'ਚ ਹੀ ਰਹਿਣ, ਨਾ ਨੀ ਪੱਥਰ ਦੇ ਵੱਡਾ ਕਰਕੇ ਲਿਖਾਉਣਾ ਬਾਈ। ਹਾਂ, ਨਹੀਂ ਤੇ ਫਿਰ ਉਹ ਗੁੱਸਾ ਕਰ ਜਾਂਦੇ। ਇਹ ਗੱਲ ਜ਼ਰੂਰੀ ਹੈ। ਚਲੋ, ਇਹ ਤੇ ਗੱਲ ਹੋ ਗਈ, ਨਿਬੜ ਗਈ। ਬਾਕੀ ਇੱਦਾਂ ਹੈ ਵੀ ਇੱਕ ਜਿਹੜਾ ਰੌਲਾ ਅਕਾਲੀ ਦਲ 'ਚੋਂ ਵੱਡੇ ਲੀਡਰ ਦਾ ਪੈਂਦਾ ਸੀ, ਸਿਕੰਦਰ ਸਿੰਘ ਮਲੂਕਾ ਹੋਰਾਂ ਦਾ, ਵੀ ਸ਼ਾਇਦ ਉਹ ਵੀ ਜਾ ਰਹੇ ਬੀਜੇਪੀ 'ਚ। ਉਹਨਾਂ ਤੇ ਨਹੀਂ, ਪਰ ਉਹਨਾਂ ਦੇ ਪੁੱਤਰ ਨੇ ਆਣ ਕੇ ਗੱਲ ਕਲੀਅਰ ਕੀਤੀ, ਕਹਿੰਦੇ ਇੱਦਾਂ ਦੀ ਗੱਲ ਕੋਈ ਨਹੀਂ, ਐਵੇਂ ਬਦਨਾਮ ਨਾ ਕਰੋ, ਪਾਰਟੀ ਦੇ ਨਾਲ ਖੜੇ ਆ, ਪੱਕੇ ਅਕਾਲੀ ਆ ਤੇ ਆਪਾਂ ਕਿਤੇ ਨਹੀਂ ਚੱਲੇ। ਦੇਖੋ, ਚਰਚਾ ਤਾਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ, ਇੱਕ ਵਾਰੀ ਚੰਦੂ ਮਾਜਰਾ ਸਾਹਿਬ ਦੀ ਵੀ ਚਲਾਤੀ ਸੀ, ਉਹਨਾਂ ਨੇ ਵੀ ਖੁਦ ਆ ਕੇ ਕਹਿ ਦਿੱਤਾ ਕਿ ਇੱਦਾਂ ਦੀ ਗੱਲ ਨਹੀਂ। ਚਰਚਾ ਤਾਂ ਵਿਜੇ ਇੰਦਰ ਸਿੰਗਲਾ ਸਾਹਿਬ ਦੀ ਚਲਾਤੀ ਸੀ, ਮੌਜੂਦਾ ਕੈਬਨਿਟ ਮੰਤਰੀ ਨੇ, ਪਿਛਲੀ ਸਰਕਾਰ 'ਚ ਵੀ ਕੈਬਨਿਟ ਮੰਤਰੀ ਸੀ, ਤੇ ਉਹਨਾਂ ਵੀ ਮੂਹਰੇ ਆ ਕੇ ਸਪਸ਼ਟ ਕੀਤਾ, ਕਹਿੰਦੇ ਕਿਆ ਗੱਲਾਂ ਨੇ, ਇਹ ਗੱਲਾਂ ਹੀ ਕਿਆ ਨੇ। ਕਾਂਗਰਸ ਪਾਰਟੀ 'ਚ ਹੈਗੀਆਂ, ਟਿਕਟਾਂ ਦਿੱਤੀਆਂ, ਐਮਪੀ ਬਣਾਇਆ, ਐਮਐਲਏ ਬਣਾਇਆ, ਕੈਬਨਿਟ ਮੰਤਰੀ ਬਣਾਇਆ, ਕਾਂਗਰਸ ਛਾਂ ਤੇ ਕਾਂਗਰਸ 'ਚ ਰਹਾਂਗਾ। ਹਾਂ, ਨਹੀਂ ਮਤਲਬ ਇਹ ਇੱਦਾਂ ਹੀ ਹੁੰਦਾ। ਮੈਂ ਤਾਂ ਕਿਹਾ ਵੀ ਕਿਹਾ ਹੀ ਜਾਂਦਾ ਹੁੰਦਾ, ਬਾਕੀ ਕੁਝ ਪਤਾ ਨਹੀਂ, ਕਿਉਂਕਿ ਸਿਕੰਦਰ ਸਿੰਘ ਮਲੂਕਾ ਹੋਰਾਂ ਨੇ ਜਾਣਾ, ਉਹਨਾਂ ਨੇ ਨਹੀਂ ਇਹ ਗੱਲ ਕੀਤੀ ਵੀ ਮੈਂ ਨਹੀਂ ਜਾ ਰਿਹਾ, ਉਹਨਾਂ ਦੇ ਬੇਟੇ ਨੇ ਕਹੀ ਗੱਲ। ਨਹੀਂ, ਤੁਹਾਨੂੰ ਕਿਹਨੇ ਦੱਸਿਆ? ਉਹਨਾਂ ਦੇ ਬੇਟੇ ਨੇ। ਨਹੀਂ, ਉਹ ਤੋਂ ਪਹਿਲੀ ਗੱਲ ਕਿਹੜੀ ਵੀ ਜਾਣਾ? ਚਰਚਾ ਚੱਲਦੀ ਸੀ, ਚਰਚਾ ਦੀ ਗੱਲ। ਓਕੇ, ਫਿਰ ਠੀਕ ਹੈ। ਨਹੀਂ, ਪਰ ਸਵਾਲ ਇਹ ਕਿੱਥੇ ਹੈ, ਕਿਉਂਕਿ ਹੁਣ ਜਦੋਂ ਬੰਦਾ ਕਹਿੰਦਾ ਵੀ ਯਾਰ ਜੇ ਉਹਨਾਂ ਨੇ ਆ ਕੇ ਕਹਿ ਦਿੱਤਾ ਫਿਰ ਠੀਕ ਹੀ ਹੋਣੀ ਗੱਲ। ਪਰ ਕਾਰਨ ਇਹ ਵੀ ਜਦੋਂ ਟਿਕਟਾਂ ਦੀ ਵੰਡ ਚੱਲਦੀ ਸੀ ਨਾ, ਉਦੋਂ ਜੋ ਸਿਕੰਦਰ ਸਿੰਘ ਮਲੂਕਾ ਸਾਹਿਬ ਇੱਦਾਂ ਕਰ ਗਿਆ ਵੀ ਨਹੀਂ, ਉਹ ਫਿਰ ਕਾਕਾ ਆਪੇ ਲੜਦਾ ਰਹੂਗਾ, ਯਾਰ ਮੇਰੀ ਟਿਕਟ ਇੱਥੋਂ ਬਣਦੀ ਹੈ। ਦੇਖੋ, ਮੈਨੂੰ ਨਹੀਂ ਪਤਾ ਵੀ ਇਹ ਗੱਲ ਕਿੱਥੋਂ ਚੱਲੀ ਹੈ, ਪਰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਆਪਦੀ ਗੱਲ ਆਪ ਹੀ ਦੱਸੋ। ਉਹਦਾ ਕਾਰਨ ਕੀ ਹੈ ਕਿ ਮੁੜ ਕੇ ਬਲਵੰਤ ਸਿੰਘ ਰਾਮੂਵਾਲੀਆ ਸਾਹਿਬ ਕਹਿੰਦੇ ਹੁੰਦੇ ਆ ਬੇਟੀ ਨੇ ਠੀਕ ਨਹੀਂ ਕੀਤਾ। ਵੈਸੇ ਗੱਲ ਹੀ ਆ। ਆਹੋ, ਇਹ ਵੀ ਚਲੋ ਕੱਲ੍ਹ ਨੂੰ ਕਿਹਾ ਆਪਾਂ ਕਿਸੇ ਦੀ ਗੱਲ ਆਪਾਂ ਕਹਿੰਦੇ ਲੋੜ ਨਹੀਂ, ਆਪਾਂ ਹੁਣ ਲੋੜ ਪਈ ਆ ਭਾਈ। ਚਲੋ, ਪਰ ਉੱਦਾਂ ਪੰਜਾਬ ਦੇ ਲੋਕ ਤਿਆਰ ਰਹਿਣ। ਕਾਪੀ ਦੇ ਉੱਤੇ ਜਿੱਥੇ ਵੀ ਤੁਸੀਂ ਕਿਸੇ ਸਿਆਸੀ ਪਾਰਟੀ ਦਾ ਹਿਸਾਬ ਕਰਨਾ, ਥੱਲੇ 3-4 ਲਾਈਨਾਂ ਖਾਲੀ ਛੱਡਣੀਆਂ। ਕੀ ਪਤਾ ਕਿੱਥੋਂ ਕੀ ਕੱਟ ਕੇ ਕੀ ਲਿਖਣਾ ਪੈ ਜਾਏ, ਕਿਹੜਾ ਨਾਮ। ਹਾਂ, ਅੱਛਾ, ਚਲੋ ਆਪਾਂ ਹੁਣ ਆਈਏ ਜਿਹੜੀ ਇਸ ਵਕਤ ਦੀ ਬੜੀ ਮੁੱਖ ਖਬਰ ਹੈ, ਜਿਹਦਾ ਕਰਕੇ ਬਹੁਤ ਰੌਲਾ ਪਿਆ ਜੀ ਵੀ ਇਹ ਕੀ ਹੋ ਗਿਆ। ਉਹ ਇਹ ਹੋਇਆ ਕਿ ਵੀ ਐਂ ਪਤਾ ਲੱਗਿਆ ਵੀ ਉਧਰੋਂ ਹੁਕਮ ਹੋ ਗਿਆ ਹੈ, ਹੁਕਮ ਤੋਂ ਬਾਅਦ ਪਰਚਾ ਦਰਜ ਹੋ ਗਿਆ ਹੈ, ਤੇ ਪਰਚਾ ਦਰਜ ਹੁੰਦਿਆਂ ਸਾਰਾ ਰੌਲਾ ਪੈ ਗਿਆ। ਦੇਖੋ ਸੰਧਾਲੀਆ ਸਾਹਿਬ, ਇਹ ਜਦੋਂ ਤੁਸੀਂ ਪਰਚੇ ਦੀ ਗੱਲ ਕੀਤੀ ਆ, ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਮੁਹਾਲੀ 'ਚ ਪਰਚਾ ਦਰਜ ਕਰਾਇਆ। ਸਾਰੀਆਂ ਧਿਰਾਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਕਲੀਅਰ ਕੀਤਾ, ਵਿਰੋਧੀ, ਸੱਤਾਧਾਰੀ, ਅਕਾਲੀ, ਕਾਂਗਰਸੀ, ਸਰਕਾਰ ਵਾਲੇ, ਜੇ ਵੋ। ਦੋ ਗੱਲਾਂ ਜਿਹੜੀਆਂ ਕਿ ਸਾਨੂੰ ਚੇਤੇ ਰੱਖਣੀਆਂ ਚਾਹੀਦੀਆਂ ਕਿ ਪੰਜਾਬ 'ਚ ਨਸ਼ਾ ਵਿਕਿਆ ਸੀ ਜਦੋਂ ਅਕਾਲੀ ਭਾਜਪਾ ਸਰਕਾਰ ਸੀ, ਤੇ ਪੰਜਾਬ 'ਚ ਨਸ਼ਾ ਵਿਕਦਾ ਹੈ ਜਦੋਂ ਮੌਜੂਦਾ ਸਰਕਾਰ ਹੈ। ਨਸ਼ਾ ਵਿਕਣਾ ਤਾਂ ਨਹੀਂ ਬੰਦ ਹੋਇਆ। ਬਿਲਕੁਲ ਠੀਕ। ਜੇ ਬੰਦ ਹੋਇਆ ਹੁੰਦਾ ਤਾਂ ਬੰਦੇ ਫੜ ਹੋਣੇ ਬੰਦ ਹੋ ਜਾਂਦੇ, ਸਾਡੇ ਨਿਆਣੇ ਜਿਹੜੇ ਮੁੰਡੇ ਆ ਮਰਨੋਂ ਬੰਦ ਹੋ ਜਾਂਦੇ। ਜੇ ਕੋਈ ਐਸ ਸਰਕਾਰ ਵਾਲਾ ਵੀ ਕਹਿੰਦਾ ਨਾ ਕਿ ਅਸੀਂ ਕੰਮ ਸਾਫ਼ ਕਰ ਦਿੱਤਾ, ਨਾ। ਆ ਪਿਛਲੇ ਦਿਨਾਂ 'ਚ ਹੀ ਪੰਜਾਬ ਦੇ 2 ਪਿੰਡਾਂ ਵਾਲਿਆਂ ਨੇ ਕਿਹਾ ਸੀ ਨਾ ਕਿ ਆਹ ਵੇਚਦੇ ਜੇ, ਇੰਨੀ ਵਾਰੀ ਬੰਦੇ ਫੜਾਏ ਆ, ਇੰਨੀ ਵਾਰੀ ਦਰਖਾਸਤਾਂ ਦਿੱਤੀਆਂ, ਇੰਨੀ ਵਾਰੀ ਬੰਦੇ ਫੜ ਕੇ ਆਪ ਛੱਡ ਕੇ ਆਏ ਤਾਂ ਦੂਜੇ ਦਿਨ ਬੰਦੇ ਇੱਥੇ ਹੁੰਦੇ ਆ। ਉਹਦੇ ਤੋਂ ਬਾਅਦ ਬੰਦੇ ਸਸਪੈਂਡ ਵੀ ਕੀਤੇ ਪੁਲਿਸ ਵਾਲੇ, ਉਹਦੇ ਤੋਂ ਬਾਅਦ ਬਰਖਾਸਤ ਵੀ ਕੀਤੇ, ਸਾਰਾ ਕੁਝ ਕਰਦੇ ਰਹੇ ਨਾ। ਹੁਣ ਇਹਦਾ ਮਤਲਬ ਹੈ ਕਿ
ਇਹ ਗੱਲ ਸੱਚ ਹੈ ਤੇ ਸਾਨੂੰ ਮੰਨ ਕੇ ਚੱਲਣਾ ਪਊਗਾ ਕਿ ਨਸ਼ਾ ਪੰਜਾਬ 'ਚ ਵਿਕਦਾ ਰਿਹਾ ਤੇ ਵਿਕਦਾ ਹੈ। ਥੋੜਾ ਜਿਹਾ ਬਹੁਤ ਹੋਇਆ ਵੱਖਰੀ ਗੱਲ ਹੈ। ਜਦੋਂ ਵਿਕਦਾ ਰਿਹਾ ਤੇ ਪੰਜਾਬ ਦੇ ਬਹੁਤ ਸਾਰੇ ਮੁੰਡੇ, ਬਹੁਤ ਸਾਰਿਆਂ ਦਾ ਮਤਲਬ ਸੈਂਕੜਿਆਂ ਦੀ ਗਿਣਤੀ 'ਚ, ਉਹ ਨਸ਼ੇੜੀ ਹੋਏ, ਵਜ੍ਹਾ ਕਿਸੇ ਦੀ ਵੀ ਹੋਵੇ। ਇਹ ਉਹਨਾਂ ਦੀ ਗਲਤੀ ਹੈ ਕਿ ਉਹ ਨਸ਼ਾ ਕਰਨ ਲੱਗੇ, ਪਰ ਇਹਦੇ ਵਿੱਚ ਉਹਨਾਂ ਦਾ ਕਸੂਰ ਨਹੀਂ ਕਿ ਸਰਹੱਦ ਪਾਰ ਤੋਂ ਲੈ ਕੇ ਆਏ ਜਾਂ ਪੰਜਾਬ 'ਚ ਉਹਨਾਂ ਨੇ ਬਣਾਇਆ ਕਿਸੇ ਹੋਰ ਨੇ, ਜਾਂ ਮੰਗਵਾਇਆ ਕਿਸੇ ਹੋਰ ਨੇ, ਡਿਸਟ੍ਰੀਬਿਊਟ ਕਿਸੇ ਹੋਰ ਨੇ ਕਰਾਇਆ। ਹੁਣ ਜਾਂ ਤਾਂ ਉਹ ਮੁੰਡੇ ਮਰਦੇ ਆ ਜਾਂ ਫੜ ਹੁੰਦੇ ਆ, ਛੋਟੇ ਕਰੀਅਰ ਜਿਹੜੇ ਨੇ ਲੈ ਕੇ ਇੱਧਰ ਉੱਧਰ ਤੁਰੇ ਫਿਰਦੇ ਆ, ਜਾਂ ਛੋਟੇ ਡਾਕੀਏ ਕਹਿ ਲਈਏ, ਨਸ਼ਾ ਤਸਕਰ ਕਹਿ ਲਈਏ। ਵੱਡੇ ਬੰਦੇ ਨਹੀਂ ਫੜ ਹੋਏ, ਕਿਸੇ ਨਾ ਕਿਸੇ ਦਾ ਕਸੂਰ ਹੈਗਾ। ਤੇ ਉਹਦੇ ਤੋਂ ਵੀ ਵੱਡੀ ਗੱਲ ਕਿ ਸਭ ਤੋਂ ਵੱਧ ਕਸੂਰਵਾਰ ਵਕਤ ਦੀਆਂ ਸਰਕਾਰਾਂ, ਹੋਣ ਵਾਲੀਆਂ ਵੀ ਪਿਛਲੀਆਂ ਵੀ, ਜਿਹੜੀਆਂ ਕਿ ਉਹਨਾਂ ਨੂੰ ਫੜ ਨਹੀਂ ਸਕੀਆਂ, ਕਿਉਂਕਿ ਬੜੇ ਘਰ ਨੇ ਪੰਜਾਬ 'ਚ ਜਿਨ੍ਹਾਂ ਦੇ ਘਰ 'ਚ ਨਿਆਣੇ ਆ ਨਹੀਂ, ਬਜ਼ੁਰਗ ਨੇ ਬੈਠੇ। ਉਹ ਹੁਣ ਜਦੋਂ ਖਬਰਾਂ ਸੁਣਦੇ ਹੋਣਗੇ, ਅੱਛਾ ਪਰਚਾ ਹੋ ਗਿਆ, ਫਿਰ ਦੂਜੀ ਵਾਰੀ ਕਹਿੰਦੇ ਅੱਛਾ ਰਿਪੋਰਟ ਦਾਖਲ ਹੋ ਗਈ, ਅੱਛਾ ਰਿਪੋਰਟ ਅਦਾਲਤ ਨੇ ਰੱਦ ਕਰ ਦਿੱਤੀ, ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤਦੀ ਹੋਊਗੀ ਇਹ ਤਾਂ ਉਹੀ ਜਾਣਦੇ। ਕੋਈ ਵੀ ਸਿਆਸਤਦਾਨ ਨਸ਼ੇ ਦੇ ਮੁੱਦੇ ਤੇ ਕੋਈ ਐਕਸ਼ਨ ਲਵੇ, ਕੋਈ ਬਿਆਨ ਦੇਵੇ, ਇਸ ਪੱਖ ਤੋਂ ਨਾ ਦਿਓ ਕਿ ਤੁਹਾਨੂੰ ਲਾਹਾ ਜਾਂ ਤੁਹਾਨੂੰ ਨੁਕਸਾਨ ਕੀ ਹੋਊਗਾ। ਇਸ ਪੱਖ ਨੂੰ ਸੋਚ ਕੇ ਦਿਓ ਕਿ ਪੰਜਾਬ ਦੇ ਹਜ਼ਾਰਾਂ ਪਰਿਵਾਰ ਜਿਹੜੇ ਨਸ਼ਿਆਂ ਦੇ ਕਰਕੇ ਗਰਕ ਗਏ, ਕਿਸੇ ਤੇ ਕਰਜ਼ਾ ਚੜ ਗਿਆ, ਕਿਸੇ ਦੀਆਂ ਜ਼ਮੀਨਾਂ ਵਿਕ ਗਈਆਂ, ਘਰ ਗਹਿਣੇ ਪੈ ਗਏ, ਉਹਨਾਂ ਮਾਂ-ਬਾਪਾਂ ਦੀ ਵੀ ਖਬਰ ਲੈ ਲਿਆ ਕਰੋ ਜਿਨ੍ਹਾਂ ਦੇ ਨਿਆਣੇ ਸਵੇਰੇ ਉੱਠ ਕੇ ਜਾਂਦੇ ਆ ਕਿ ਮੈਂ ਨਸ਼ਾ ਛਡਾਊ ਕੇਂਦਰ 'ਚੋਂ ਗੋਲੀ ਖਾਣ ਚੱਲਿਆ। ਯਾਨੀ ਉਹ ਕੋਈ ਕੰਮ ਕਰਨ ਨਹੀਂ ਚੱਲੇ ਹੁੰਦੇ, ਕੋਈ ਮਾਪਿਆਂ ਦਾ ਸਿਰ ਉੱਚਾ ਕਰਨ ਨਹੀਂ ਚੱਲੇ ਹੁੰਦੇ, ਕਿਉਂਕਿ ਉਹ ਨਰਕ ਦੇ ਵਿੱਚ ਗਰਕ ਗਏ ਆ। ਜੇ ਤਾਂ ਉਧਰਲੇ ਪਾਸੇ ਦੇਖੀਏ ਕਿ ਕੰਮ ਹੋਇਆ, ਇਨਸਾਫ ਕਦੋਂ ਮਿਲਣਾ, ਕਈ ਸਾਲ ਹੋ ਗਏ ਆ, ਆਸਾਂ ਉਸਾਂ ਤਾਂ ਕੋਈ ਨਹੀਂ। ਹੁਣ ਨਵਾਂ ਪਰਚਾ ਹੋਇਆ ਤਾਂ ਸਿਆਸੀ ਤੌਰ ਤੇ ਧਮਾਕੇ ਨੇ। ਨਹੀਂ, ਇਹ ਤਾਂ ਗੱਲ ਹੈਗੀ ਆ। ਬਾਕੀ ਚਲੋ ਆਪਾਂ ਜਿਹਨੇ ਜੋ ਕੁਝ ਕਿਹਾ ਆਪਾਂ ਉਹ ਵੀ ਕਲੀਅਰ ਕਰ ਦਿੰਦੇ ਆਪਣਾ ਕੰਮ ਤੇ ਖਬਰ ਤੱਕ ਦਾ। ਹੁਣ ਜੇ ਆਪਾਂ ਇਸ ਪਰਚੇ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾ ਰਿਐਕਸ਼ਨ ਤੇ ਬਣਦਾ ਸੀਗਾ ਤੇ ਉਹਨਾਂ ਵੱਲੋਂ ਹੀ ਆਇਆ ਸੁਖਬੀਰ ਸਿੰਘ ਬਾਦਲ ਸਾਹਿਬ, ਕਿਉਂਕਿ ਪ੍ਰਧਾਨ ਨੇ ਅਕਾਲੀ ਦਲ ਦੇ, ਤੇ ਉਹ ਕਹਿੰਦੇ ਵੀ ਮੈਂ ਅੱਜ ਦਾ ਥੋੜ੍ਹਾ, ਮੈਂ ਤੇ ਕਿੰਨੇ ਦਿਨਾਂ ਦਾ ਕਹਿਣ ਡਿਆ ਵੀ ਇਹ ਕਦੀ ਕਿਤੇ ਮੀਟਿੰਗਾਂ, ਕਦੀ ਕਿਤੇ ਮੀਟਿੰਗਾਂ, ਕਦੀ ਕਿਤੇ ਮੀਟਿੰਗਾਂ ਕਰਦੇ ਆ। ਤੇ ਅਸਲ ਦੇ ਵਿੱਚ ਇਹਨਾਂ ਨੂੰ ਇਹ ਸੀ ਵੀ ਅਸੀਂ ਇਹ ਸਾਰੇ ਕੁਝ ਦੇ ਵਿੱਚ ਨਾਲ ਲਿਆਉਣਾ, ਤੇ ਉਹਨਾਂ ਨੇ ਲਿਆਂਦਾ। ਪਰ ਕਹਿੰਦੇ ਵੀ ਮੈਂ ਇਹਨੂੰ ਇੱਦਾਂ ਦੇਖਦਾ ਵੀ ਇੱਕ ਤਰ੍ਹਾਂ ਦੀ ਭਾਜੀ ਆ, ਚੈਲੰਜ ਆ, ਤੇ ਚੈਲੰਜ ਅਸੀਂ ਐਕਸੈਪਟ ਕਰਦੇ ਹਾਂ। ਇਹ ਗੱਲ ਕਲੀਅਰ ਆ। ਚਟੋਪਾਧਿਆਏ ਸਾਹਿਬ ਦਾ ਵੀ ਨਾਂ ਉਹਨਾਂ ਨੇ ਲਿਆ, ਕਹਿੰਦੇ ਵੀ ਉਹੀ ਅਫਸਰ ਨੇ ਜਿਨ੍ਹਾਂ ਨੇ ਜਦੋਂ ਪਹਿਲਾਂ ਕੈਪਟਨ ਸਾਹਿਬ ਦੀ ਸਰਕਾਰ ਸੀ ਉਦੋਂ ਵੀ ਸਾਡੇ 'ਤੇ ਇੱਦਾਂ ਕਾਰਵਾਈ ਕੀਤੀ। ਹੁਣ ਦੁਬਾਰਾ ਉਹਨਾਂ ਨੂੰ ਇਸੇ ਕਰਕੇ ਲਿਆਂਦਾ ਸੀ ਵੀ ਇਹਨਾਂ 'ਤੇ ਫੇਕ ਕਾਰਵਾਈ ਕਰਨੀ, ਤੇ ਉਹੀ ਉਹਨਾਂ ਨੇ ਕੀਤਾ। ਖਾਸ ਕਰਕੇ ਜਿਹੜਾ BOI ਯਾਨੀ ਕਿ ਉਹ ਥਾਣੇ ਦੀ ਗੱਲ ਤੁਸੀਂ ਕੀਤੀ ਵੀ ਹੋਰ ਜਦੋਂ ਕਿਸੇ ਨੇ ਕੋਈ ਗੱਲ ਨਹੀਂ ਮੰਨੀ ਤੇ ਉਹਦੇ ਥਰੂ ਪਰਚਾ ਜਿਹੜਾ ਪਾਤਾ ਗਿਆ। ਤੇ ਇਹ ਜਿਸ ਹਿਸਾਬ ਨਾਲ ਪਰਚਾ ਪਾਇਆ ਗਿਆ ਇਹਨੇ ਟਿਕਣਾ ਹੈ ਨਹੀਂ। ਸਰਕਾਰ ਬਦਲਦਿਆਂ ਸਾਰ ਇਕੱਲੇ ਅਫਸਰ ਦਾ ਤੇ ਲੀਡਰ ਦਾ ਅਸੀਂ ਹਿਸਾਬ ਕਰਨਾ, ਇਹ ਉਹਨਾਂ ਦਾ ਵਰਸ਼ਨ ਆ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਕਲੀਅਰ ਸੀ ਕਿ ਜਦੋਂ ਸਰਕਾਰ ਦੇ ਵਿੱਚੋਂ ਮੁੱਖ ਮੰਤਰੀ ਬਦਲਿਆ, ਕੈਪਟਨ ਸਾਹਿਬ ਵੀ ਇਹ ਕਹਿ ਕੇ ਆਏ ਸੀ ਕਿ ਨਸ਼ਾ ਬੰਦ ਕਰਾਂਗੇ ਤੇ ਨਸ਼ਾ ਬੰਦ ਕਰਨ ਦੇ ਨਾਲ ਵੱਡੇ ਬੰਦੇ ਫੜ ਕੇ ਅੰਦਰ ਦੇਵਾਂਗੇ ਜਿਹੜੇ ਕਸੂਰਵਾਰ ਨੇ। ਦੂਸਰੀ ਗੱਲ ਕਿ ਉਹਨਾਂ ਦੇ ਕਾਰਜਕਾਲ 'ਚ ਹੋਇਆ ਕੱਖ ਨਾ। ਉਹਦੇ ਤੋਂ ਬਾਅਦ ਚੰਨੀ ਸਾਹਿਬ ਮੁੱਖ ਮੰਤਰੀ ਬਣੇ। ਤੁਹਾਨੂੰ ਯਾਦ ਹੋਣਾ ਕਿ ਬਾਰ-ਬਾਰ ਇੱਕ ਬੰਦਾ ਇਸ ਮੁੱਦੇ ਤੇ ਰੌਲਾ ਪਾਉਂਦਾ ਸੀ, ਨਵਜੋਤ ਸਿੰਘ ਸਿੱਧੂ, ਕਿ ਭਾਈ ਕਾਰਵਾਈ ਕਰੋ। STF ਦੀ ਰਿਪੋਰਟ ਕਿੰਨੀ ਚਰਚਾ ਦੇ ਵਿੱਚ ਰਹੀ। ਅੱਜ ਤੱਕ ਅਜੇ ਵੀ ਇਹ ਕਲੀਅਰ ਨਹੀਂ ਹੋ ਸਕਿਆ ਕਿ ਉਹ ਖੋਲ੍ਹੀ ਜਾ ਸਕਦੀ ਹੈ, ਕਾਰਵਾਈ ਹੋ ਸਕਦੀ ਹੈ, ਨਹੀਂ ਹੋ ਸਕਦੀ। ਅਕਾਲੀ ਦਲ ਵਾਲਿਆਂ ਨੇ ਕੋਰ ਕਮੇਟੀ ਦੀ ਮੀਟਿੰਗ ਕੀਤੀ ਸੀ ਕਿ ਭਾਈ ਇਲੈਕਸ਼ਨ ਨੇੜੇ ਹੈ, ਕੰਮ ਇਹਨਾਂ ਤੋਂ ਡਿਵੈਲਪਮੈਂਟ ਦੇ ਹੋਏ ਨਹੀਂ, ਇਹ ਹੁਣ ਸਾਡੇ ਇੱਕ ਅੱਧੇ ਬੰਦੇ ਤੇ ਕੋਈ ਕੇਸ ਪਾ ਕੇ ਫੜ ਕੇ ਤਾਂ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਹਟਾਉਣਾ ਚਾਹੁੰਦੇ ਆ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ ਦੀ ਕੋਠੀ ਵੀ ਇਸੇ ਮੁੱਦੇ ਤੇ ਘੇਰਨ ਗਿਆ ਸੀ ਕਿ ਤੁਸੀਂ ਫਸਾਉਣਾ ਚਾਹੁੰਦੇ ਹੋ। ਕਈ ਵਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਆਖਿਆ ਸੀ ਕਿ ਅਫਸਰ ਸਾਨੂੰ ਦੱਸ ਦਿੰਦੇ ਆ। ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਤੇ ਉਹ ਸਿੱਧੂ ਸਾਹਿਬ ਦਾ ਵੀ ਨਾਂ ਲੈਂਦੇ ਕਿ ਅਫਸਰਾਂ ਨੂੰ ਦਬਾਅ ਪਾਉਂਦੇ ਆ ਕਿ ਇਹਨਾਂ ਦੇ ਉੱਤੇ ਪਰਚਾ ਬਣਾਓ, ਕਿਸੇ ਤਰੀਕੇ ਬਣਾਓ। ਹੁਣ ਉਹ ਕਈ ਹਫ਼ਤੇ ਪਹਿਲਾਂ ਦੇ ਲੱਗ ਪਏ ਸੀ ਕਿ ਸਾਨੂੰ ਸ਼ਿਕਾਰ ਬਣਾਉਣਾ ਚਾਹੁੰਦੇ ਆ। ਉਹਦੇ ਤੋਂ ਬਾਅਦ ਇਹ ਵੀ ਗੱਲ ਕਲੀਅਰ ਸੀ ਕਿ ਜਦੋਂ DGP ਲੱਗ ਗਏ ਕਾਰਜਕਾਰੀ, ਇਕਬਾਲਪ੍ਰੀਤ ਸਿੰਘ ਸਹੋਤਾ ਤੇ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ, ਲੋਕ ਵੀ ਸਵਾਲ ਪੁੱਛਣ ਲੱਗ ਪਏ ਸੀ ਕਾਰਵਾਈ ਕਿਉਂ ਨਹੀਂ ਕਰਦੇ। ਚੰਨੀ ਸਾਹਿਬ ਵੀ ਕਹਿੰਦੇ ਸੀ ਕਰਾਂਗੇ, ਰੰਧਾਵਾ ਸਾਹਿਬ ਵੀ ਕਹਿੰਦੇ ਸੀ ਕਰਾਂਗੇ, ਕਦੋਂ ਨੂੰ ਕਰਾਂਗੇ ਸਮਝ ਨਹੀਂ ਸੀ ਆਉਂਦੀ। ਇਹ ਗੱਲ ਉਦੋਂ ਕਲੀਅਰ ਹੋ ਗਈ ਸੀ ਜਦੋਂ ਚਟੋਪਾਧਿਆਏ ਸਾਹਿਬ ਨੂੰ ਕੁਝ ਦਿਨਾਂ ਦੇ ਲਈ ਕਾਰਜਕਾਰੀ DGP ਲਾਇਆ ਕਿ ਭਾਈ ਹੁਣ ਕੁਛ ਨਾ ਕੁਛ ਹੋਊਗਾ। ਪਰ ਇਹ ਅਜੇ ਬੇਸਿਕ FIR ਹੈ। ਜੇ ਕਹੀਏ ਕਿ ਇਹਦੇ ਨਾਲ ਕੋਈ ਬੰਦਾ ਦੋਸ਼ੀ ਕਰਾਰ ਹੋ ਗਿਆ, ਬਿਲਕੁਲ ਨਹੀਂ। ਜੇ ਕਹੀਏ ਕਿ ਇਹਦਾ ਫੈਸਲਾ ਕੱਲ ਹੋ ਜਾਣਾ, ਬਿਲਕੁਲ ਨਹੀਂ। ਹੋ ਸਕਦਾ ਕਿ ਅੱਜ ਅਕਾਲੀ ਦਲ ਵੱਲੋਂ ਜਾਂ ਮਜੀਠੀਆ ਸਾਹਿਬ ਵੱਲੋਂ ਕੋਈ ਬੰਦਾ ਅਦਾਲਤ 'ਚ ਗੱਲ ਕਰਦਾ ਹੈ, ਜਿੱਦਾਂ ਪੰਜਾਬ ਦੀਆਂ ਬੱਸਾਂ ਦਾ ਹੋਇਆ ਉੱਦਾਂ ਕੰਮ ਹੋ ਜਾਏ, ਜਿੱਦਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਰਪਟ ਦਾ ਹੋਇਆ ਉੱਦਾਂ ਕੰਮ ਹੋ ਜਾਏ। ਪਰ ਹੋ ਸਕਦਾ ਹੈ ਸਖਤੀ ਵੀ ਹੋ ਜਾਏ, ਕਿਉਂਕਿ ਅਜੇ ਤਾਂ ਪਤਾ ਲੱਗੂਗਾ ਨਾ। ਬਿਕਰਮ ਸਿੰਘ ਮਜੀਠੀਆ ਸਾਹਿਬ ਸਾਹਮਣੇ ਨਹੀਂ ਆਏ, ਉਹ ਕੁਝ ਨਹੀਂ ਬੋਲੇ।
ਹੁਣ ਕਈ ਤਰ੍ਹਾਂ ਦੀਆਂ ਗੱਲਾਂ ਨੇ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਲੀਅਰ ਕਿਹਾ, ਉਹ ਕਹਿੰਦੇ ਜੀ ਕੰਮ ਗਲਤ ਹੋਇਆ। 3 ਬੰਦਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਸਰਕਾਰ ਆ ਲੈਣ ਦਿਓ, ਦਿਨ 10 ਰਹਿ ਗਏ ਆ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੌਜੂਦਾ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਧਿਆਏ ਹੋਰਾਂ ਦੇ ਉੱਤੇ ਪਰਚੇ ਕਰਾਂਗੇ ਕਿ ਇਹਨਾਂ ਨੇ ਗਲਤ ਤਰੀਕੇ ਦੇ ਨਾਲ ਲਾਹਾ ਲੈਣ ਦੇ ਲਈ ਆਹ ਕੰਮ ਕੀਤਾ, ਇਦਾਂ ਦੀ ਗੱਲ ਕੋਈ ਨਹੀਂ। ਦੂਸਰਾ, ਉਹ ਕਹਿੰਦੇ ਸਾਨੂੰ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਪਰਚਾ ਹੋ ਗਿਆ ਹੋ ਗਿਆ। ਇਹ ਪਰਚੇ ਕਿਤੇ ਪਹਿਲੀ ਵਾਰੀ ਹੋਏ ਆ, ਕਿੰਨੀ ਵਾਰੀ ਅੱਜ ਤੱਕ ਪਰਚੇ ਹੋਏ। ਪਰ ਅਕਾਲੀ ਦਲ ਨੇ ਜਿਸ ਤਰੀਕੇ ਲੋਕਾਂ ਦੇ ਵਿੱਚ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਭਾਈ ਕੀਤਾ ਹੀ ਗਲਤ ਹੈ, ਇਦਾਂ ਦੀ ਕੋਈ ਗੱਲ ਹੋ ਹੀ ਨਹੀਂ ਸਕਦੀ। ਪਰ ਦੂਜੇ ਪਾਸੇ ਇੱਕ ਸਟੈਂਡ ਹੋਰ ਬਹੁਤ ਕਲੀਅਰ ਕਰਨ ਵਾਲਾ, ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ। ਉਹਨਾਂ ਨੇ ਸਾਫ਼ ਹੀ ਕਹਿਤਾ, ਉਹ ਕਹਿੰਦੇ ਪਰਚਾ ਗਲਤ ਹੋਇਆ, ਪਰਚਾ ਗਲਤ ਹੋਇਆ, ਸਬੂਤ ਕੋਈ ਨਹੀਂ। ਉਹ ਕਹਿੰਦੇ ਮੈਂ ਮੁੱਖ ਮੰਤਰੀ ਰਿਹਾ, ਮੈਨੂੰ ਸਾਰਾ ਪਤਾ, ਇੱਕ ਦਿਨ ਵੀ ਇਹ ਪਰਚਾ ਟਿਕਣਾ ਨਹੀਂ, ਭਲਕੇ ਅਗਲੇ ਅਦਾਲਤ ਦੇ ਵਿੱਚ ਚਲੇ ਗਿਆ ਤਾਂ ਕੰਮ ਖਤਮ ਹੋ ਜਾਣਾ। ਉਹ ਕਹਿੰਦੇ ਕੰਸਟੀਟਿਊਸ਼ਨ ਸੰਵਿਧਾਨਾਂ ਦੀ ਕੋਈ ਚੀਜ਼ ਹੀ ਨਹੀਂ, ਕਾਨੂੰਨਾਂ ਦੀ ਕੋਈ ਚੀਜ਼ ਹੀ ਨਹੀਂ, ਤੁਸੀਂ ਕਿਸੇ ਦੇ ਉੱਤੇ ਵੀ ਪਰਚਾ ਪਾ ਦਿਓਗੇ। ਜਾਣੀ ਜਿਹੜੀ ਗੱਲ ਲੱਗਦੀ ਸੀ ਕਿ ਭਾਈ ਅੱਜ ਪਰਚਾ ਹੋ ਗਿਆ ਤੇ ਸਵਾਲ ਉੱਠਣਗੇ ਕੈਪਟਨ ਸਾਹਿਬ ਤੁਸੀਂ ਨਹੀਂ ਕੀਤਾ, ਤੇ ਉਹਦਾ ਜਵਾਬ ਉਹਨਾਂ ਨੇ ਪਹਿਲਾਂ ਹੀ, ਪਰ ਜਿੰਨਾ ਕਲੀਅਰ ਕੱਟ ਸਟੈਂਡ ਉਹਨਾਂ ਨੇ ਲੈ ਲਿਆ ਕਿ ਪਰਚਾ ਬਣਦਾ ਹੀ ਨਹੀਂ ਸੀ, ਗਲਤ ਹੈ, ਸਬੂਤ ਹੀ ਕੋਈ ਹੈ ਨਹੀਂ, ਮੈਂ ਮੁੱਖ ਮੰਤਰੀ ਰਿਹਾ, ਇਹ ਕਾਨੂੰਨਾਂ ਨੂੰ ਪਰੇ ਕਰਕੇ ਨਿਯਮਾਂ ਨੂੰ ਛਿੱਕੇ ਟੰਕੇ ਕੀਤਾ ਜਾ ਰਿਹਾ। ਲੋਕ ਹੈਰਾਨ ਨੇ। ਨਹੀਂ, ਹੈਰਾਨ ਤਾਂ ਹੈਗੇ ਨੇ। ਇਹਦਾ ਜਵਾਬ 2 ਬੰਦਿਆਂ ਦੀਆਂ ਗੱਲਾਂ 'ਚ ਨਿਕਲਦਾ। ਕਿੱਦਾਂ? ਪਹਿਲਾ ਤੇ ਜਵਾਬ ਇਹ ਨਿਕਲਦਾ ਕਿ ਜਦੋਂ ਮੁੱਖ ਮੰਤਰੀ ਸੀਗੇ ਕੈਪਟਨ ਸਾਹਿਬ, ਤੇ ਉਹਨਾਂ ਦੇ ਨਾਲ ਹੀ ਮੰਤਰੀ ਸੀਗੇ ਜਿਹੜੇ ਕਿ ਇਸ ਵਕਤ ਗ੍ਰਹਿ ਮੰਤਰੀ ਨੇ, ਉਪ ਮੁੱਖ ਮੰਤਰੀ ਰੰਧਾਵਾ ਸਾਹਿਬ। ਉਹਨਾਂ ਨੂੰ ਪੁੱਛ ਲਿਆ ਵੀ ਕੈਪਟਨ ਸਾਹਿਬ ਤਾਂ ਇਦਾਂ ਕਹਿੰਦੇ ਆ। ਉਹ ਕਹਿੰਦੇ ਇਸੇ ਚੀਜ਼ ਦਾ ਤੇ ਰੌਣਾ ਸੀ, ਰੋਣਾ ਸੀਗਾ। ਕਹਿੰਦੇ ਮੈਂ ਚਿੱਠੀਆਂ ਲਿਖਦਾ ਰਿਹਾ, ਮੈਂ ਵਾਰ-ਵਾਰ ਪੁੱਛਦਾ ਰਿਹਾ ਵੀ ਕੈਪਟਨ ਸਾਹਿਬ ਆਹ ਗੱਲ ਹੈ, ਇਦਾਂ ਗੱਲ ਹੈ, ਤੁਸੀਂ ਅੱਗੇ ਦੱਸੋ ਤੇ ਸਹੀ ਵੀ ਕਰਨਾ ਕੀ। ਲੈ ਵੀ ਕਹਿੰਦੇ ਜਵਾਬ ਤਾਂ ਦੂਰ ਦੀ ਗੱਲ, ਚਿੱਠੀ ਦਾ ਕੋਈ ਦੱਸਿਆ ਅਤਾ ਪਤਾ ਵੀ ਨਹੀਂ ਦੱਸਿਆ ਵੀ ਹੈਗੀ ਆ ਕਿ ਨਹੀਂ ਹੈਗੀ। ਹੁਣ ਉਹ ਸਾਰਾ ਕੁਛ ਜੇ ਉਦੋਂ ਤੱਕ ਉਹ ਕਰਦੇ ਰਹੇ ਆ, ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ, ਤੇ ਫਿਰ ਜਦੋਂ ਬਾਹਰ ਲੋਕ ਸਾਨੂੰ ਗੱਲਾਂ ਕਰਦੇ ਸੀ ਵੀ ਕੋਈ ਰਲਿਆ, ਕੋਈ ਮਿਲਿਆ, ਕੋਈ ਆਪਸ 'ਚ ਹੈਗੀ ਗੱਲ ਤੇ ਦੱਸੋ, ਕਹਿੰਦੇ ਵੀ ਉਹ ਹੁਣ ਸਾਰਾ ਕੁਛ ਤੁਸੀਂ ਆਪ ਦੇਖ ਲਿਆ। ਰਹੀ ਗੱਲ ਕਹਿੰਦੇ ਵੀ ਆਹ ਜਿਹੜਾ ਇਲਜ਼ਾਮ ਲੱਗਦਾ ਧੱਕੇ ਨਾ ਕੀਤਾ ਇਹ ਵੋ, ਅਸੀਂ ਜੋ STF ਨੇ ਕਿਹਾ ਉਹਦੇ ਆਧਾਰ ਦੇ ਉੱਪਰ ਉਹ ਜਿਵੇਂ ਜਿਵੇਂ ਬਣਦੀ ਕਾਰਵਾਈ ਉਸ ਹਿਸਾਬ ਨਾਲ ਉਹ ਕਰ ਰਹੇ ਹਾਂ। ਬਾਕੀ ਤੁਸੀਂ ਆਉਣ ਵਾਲੇ ਟਾਈਮ 'ਚ ਦੇਖ ਲਓ ਵੀ ਇਹਦਾ ਹੱਲ ਕੀ ਨਿਕਲਦਾ। ਮੈਂ ਅੱਜ ਕਹਾਂ ਵੀ ਇਹ ਗਲਤ ਆ ਸਹੀ ਆ, ਉਹ ਬਣਦਾ ਨਹੀਂ। ਇਹ ਤਾਂ ਹੋਗਾ ਉਹਨਾਂ ਦਾ ਵਰਸ਼ਨ। ਦੂਸਰਾ, ਕੈਪਟਨ ਸਾਹਿਬ ਜਿਹੜੀ ਪਾਰਟੀ ਦੇ ਨਾਲ ਗੱਠਜੋੜ ਕਰ ਰਿਹਾ, ਆਪਾਂ ਹੁਣੇ ਗੱਲ ਕਰ ਰਹੇ ਹਾਂ ਟਰੈਕਟਰ ਟਰਾਲੀ ਵਾਲੀ, ਇਹ ਤਾਂ ਅਜੇ ਟਰਾਲੀ 'ਚ ਨਹੀਂ ਨਾ। ਟਰੈਕਟਰ ਵਾਲੀ ਪਾਰਟੀ ਦੇ ਵਿੱਚ ਗਜਿੰਦਰ ਸਿੰਘ ਸ਼ੇਖਾਵਤ ਸਾਹਿਬ ਕੋਲ ਸਟੀਅਰਿੰਗ ਹੈ ਇਸ ਵਕਤ, ਜਿਹੜੀ ਚਲਾਉਂਦੇ ਨੇ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਵੀ ਤੇ ਬਣਦਾ ਹੀ ਸੀ ਭਾਈ ਸਾਹਿਬ, ਅਸੀਂ ਤੇ ਕਹਿੰਦੇ ਵੀ ਚਲੋ ਕਾਰਵਾਈ ਹੋਈ, ਭਾਵੇਂ ਦੇਰ ਨਾ ਹੋਈ, ਵੀ ਕਾਰਵਾਈ ਹੋਈ ਹੈ ਨਾ। ਵੀ ਉਹਨੂੰ ਜਾਇਜ਼ ਮਤਲਬ ਦੱਸੀ ਜਾਂਦੇ ਆ, ਉਧਰੋਂ ਰੰਧਾਵਾ ਸਾਹਿਬ ਜਾਇਜ਼ ਦੱਸੀ ਜਾਂਦੇ ਆ, ਵਿਚਾਲੇ ਕੈਪਟਨ ਸਾਹਿਬ ਕਹਿੰਦੇ ਆ ਵੀ ਬਿਲਕੁਲ ਗਲਤ ਹੋ ਗਿਆ। ਨਹੀਂ, ਇਹ ਬਹੁਤ ਧਿਆਨ ਨਾਲ ਦੇਖਣ ਵਾਲੀ ਗੱਲ ਹੈ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਗੱਲ ਹੋਰ ਕਹੀ, ਉਹ ਕਹਿੰਦੇ ਕਿ ਮਜੀਠੀਆ ਸਾਹਿਬ ਨੂੰ ਗ੍ਰਿਫਤਾਰ ਕਰਾਂਗੇ, ਜਿੱਦਾਂ ਪਹਿਲਾਂ ਹੀ ਨਸ਼ੇ ਵਾਲੇ ਬਾਕੀ ਬੰਦੇ ਨੂੰ ਅਸੀਂ ਫੜਦੇ ਹਾਂ, ਕਿਹੜਾ ਪਹਿਲੀ ਵਾਰੀ ਕੋਈ ਗੱਲ ਨਹੀਂ, ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ, ਤੁਸੀਂ ਦੇਖੀ ਜਾਓ, ਅਸੀਂ ਤਾਂ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਪਗਾਉਣਾ ਹੈ। ਧਿਆਨ ਰੱਖਣ ਵਾਲੀ ਕਿਹੜੀ ਗੱਲ ਹੈ ਕਿ ਕਈ ਵਾਰੀ ਇਹ ਕਿਹਾ ਅੱਧੀ ਰਾਤ ਨੂੰ ਪਰਚਾ ਹੋ ਗਿਆ, 48 ਸਫ਼ਿਆਂ ਦੀ FIR ਹੈ। 48 ਸਫ਼ੇ, ਬਹੁਤ ਘੱਟ ਪੰਜਾਬੀ ਹੋਣਗੇ ਜਿਹੜੇ 48 ਸਫ਼ੇ ਹਫ਼ਤੇ 'ਚ ਪੜ੍ਹਦੇ ਆ ਕਿਸੇ ਵੀ ਚੀਜ਼ ਦੇ। ਕੋਈ ਕਿਤਾਬ 48 ਜਾਣੀ ਕੋਈ ਵੀ ਚੀਜ਼, ਮੈਂ ਕਹਿੰਦਾ ਟਿੱਪਣੀਆਂ ਕਰ ਦਿਓ ਕਿ ਤੁਸੀਂ 48 ਸਫ਼ੇ ਆਖਰੀ ਵਾਰੀ ਕਦੋਂ ਪੜ੍ਹੇ ਸੀ। ਉਹ 48 ਸਫ਼ੇ ਲਿਖੇ ਆ, ਕੋਈ ਧਾਰਾ ਲਾਈ ਹੈ, ਗਲਤ ਲਾਈ ਹੈ, ਸਹੀ ਲਾਈ, ਉਹ ਅਦਾਲਤ ਨੇ ਦੇਖਣਾ। ਅਸੀਂ ਕੋਈ ਦੇਖਣ ਵਾਲੇ, ਅਸੀਂ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ, ਅਸੀਂ ਕਿਸੇ ਨੂੰ ਬੇਦੋਸ਼ਾ ਨਹੀਂ ਕਹਿੰਦੇ। 48 ਸਫ਼ਿਆਂ ਦੀ FIR ਹੈ। ਇਹਦੇ ਤੋਂ ਇਲਾਵਾ ਪਤਾ ਲੱਗਾ ਕਿ ਜਦੋਂ ਨਵੇਂ ਐਡਵੋਕੇਟ ਜਨਰਲ ਬਣੇ ਆ ਪਟਵਾਲੀਆ ਸਾਹਿਬ, ਉਹਨਾਂ ਨੂੰ ਵੀ ਕੇਸ ਸ਼ਾਇਦ ਰੈਡੀ ਕਰਕੇ ਭੇਜਿਆ ਗਿਆ ਸੀ ਕਿ ਭਾਈ ਦੇਖੋ ਹਿਸਾਬ ਕਿਤਾਬ ਕਿੱਦਾਂ ਆ। ਫਿਰ ਉਹਨਾਂ ਨੇ ਮੁੜ ਕੇ ਆਖਿਆ ਹੋਊਗਾ, ਤੇ ਉਹਦੇ ਤੋਂ ਬਾਅਦ ਫਿਰ ਅੱਧੀ ਕਰਾਤੀ ਜਿਹੜੀ FIR ਦਰਜ ਹੋਈ ਹੈ। ਹੁਣ ਚਰਚਾ ਇਹ ਚੱਲਦੀ ਹੈ ਕਿ ਮਜੀਠੀਆ ਸਾਹਿਬ ਦੇ ਨਾਲ ਜਿਹੜੇ ਪੰਜਾਬ ਪੁਲਿਸ ਦੇ ਜਵਾਨ ਸੀ ਉਹ ਹੈ ਨਹੀਂ ਗੇ ਨਾਲ, ਕੇਂਦਰੀ ਸੁਰੱਖਿਆ ਬਲ ਹੈਗੇ ਆ, ਉਹ ਕਿੱਥੇ ਨੇ, ਕਦੋਂ ਸਾਹਮਣੇ ਆਉਂਦੇ ਆ, ਕੀ ਅਦਾਲਤ ਤੋਂ ਜਦੋਂ ਕੋਈ ਰਾਹਤ ਮਿਲੂਗੀ ਉਦੋਂ ਆਉਂਦੇ ਆ, ਕੁਝ ਨਹੀਂ ਪਤਾ। ਪਰ ਇੱਕ ਪੇਚ ਫੇ ਫਸ ਗਿਆ। ਹੰਦਾਲੀਆ ਸਾਹਿਬ, ਜਿਹੜਾ ਆਮ ਬੰਦਾ, ਮੈਂ ਤੁਹਾਡੀ ਗੱਲ ਨਹੀਂ ਕਰਦਾ, ਮੈਂ ਹੱਥ ਜੋੜੇ, ਆਮ ਬੰਦੇ ਦੀ, ਮੈਂ ਆਪ ਦੀ, ਆਪਣੇ ਪਰਿਵਾਰ ਦੇ ਮੈਂਬਰਾਂ ਦੀ ਗੱਲ ਕਰਦਾ। ਕਰੋ। ਹਾਂਜੀ, ਸਾਡੀ ਗੱਲ ਤੁਸੀਂ ਕਰ ਵੀ ਨਹੀਂ ਸਕਦੇ ਤੁਹਾਡੀਆਂ ਹੀ ਰੋਜ਼ ਕਰਦੇ ਆ। ਆਮ ਬੰਦਾ ਜਿਹੜਾ ਸਵੇਰ ਨੂੰ ਸਾਈਕਲ ਤੇ ਨਿਆਣੇ ਛੱਡਣ ਜਾਂਦਾ ਜੀ, ਜਿਹਨੂੰ ਐਂ ਲੱਗਦਾ ਕਿ ਅੱਜ ਭਾਈ ਧੁੰਦ ਬਹੁਤ ਪਈ ਆ ਤੇ ਮੈਂ ਸਕੂਟਰ ਦੇ ਉੱਤੇ ਲੋਈ, ਕਈਆਂ ਕੋਲ ਲੋਈ ਵੀ ਨਹੀਂ ਹੁੰਦੀ, ਡੱਬੀਆਂ ਵਾਲੀ ਖੇਸੀ ਹੁੰਦੀ ਹੈ, ਇੱਕ ਉਹਦਾ ਝੁੰਬ ਜਿਹਾ ਮਾਰ ਕੇ ਚੱਲ ਜਾਵਾਂ, ਗਿੱਲੀ ਹੋ ਗਈ, ਇੱਕ ਹੋਰ ਕੱਪੜੇ ਵਿੱਚ ਰੱਖ ਹੁੰਦਾ ਨਾ। ਜਿਹੜਾ ਫੈਕਟਰੀ 'ਚ ਕੰਮ ਕਰਦਾ, ਕਿਤੇ ਸਕੂਲ 'ਚ ਪੜ੍ਹਾਉਂਦਾ ਹੀ, ਬੇਰੁਜ਼ਗਾਰ, ਕੋਈ ਟੈਂਕੀ ਤੇ ਬੈਠਾ ਹੀ, ਉਹਨੂੰ ਚੱਕਰ ਆਉਣ ਲੱਗ ਪੈਂਦੇ। ਉਹ ਮੋਬਾਈਲ ਟਾਵਰ ਤੇ ਚੜ੍ਹਿਆ ਨੂੰ ਕੋਈ ਫਰਕ ਨਹੀਂ, ਹੁਣ ਚੱਕਰ ਆਉਣ ਲੱਗ ਪੈਂਦੇ ਕਿ ਹੋਇਆ ਕੀ ਹੈ। ਆਪਾਂ ਪਿਛਲੇ ਦਿਨੀ ਇੱਕ ਗੱਲ ਸੁਣੀ ਸੀ
ਕਿ ਪੰਜਾਬ ਦੇ ਐਡਵੋਕੇਟ ਜਨਰਲ ਹੋਰਾਂ ਨੇ ਕਿਹਾ ਕਿ STF ਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਸਕਦੀ ਹੈ, ਹਾਈ ਕੋਰਟ ਦੀ ਮਨਜ਼ੂਰੀ ਹੈ, ਉਹਨਾਂ ਰੋਕਿਆ ਹੀ ਨਹੀਂ। ਹਾਈ ਕੋਰਟ ਨੇ ਕਿਹਾ ਸੀ ਕਿ ਤੁਸੀਂ ਕਾਰਵਾਈ ਕਰਦੇ ਕਿਉਂ ਨਹੀਂ, ਬੜਾ ਕੁਝ ਹੋਇਆ ਨਾ, ਕਲੀਅਰ ਹੋ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅੱਜ ਫਿਰ ਕਿਹਾ ਤਾਂ ਕਹਿੰਦੇ ਉਹ ਤਾਂ ਸੀਲ ਬੰਦ ਹੈ ਰਿਪੋਰਟ, ਖੋਲੀ ਨਹੀਂ ਹੈ ਨਾ। ਹੁਣ ਇਹ ਉਹਨਾਂ ਨੇ ਵੀ ਕਹੀ। ਅੱਛਾ, ਦੂਜਾ ਪਤਾ ਇੱਕ ਹੋਰ ਦਾ ਮੈਨੂੰ ਕੁਦਰਤੀ ਚੇਤਾ ਆ ਗਿਆ। ਇੱਕ ਪ੍ਰੈਸ ਕਾਨਫਰੰਸ ਅਕਾਲੀ ਦਲ ਨੇ ਹੋਰ ਕੀਤੀ, ਜਿਹਦੇ ਵਿੱਚ ਚੰਦੂ ਮਾਇਰਾ ਸਾਹਿਬ ਸੀਗੇ, ਚੀਮਾ ਸਾਹਿਬ ਸੀਗੇ, ਮਹੇਸ਼ਿੰਦਰ ਗਰੇਵਾਲ ਹੋਣੀ ਸੀਗੇ। ਉਹਨਾਂ ਨੇ ਕਿਹਾ ਕਿ ਵੀ ਉਹ ਸੀਲਬੰਦ ਲਿਫਾਫੇ 'ਚ ਰਿਪੋਰਟ ਹੈ, ਇਹਨਾਂ ਨੇ ਜਿਹੜੀ ਆ FIR ਕੀਤੀ ਆ ਉਹਦੇ ਵਿੱਚ ਦੁਬਾਰਾ ਉਹਨੂੰ ਕੋਟ ਕਰੀ ਜਾਂਦੇ ਨੇ। ਇਹਨਾਂ ਕੋਲੇ ਰਿਪੋਰਟ ਕਿੱਥੋਂ ਆ ਗਈ ਜਿਹੜਾ ਉਹਨੂੰ ਕੋਟ ਕਰੀ ਜਾਂਦੇ ਨੇ ਵਿੱਚ? ਨਹੀਂ, ਹੁਣ ਇਹ ਵੀ ਚੱਕਰ ਵਾਲੀ ਗੱਲ, ਮੈਨੂੰ ਲੱਗਦਾ ਸਾਈਕਲ ਵਾਲਾ ਬੰਦਾ ਡਿੱਗ ਪਿਆ ਹੋਣਾ ਨਹੀਂ, ਉਹ ਡਿੱਗ ਪਿਆ ਹੋਣਾ ਨਾ, ਉਹ ਕਿਤੇ ਨਾਨਕਿਆਂ ਨੂੰ ਜਾਂਦਾ ਸਹੁਰਿਆਂ ਨੂੰ ਨਹੀਂ ਚਲ ਗਿਆ ਕਿਤੇ ਨਾ, ਵੈਸੇ ਹੀ ਗੱਲ ਕਰਦੇ। ਚਲੋ, ਕਿਉਂਕਿ ਹਰ ਇੱਕ ਬੰਦੇ ਦਾ ਅੱਗ। ਇੱਥੇ ਇੱਕ ਹੋਰ ਦੇਖੋ ਤੁਸੀਂ, ਜੇ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ ਦਾ ਜ਼ਿਕਰ ਕੀਤਾ ਤਾਂ ਚੰਦੂਮਾਜਰਾ ਸਾਹਿਬ ਤੇ ਉਹਨਾਂ ਦੇ ਬਾਕੀ ਸਾਥੀ ਜਦੋਂ ਗੱਲਬਾਤ ਕਰ ਰਹੇ ਸੀ, ਕਿਉਂਕਿ ਸੈਂਟਰ ਚੰਦੂਮਾਜਰਾ ਸਾਹਿਬ ਸੀ, ਬਹੁਤੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਹੈ ਅਕਾਲੀ ਦਲ ਨੂੰ, ਉਹ ਕਹਿੰਦੇ ਜੀ ਧੱਕਾ ਕੀਤਾ ਜਾ ਰਿਹਾ। ਦੂਸਰੀ ਗੱਲ ਉਹਨਾਂ ਨੇ ਕਹੀ, ਉਹ ਕਹਿੰਦੇ ਚੰਨੀ ਸਾਹਿਬ ਤੁਸੀਂ ਦੇਖੋ ਮੁੱਖ ਮੰਤਰੀ ਹੋ, ਤੁਹਾਡੀਆਂ ਲੱਤਾਂ ਨੇ ਭਾਰ ਝੱਲਣਾ ਹੀ, ਐਵੇਂ ਕਿਸੇ ਦੇ ਚੱਕੇ ਚਕਾਏ ਆ ਕੇ ਨਾ ਇਦਾਂ ਕੰਮ ਕਰੀ ਜਾਓ ਅਫਸਰੋ, ਤੁਸੀਂ ਵੀ ਦੇਖੋ। 2-3 ਵਾਰੀ ਉਹਨਾਂ ਨੇ ਕਿਹਾ ਕਿ ਲੱਤਾਂ ਤੁਹਾਡੀਆਂ ਨੇ ਭਾਰ ਝੱਲਣਾ ਹੀ, ਮੁੜ ਕੇ ਤੁਸੀਂ ਆਹੋ। ਨਹੀਂ, ਇਹ ਜਿਸ ਹਿਸਾਬ ਨਾਲ ਗੱਲ ਵੈਸੇ ਉਹਨਾਂ ਨੇ ਕੀਤੀ ਹੈ, ਇਹ ਤਾਂ ਇਦਾਂ ਹੋ ਗਈ ਗੱਲਬਾਤ ਵੀ ਉਹ ਕਹਿੰਦੇ ਵੀ ਕਲੀਅਰ ਆ ਭਾਈ ਸਾਹਿਬ, ਵੀ ਹੁਣ ਇਹ ਤਾਂ ਜੇ ਹੁਣ ਤੁਸੀਂ ਆ ਗਏ ਹੋ ਤਾਂ ਫਿਰ ਵੇਖੀਏ। ਕਿਉਂਕਿ ਜਿਹੜਾ ਸੁਖਬੀਰ ਬਾਦਲ ਸਾਹਿਬ ਨੇ ਉਹ ਸ਼ਬਦ ਵਰਤਿਆ ਨਾ ਵੀ ਚੈਲੰਜ ਅਸੀਂ ਕਬੂਲਦੇ ਹਾਂ, ਇਹ ਉਹਨਾਂ ਨੂੰ ਪਤਾ ਭਾਈ ਸਾਹਿਬ ਅੱਜ ਆ ਜੇ ਕੱਲ੍ਹ ਆ ਜੇ, ਜਦੋਂ ਸਾਡੇ ਹੱਥ ਡੰਡਾ ਆ ਗਿਆ ਉਦੋਂ ਅਸੀਂ ਫੇਰਾਂਗੇ। ਪਰ ਇੱਕ ਚੀਜ਼ ਜਿਹੜੀ ਉਸੇ ਪ੍ਰੈਸ ਕਾਨਫਰੰਸ ਦੇ ਵਿੱਚੋਂ ਉਹਨਾਂ ਨੇ ਕੱਢ ਕੇ ਸਾਹਮਣੇ ਰੱਖੀ, ਮਹੇਸ਼ਿੰਦਰ ਗਰੇਵਾਲ ਸਾਹਿਬ ਨੇ, ਉਹ ਕਹਿੰਦੇ ਵੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ SSP ਜਦੋਂ ਜਵਾਬ ਦੇ ਗਏ, SSP ਤੋਂ ਵੱਡਾ ਰੁਤਬਾ ਤਾਂ ਹੈ ਨਹੀਂ ਕੋਈ ਜ਼ਿਲ੍ਹੇ 'ਚ, ਵੀ ਯਾਰ ਇਹ ਨਹੀਂ ਉਹ ਬਣਦਾ ਕੇਸ ਵੀਰ, ਅਸੀਂ ਨਹੀਂ ਉਹ ਕਰ ਸਕਦੇ, ਤੁਸੀਂ ਕਰਾ ਲਓ ਜੇ ਤੂੰ ਕਰਾਉਣਾ। ਵੀ ਸਾਰੇ ਬੰਦਿਆਂ ਨੇ ਮੋੜਤੀ। ਉਹ ਵੀ ਜੇ ਕੋਈ ਕਾਨੂੰਨਦਾਨ ਨੇ ਉਹਨਾਂ ਨੂੰ ਵੀ ਕੁਝ ਪਤਾ ਹੋਊਗਾ। ਪਿਛਲੇ ਦਿਨੀ ਫਿਰ ਅਸਥਾਨਾ ਸਾਹਿਬ ਦੀ ਚਿੱਠੀ ਵਾਲੀ ਗੱਲ ਵੀ ਕਰ ਗਏ ਵੀ ਉਸ ਲੈਵਲ ਦੇ ਅਫਸਰ ਨੇ ਵੀ ਕਹਿਦਾ ਵੀ ਵੀਰ ਮੇਰੇ ਉਹ ਆ ਚੱਕ ਲਓ ਵੀਰ, ਬਣਦਾ ਨਹੀਂ। ਇਹ ਕਿਹੜੇ ਹਿਸਾਬ ਨਾਲ ਕਿੱਥੋਂ ਲਿਖਾ ਕੇ ਤੇ ਫਿਰ ਇਹਨਾਂ ਨੇ ਕੇਸ ਪੇਸ਼ ਕਰਤਾ, ਇਹ ਸਮਝੋ ਬਾਹਰ। ਹੁਣ ਸਵਾਲ ਹੈ ਵੀ ਜਿਸ ਹਿਸਾਬ ਨਾਲ ਕੌਨਫੀਡੈਂਸ ਨਾਲ ਅਕਾਲੀ ਦਲ ਕਹਿੰਦਾ ਵੀ ਸਾਨੂੰ ਸਾਰਾ ਕੁਝ ਪਤਾ ਹੈ, ਬਣਦਾ ਕੁਝ ਨਹੀਂ, ਕੈਪਟਨ ਸਾਹਿਬ ਵੀ ਕਹਿੰਦੇ ਵੀ ਮੈਂ ਖੁਦ ਮੁੱਖ ਮੰਤਰੀ ਰਿਹਾ ਯਾਰ, ਬਣਦਾ ਹੀ ਨਹੀਂ। ਤੇ ਦੂਜੇ ਪਾਸੇ ਹੁਣ ਵਾਲੀ ਜਿਹੜੀ ਸਰਕਾਰ ਦੇ ਵਿੱਚ ਬੰਦੇ ਨੇ ਉਹ ਕਹਿੰਦੇ ਵੀ ਸਾਨੂੰ ਕਲੀਅਰ ਕੱਟ ਪਤਾ ਬਣਦਾ। ਉਹ ਸਾਈਕਲ ਵਾਲੇ ਬੰਦੇ ਕੋ ਉੱਠਿਆ ਵੀ ਨਹੀਂ ਜਾਣਦਾ, ਉਹ ਕਹਿੰਦਾ ਵੀ ਮੈਨੂੰ ਬਿਲਕੁਲ ਸਾਹਮਣੇ ਪਾਣੀ ਲਿਆ ਦਿਓ ਮੈਨੂੰ। ਕੋਈ ਤੁਹਾਡੇ ਵਰਗਾ ਬੰਦਾ, ਕਿਉਂਕਿ ਅੱਜ ਕੱਲ੍ਹ ਇਲੈਕਸ਼ਨ ਆ ਤੇ ਤੁਸੀਂ ਵੀ ਰੁਕ ਜਾਂਦੇ ਹੋ, ਬੰਦਾ ਗੁੱਡੀ ਗਿਆ ਉਹ ਚੱਕਦਾ, ਕਹਿੰਦਾ ਚੱਕ ਨਾ ਮੈਨੂੰ, ਉਹ ਕਹਿੰਦਾ ਕਾਹਤੋਂ ਚੱਕ, ਮੈਂ ਭੀੜੇ ਪੈਣੇ, ਕਹਿੰਦਾ। ਉਹਦਾ ਕਾਰਨ ਦੱਸਦਾ ਵੀ ਕਿਉਂ ਡੇ ਪੈਣਾ। ਕਾਰਨ ਦੱਸਣ ਤੋਂ ਪਹਿਲਾਂ 2 ਜ਼ਿਕਰ ਕਰਨੇ ਜ਼ਰੂਰੀ ਨੇ। ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਵੀ ਕਿਹਾ, ਉਹ ਕਹਿੰਦੇ ਕੋਈ ਗੱਲ ਨਹੀਂ, ਇਹ ਪਰਚੇ ਹੋ ਜਾਂਦੇ ਆ ਪਰ ਕੀਤਾ ਧੱਕਾ ਹੀ, ਤੇ ਅਸੀਂ ਪੂਰਾ ਮੁਕਾਬਲਾ ਕਰਾਂਗੇ। ਪ੍ਰਕਾਸ਼ ਸਿੰਘ ਬਾਦਲ ਸਾਹਿਬ 5 ਵਾਰ ਦੇ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਵੀ ਕਿਹਾ, ਕਹਿੰਦੇ ਬਦਲਾਖੋਰੀ ਦੀ ਭਾਵਨਾ, ਬਿਲਕੁਲ ਬਦਲਾਖੋਰੀ ਦੀ ਭਾਵਨਾ ਆ। ਇਦਾਂ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਸੀ। ਇਲੈਕਸ਼ਨ ਦੇ ਨੇੜੇ ਜਾ ਕੇ 4.5 ਸਾਲ ਤੁਸੀਂ ਸੁੱਤੇ ਰਹੇ ਹੋ। ਜੇ ਕੋਈ ਕਸੂਰ ਸੀ ਤਾਂ ਰਿਪੋਰਟ ਤੁਹਾਡੇ ਕੋਲ, ਸਾਰਾ ਕੁਝ ਤੁਹਾਡੇ ਕੋਲ, ਤੁਸੀਂ 4.5 ਸਾਲ ਕਾਰਵਾਈ ਕਿਉਂ ਨਹੀਂ ਕੀਤੀ? ਲੋਕਾਂ ਨੂੰ ਸਾਫ਼ ਨਜ਼ਰ ਆਉਂਦਾ। 3 ਕਹਿੰਦੇ DGP ਬਦਲ ਲਏ, ਫਿਰ ਜਾ ਕੇ ਤੁਹਾਡੇ ਕੋਲੋਂ ਆਹ ਕੰਮ ਹੋਇਆ ਨਹੀਂ। ਪਰ ਇਹ ਦੇਖੋ, ਅਕਾਲੀ ਦਲ ਨੇ ਤਾਂ ਡਿਫੈਂਡ ਕਰਨਾ, ਜਿਹੜੇ ਬੰਦੇ ਕਾਂਗਰਸ 'ਚ ਨੇ ਉਹਨਾਂ ਨੇ ਆਪਣੇ ਵੱਲੋਂ ਕਹਿਣਾ ਵੀ ਸਹੀ ਕੀਤਾ। ਇਹਦੇ 'ਚ ਇੱਕ ਵਿਰੋਧੀ ਧਿਰ ਦੇ ਬੰਦੇ ਵੀ ਹੈਗੇ ਆ, ਰਾਘਵ ਚੱਡਾ ਸਾਹਿਬ। ਨਹੀਂ, ਮੈਂ ਇੱਕ ਮਿੰਟ ਰਾਘਵ ਚੱਡਾ ਸਾਹਿਬ ਤੇ ਬਾਅਦ ਚੋਂ, ਕਿਉਂਕਿ ਬੰਦਾ ਆਪਾਂ ਉੱਠਣ ਨਹੀਂ ਦੇਣਾ ਅੱਜ, ਜਿਹੜਾ ਆਮ ਬੰਦਾ ਆ। ਕਿਉਂਕਿ ਰਾਘਵ ਚੱਡਾ ਹੋਰਾਂ ਨੇ ਤੇ ਗੱਲ ਭਗਵੰਤ ਮਾਨ ਸਾਹਿਬ ਰਹਿ ਗਏ। ਭਗਵੰਤ ਮਾਨ ਸਾਹਿਬ ਦੀ ਕਰ ਲਓ। ਪਰ ਮੈਨੂੰ ਇਹ ਸੀ ਰਾਘਵ ਚੱਡਾ ਸਾਹਿਬ ਨੇ ਜਿਹੜੀ ਸਟੋਰੀ ਸੁਣਾਈ ਉਹ ਅਜੀਬ ਲੱਗਦੀ ਨਾ ਮੈਨੂੰ ਤਾਂ, ਵੀ ਉਹ ਜਿਹੜਾ ਬੰਦਾ ਨੇ ਮਾੜਾ ਜਿਹਾ ਸਿਰ ਚੁੱਕਿਆ ਨਾ ਉਹਨੇ ਬੇਹੋਸ਼ ਵੀ ਹੋਣਾ। ਹਾਂ, ਕਿਉਂਕਿ ਭਗਵੰਤ ਮਾਨ ਹੋਰੀ ਕਹਿੰਦੇ ਜੀ ਦੇਖੋ, ਕਹਿੰਦੇ ਜੋ ਇਹਨੇ ਕੀਤਾ ਉਹ ਹੀ ਉਹਦੇ ਸਾਹਮਣੇ ਆਉਣਾ, ਗੱਲ ਹੀ ਕੋਈ ਨਹੀਂ, ਅਸੀਂ ਤਾਂ ਕਹਿੰਦੇ ਬਹੁਤ ਚਿਰਾਂ ਦੇ ਡਿਮਾਂਡ ਕਰਦੇ ਹਾਂ। ਰਾਘਵ ਚੱਡਾ ਹੋਰਾਂ ਨੇ ਕਿਉਂਕਿ ਐਂਗਲ ਵੱਖਰਾ ਲਿਆ ਸਾਰਿਆਂ ਤੋਂ, ਨਵਜੋਤ ਸਿੰਘ ਸਿੱਧੂ ਹੋਰੀ ਰਹਿ ਜਾਣੇ ਵਿੱਚ। ਇਹਨੇ ਸਿੱਧੂ ਸਾਹਿਬ ਨੇ ਤੇ ਕੁਝ ਵੀ ਨਹੀਂ ਬੋਲੇ। ਉਹ ਕਹਿੰਦੇ ਯਾਰ ਮੈਨੂੰ ਕੀ ਪੁੱਛਦੇ ਹੋ, ਉਹਦਾ ਕਾਨੂੰਨ ਦਾ ਕੰਮ ਹੈ ਬਈ, ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਜਨਰਲ ਸਕੱਤਰ ਬਣਾਉਣਾ ਤਾਂ ਕਹਿੰਦੇ ਦੱਸੋ, ਕੋਈ ਮੀਤ ਪ੍ਰਧਾਨ ਬਣਾਉਣਾ ਦੱਸੋ, ਮੇਰੇ ਕੋਲ ਪਾਵਰ ਹੀ ਉਹ ਆ। ਨਹੀਂ, ਉਹ ਕਹਿੰਦੇ ਦੇਖੋ ਆਪਣੇ ਭਾਈਚਾਰੇ ਦਾ ਕੰਮ ਹੁੰਦਾ, ਸਵਾਲ ਪੁੱਛੋ। ਵੈਸੇ ਸਿੱਧੂ ਸਾਹਿਬ ਇਹਦੇ ਕੋਲੋਂ ਸ਼ੈਤਾਨ ਹੋ ਗਏ ਹੈ ਨਾ। ਉਹ ਕਹਿੰਦੇ ਨਹੀਂ ਸਿੱਧੂ ਸਾਹਿਬ ਉਹ ਤੁਸੀਂ ਡਿਮਾਂਡ ਕਰਦੇ, ਕਹਿੰਦੇ ਯਾਰ ਤੁਸੀਂ ਨਹੀਂ ਕਰਦੇ ਡਿਮਾਂਡ, ਤੁਸੀਂ ਕੁਛ ਤੇ ਇਹਦੇ ਬਾਰੇ ਦੱਸੋ, ਮੈਂ ਹੁਣ ਕੀ ਦੱਸਾਂ, ਕਾਨੂੰਨ ਕੰਮ ਕਰੋ, ਤੁਸੀਂ ਇਹਦੇ ਬਾਰੇ ਕੀ ਕਹਿਣਾ, ਤੁਸੀਂ ਵੀ ਤਾਂ ਕਹਿਣਾ ਹੀ ਆ, ਮੈਂ ਕਹਿਣਾ। ਮਤਲਬ ਜਿਸ ਹਿਸਾਬ ਨਾਲ ਇਹ ਸਾਰਾ ਕੰਮ ਕਰਨ ਤੋਂ ਪਹਿਲਾਂ ਉਹ ਬੋਲਦੇ ਸੀ, ਉਹ ਹੋਣ ਤੋਂ ਬਾਅਦ ਜਿੱਦਾਂ ਉਹ ਪੱਲਾ ਛਡਾਉਂਦੇ ਨਜ਼ਰ ਆਏ, ਉਹ ਬੜਾ ਅਜੀਬ ਸੀਗਾ। ਨਹੀਂ, ਪੱਲਾ ਨਹੀਂ ਛਡਾਉਂਦੇ, ਤੁਸੀਂ ਸ਼ਬਦ ਜਿਹੜਾ ਵਰਤਿਆ ਨਾ ਉਹਦਾ ਕਾਰਨ ਹੈ। ਜੇ ਉਹ ਮਤਲਬ ਬਿਆਨ ਦੇਣ ਤੋਂ, ਹਾਂ ਤੁਸੀਂ ਦੇਖੋ, ਜੇ ਉਹ ਕਹਿ ਦਿੰਦੇ ਕਦਾ ਨਹੀਂ ਅੰਦਰ ਦਿੱਤਾ ਹੀ, ਦੇਖਿਓ ਕਦਾ ਹੋਣੀ ਹੈ, ਪਰਚਾ ਕੀਤਾ ਹੀ, ਕਿਆ ਇਹਨਾਂ ਨੂੰ ਪਰਚਾ ਹੋ, ਸਾਰੀਆਂ ਵਿਰੋਧੀ ਧਿਰਾਂ ਨੇ ਕਹਿਣਾ ਸੀ ਦੇਖਿਆ ਇਸ ਬੰਦੇ ਕੋ ਕੀ ਪਾਵਰ ਹੈ, ਇੱਕ ਪਾਰਟੀ ਦਾ ਪ੍ਰਧਾਨ ਕਿੱਦਾਂ ਪਰਚਾ ਕਰਾ ਸਕਦਾ ਹੈ, ਇਸ ਬੰਦੇ ਦੇ ਕਹਿਣ ਤੇ ਹੋਇਆ। ਹੁਣ
ਅਗਲਾ ਹੁੰਦਾ ਕਹਿੰਦਾ ਕਾਨੂੰਨ ਕੰਮ ਕਰੂਗਾ, ਮੈਨੂੰ ਕੀ ਲੋੜ ਹਨਾ, ਤੁਸੀਂ ਨੇ ਤਾਂ ਘੇਰ ਲੈਣਾ ਸੀ ਮੂਹਰਿਓ, ਹੁਣ ਉਹ ਚੁੱਪ ਕਰਕੇ ਬੈਠੇ ਨੇ, ਉਹ ਕਹਿੰਦੇ ਕਾਨੂੰਨ ਕੰਮ ਕਰੂਗਾ, ਵੀ ਗੱਲ ਹੀ ਕੋਈ ਨਹੀਂ। ਮੈਂ ਤਾਂ ਕਹਿੰਦੇ ਇੱਕੋ ਹੀ ਗੱਲ ਉਹਨਾਂ ਨੇ ਟਵੀਟ ਕੀਤਾ, ਚੰਗੇ ਅਫਸਰ ਦੇ ਹੱਥ ਕਮਾਂਡ ਆਈ ਤੇ ਉਹਦੇ ਤੋਂ ਬਾਅਦ ਕੰਮ ਹੋ ਗਿਆ। ਅਗਲੀ ਲਾਈਨ ਜਿਹੜੀ ਲਿਖੀ ਆ, ਕਹਿੰਦੇ ਉਹਨਾਂ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਹੈ ਜਿਨ੍ਹਾਂ ਨੇ ਅੱਜ ਤੱਕ ਕਾਰਵਾਈ ਨਹੀਂ ਕੀਤੀ। ਬਾਕੀ ਕਹਿੰਦੇ ਮੇਰਾ ਕੰਮ ਕੋਈ ਨਹੀਂ। ਹਾਂ ਨਹੀਂ, ਇਹ ਤਾਂ ਗੱਲ ਹੈਗੀ, ਜਿਸ ਹਿਸਾਬ ਨਾਲ ਉਹਨਾਂ ਨੇ ਕਿਹਾ, ਵੈਸੇ ਉਹ ਮੂੰਹ ਰੂਪਿੰਗ ਲੋਕ ਗੱਲਾਂ ਕਰੀ ਜਾਂਦੇ ਸੀ ਵੀ ਪਹਿਲਾਂ ਅਸਤੀਫਾ ਦਿੱਤਾ, ਫਿਰ ਕਹਿੰਦੇ ਵੀ ਬੰਦੇ ਉਹ ਲਾਗੇ ਨੇ, ਫਿਰ ਜਦੋਂ ਕੰਮ ਹੋ ਗਿਆ ਫਿਰ ਕਾਨੂੰਨ ਨੇ ਆਪਣਾ ਕੰਮ ਕੀਤਾ। ਚੰਨੀ ਸਾਹਿਬ ਕਹਿੰਦੇ ਆ, ਮੁੱਖ ਮੰਤਰੀ, ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਇਨਸਾਫ ਮਿਲਣ ਦੀ ਸ਼ੁਰੂਆਤ ਹੋ ਚੁੱਕੀ ਹੈ, ਤੁਹਾਨੂੰ ਕਿਹਾ ਸੀ ਕਿ ਨਸ਼ੇ ਦੇ ਮਾਮਲੇ ਦੇ ਉੱਤੇ ਕਾਰਵਾਈ ਕਰਾਂਗੇ, ਸ਼ੁਰੂ ਹੋ ਚੁੱਕਾ ਹੈ ਕੰਮ, ਬਸ ਤੁਸੀਂ ਸਾਥ ਦੇਣਾ ਲੋਕੋ। ਤੁਸੀਂ ਦੇਖੋਗੇ ਐਵੇਂ ਜਿਹੜੇ ਬੰਦੇ ਇੱਧਰ ਉੱਧਰ ਗੱਲਾਂ ਕਰਦੇ, ਰਬੜ ਦੀ ਮੋਹਰ, ਤੁਸੀਂ ਆਹ ਦੇਖੋ ਰਾਘਵ ਚੱਡਾ ਸਾਹਿਬ ਠੱਪਾ ਲੱਗਦਾ। ਅੱਛਾ, ਰਾਘਵ ਚੱਡਾ ਸਾਹਿਬ ਦਾ ਐਂਗਲ ਨਹੀਂ ਸਮਝ ਆਇਆ, ਕਿਉਂਕਿ ਰਾਘਵ ਚੱਡਾ ਸਾਹਿਬ ਨੂੰ ਪਤਾ ਇਹ ਸਟੋਰੀ ਹੋਰ ਕਿਤੇ ਨਹੀਂ ਆਈ, ਉਹਨਾਂ ਨੇ ਸੁਣਾਈ। ਉਹ ਕਹਿੰਦੇ ਵੀ ਚੰਨੀ ਸਾਹਿਬ ਤੇ ਸੁਖਬੀਰ ਬਾਦਲ ਸਾਹਿਬ ਦੀ ਜਿਹੜੀ ਮੁਲਾਕਾਤ ਹੋਈ, ਅਸੀਂ ਤੁਹਾਨੂੰ ਪਹਿਲਾਂ ਵੀ ਦੱਸੀ, ਕਹਿੰਦੇ ਹੁਣ ਤੁਹਾਨੂੰ ਫਿਰ ਦੱਸਤਾ ਵੀ ਉਹਦੇ 'ਚ ਗੱਲ ਕਲੀਅਰ ਹੋਈ ਆ ਵੀ ਭਾਈ ਸਾਹਿਬ ਤੁਸੀਂ ਸਿਰਫ ਕੇਸ ਕਰਨਾ, ਕੇਸ ਕਰਨ ਤੋਂ ਬਾਅਦ ਗ੍ਰਿਫਤਾਰੀ ਪਾ ਲੈਣੀ ਹੈ, ਤੇ ਉਦੋਂ ਬਾਅਦ ਬਸ ਆਪਣਾ ਕੰਮ ਸੈੱਟ, ਐਵੇਂ ਕਾਹਦੀ ਟੈਨਸ਼ਨ ਤੁਸੀਂ ਲੈ। ਉਸੇ ਦੇ ਤਹਿਤ ਕਹਿੰਦੇ ਵੀ ਇਹ ਕੰਮ ਕੀਤਾ ਗਿਆ, ਕਿਉਂਕਿ ਜੇ ਇਹੋ ਕੁਛ ਕਰਨਾ ਹੁੰਦਾ, ਫਿਰ ਉਹਨਾਂ ਨੇ ਕੋਟ ਕੀਤਾ ਬਕਾਇਦਾ, ਜੇ ਮੈਂ ਗਲਤ ਨਹੀਂ ਤੇ ਮਾਰਚ 2017 ਤੱਕ ਜਾਂਦੇ ਆ ਉਹ ਕਹਿੰਦੇ ਮਾਰਚ 2017 ਤੋਂ ਲੈ ਕੇ ਤੇ ਆ 21 ਮੁੱਕ ਗਿਆ, ਅਜੇ ਤੱਕ ਤੇ ਕੋਈ ਪਰਚਾ ਹੋਇਆ ਨਾ, ਕਿਤੇ ਕੋਈ FIR ਦਰਜ ਹੋਈ ਨਾ। ਇਹ ਅਚਾਨਕ ਜਦੋਂ 4 ਸਾਲ ਪੌਣੇ 5 ਸਾਲ ਕੁਛ ਨਹੀਂ ਕੀਤਾ, ਤੇ ਜਦੋਂ 4 ਦਿਨ ਜਾਂ ਪੌਣੇ 5 ਦਿਨ ਰਹਿ ਗਏ, ਉਦੋਂ ਕਹਿੰਦੇ ਇਹ ਪਰਚਾ ਦਰਜ ਕਰਤਾ। ਵੀਰ ਜੀ, ਇਹ ਗੱਲ ਤਾਂ ਕੁਛ ਰਲੀ ਮਿਲੀ ਲੱਗਦੀ। ਸੰਧਾਲੀਆ ਸਾਹਿਬ, ਬੜੀ ਹੈਰਾਨੀਜਨਕ ਜੀ ਚੀਜ਼ ਹੈ, ਸਾਨੂੰ ਸਮਝ ਹੀ ਨਹੀਂ ਆਉਂਦੀ। ਉਹ ਸਾਈਕਲ ਵਾਲਾ ਬੰਦਾ ਵਿਹੜੇ ਪਿਆ, ਨਹੀਂ ਉਹਦੇ ਬੇਹੋਸ਼ ਆ, ਉਹਨੂੰ ਰਹਿਣ ਦੋ, ਪਿਆ ਹੁਣ ਨਹੀਂ ਉੱਠਿਆ ਜਾਣਾ ਕੋਲ। ਨਹੀਂ, ਉਹਨੇ ਨਾ ਪੈਡਲ ਨੂੰ ਹੱਥ ਪਾਇਆ ਵੀ ਸਾਈਕਲ ਨਾਲ ਲੈ ਜਾਵੇ ਕੋਈ, ਕਹਿੰਦਾ ਬਾਕੀ ਕੋਈ ਨਹੀਂ, ਮੈਨੂੰ ਕਹਿੰਦਾ ਮਾੜਾ ਜਿਹਾ ਸਫੈਦੇ ਨਾਲ ਲਾ ਦਿਓ ਮਾੜਾ ਜਿਹਾ ਬਸ। ਹੁਣ ਹੋਇਆ ਕੀ ਆ, ਉਹਦੇ ਵਿੱਚ ਰਾਘਵ ਚੱਡਾ ਹੋਰਾਂ ਨੇ ਨਾ ਇੱਕ ਨਵਾਂ ਗੱਠਜੋੜ ਕਰਤਾ। ਉਹ ਕਹਿੰਦੇ ਵੀ 8 ਦਸੰਬਰ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ, ਕੱਢ ਕੇ ਸੁਣ ਲਓ। ਉਹਦੇ ਵਿੱਚ ਕਹਿੰਦੇ ਅਸੀਂ ਕਹਿਤਾ ਸੀ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਮੁਲਾਕਾਤ ਹੋਈ ਹੈ, ਦੋਨਾਂ ਨੇ ਸਮਝੌਤਾ ਕਰ ਲਿਆ। ਇਹ ਤਾਂ ਲੋਕਾਂ ਦੇ ਮੁੱਦਿਆਂ ਤੋਂ ਇਹਨਾਂ ਨੇ ਧਿਆਨ ਹਟਾਉਣਾ ਹੈ, ਜਾਣੀ ਉਹਨਾਂ ਦੇ ਇਨਡਾਇਰੈਕਟਲੀ ਕਹਿਣ ਦਾ ਭਾਵ ਸੀ ਕਿ ਅਸੀਂ ਹੈਲਥ ਦੀ ਗੱਲ ਕਰਦੇ ਹਾਂ, ਅਸੀਂ ਸਿੱਖਿਆ ਦੀ ਗੱਲ ਕਰਦੇ ਹਾਂ, ਅਸੀਂ ਰੁਜ਼ਗਾਰ ਦੀ ਗੱਲ ਕਰਦੇ ਹਾਂ, ਅਸੀਂ ਬਿਜਲੀ ਦੀ ਗੱਲ ਕਰਦੇ ਹਾਂ। ਹੁਣ ਕਹਿੰਦੇ ਇਹਨਾਂ ਨੇ ਕਮਜ਼ੋਰ FIR ਦਰਜ ਕੀਤੀ ਹੈ, ਬਹੁਤ ਕਮਜ਼ੋਰ ਹੈ, ਕਹਿੰਦੇ ਇੱਕ ਦਿਨ ਨਹੀਂ ਕੱਢਣਾ, ਤੁਸੀਂ ਦੇਖਿਓ ਜ਼ਮਾਨਤਾਂ ਮਿਲ ਜਾਣੀਆਂ, ਲੋਕਾਂ ਦਾ ਧਿਆਨ ਇਹਨਾਂ ਨੇ ਇੱਧਰਲੇ ਪਾਸੇ ਲਾ ਦੇਣਾ। ਹੁਣ ਤੁਸੀਂ ਦੇਖੋ ਕਿ ਬਹੁਤ ਸਾਰੇ ਜਿਹੜੇ ਕਾਂਗਰਸੀ ਨੇ ਉਹ ਕੈਪਟਨ ਸਾਹਿਬ ਦੋਸ਼ ਲਾਉਂਦੇ ਸੀ ਕਿ ਤੁਸੀਂ ਜਦੋਂ ਕਾਂਗਰਸ ਦੇ ਮੁੱਖ ਮੰਤਰੀ ਤੁਸੀਂ ਉੱਧਰ ਰਲਿਓ ਸੀ। ਫਿਰ ਸਿੱਧੂ ਸਾਹਿਬ ਇੱਕ ਵਾਰੀ 25-75 ਦੀਆਂ ਗੱਲਾਂ ਕਰ ਆਏ ਸੀ, ਵਿੱਚ ਆਮ ਆਦਮੀ ਪਾਰਟੀ ਇਹ ਰੌਲਾ ਰੱਪਾ ਪਾਉਂਦੀ ਸੀ ਕਿ ਭਾਈ ਪਹਿਲੇ ਜਿਹੜੇ ਆ ਕੈਪਟਨ ਸਾਹਿਬ ਇੱਧਰਲੇ ਪਾਸੇ ਰਲਿਆ, ਹੁਣ ਚੰਨੀ ਸਾਹਿਬ। ਹੁਣ ਉਹ ਜਿਹੜਾ ਬੰਦਾ ਸਫੈਦੇ ਨਾਲ ਬੈਠਾ ਨਾ, ਉਹ ਕਹਿੰਦਾ ਹੁਣ ਯਾਰ ਇਹ ਤਾਂ ਸ਼ਾਇਦ ਸਾਰੇ ਹੀ ਰਲੇ, ਹੁਣ ਮੇਰੇ ਨਾਲ ਹੈ ਨਹੀਂ ਕੋਈ, ਮੈਂ ਇਕੱਲਾ ਹੀ ਆ, ਮੈਨੂੰ ਛੱਡ ਆਓ ਵੀ, ਮੈਨੂੰ ਘਰ ਛੱਡ ਆਓ, ਮੈਨੂੰ ਨਿਆਣਿਆਂ ਕੋ ਛੱਡਿਆ ਹੋਵੇ। ਅੱਛਾ, ਹੋ ਸਕਦਾ ਦੇਖੋ, ਇੱਕ ਮੈਂ ਬੇਨਤੀ ਕਰਾਂ, ਹੁਣ ਤੱਕ ਹੋ ਸਕਦਾ ਵੀ ਤੁਸੀਂ ਕੁਛ ਇੱਦਾਂ ਸੋਚ ਰਹੇ ਹੋ ਵੀ ਯਾਰ ਏਡੀ ਸੀਰੀਅਸ ਗੱਲ ਹੋ ਗਈ, ਏਡੇ ਵੱਡੇ ਲੀਡਰ ਤੇ ਪਰਚਾ ਹੋ ਗਿਆ, ਤੁਸੀਂ ਹੱਸੀ ਜਾਂਦੇ, ਤੁਸੀਂ ਮਜ਼ਾਕ ਕਰੀ ਜਾਂਦੇ। ਦੇਖੋ ਜੀ, ਹੈ ਤੇ ਮਜ਼ਾਕ ਵਾਲਾ ਕੰਮ ਹੀ, ਕਿਉਂਕਿ ਕੁੱਲ ਮਿਲਾ ਕੇ ਜੋ ਕੁਛ ਇਸ ਵਕਤ ਇੱਧਰੋਂ ਉੱਧਰੋਂ ਬਾਹਾਂ ਟੰਗ ਕੇ ਬੜਕਾਂ ਮਾਰੀਆਂ ਜਾ ਰਹੀਆਂ, ਇਹਦੇ ਵਿੱਚ ਕਲੀਅਰ ਕੱਟ ਤੇ ਇਹੀ ਜਾਪਦਾ ਜਦ ਤੱਕ ਕੁਛ ਹੁੰਦਾ ਨਹੀਂ ਵੀ ਹੈ ਤੇ ਸਿਆਸਤੀ। ਉਹ ਇਹ ਜਿਹੜੀ ਸਿਆਸਤ ਦਾ ਕਰਕੇ ਸਾਨੂੰ ਹੁੰਦਾ ਵੀ ਜਿਹੜੀ ਚੀਜ਼ ਦਾ ਐਵੇਂ ਅਗਲੇ ਪ੍ਰੈਸ਼ਰ ਨਹੀਂ ਲੈਂਦਾ ਹੈ, ਜਿਨ੍ਹਾਂ ਤੇ ਹੋਇਆ ਉਹ ਕਹਿੰਦੇ ਵੇਖੀ ਜਾਓ, ਕੋਈ ਨਹੀਂ ਚੱਕ ਦਾਂਗੇ ਤੇ ਪੱਟ ਮਾਰ ਕੇ ਗੱਲਾਂ। ਅਸੀਂ ਐ ਉਹਦਾ ਬੰਦਾ ਵਿਚਾਰਾ ਸਾਈਕਲ ਵਾਲਾ, ਉਹਦਾ ਨੁਕਸਾਨ ਕਰਦੀ ਕੀ ਫਾਇਦਾ ਹੋਊ। ਬਾਕੀ ਸੰਧਾਲੀਆ ਸਾਹਿਬ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਨਸ਼ਾ ਪੰਜਾਬ 'ਚ ਵਿਕਿਆ ਤੇ ਨਸ਼ਾ ਪੰਜਾਬ 'ਚ ਵਿਕ ਰਿਹਾ, ਨਸ਼ਾ ਛਡਾਊ ਇੱਥੋਂ ਤੱਕ ਆ ਵੀ ਤੁਸੀਂ ਦੇਖੋ ਅਜੇ ਆ ਜਿਹੜੀ ਉਹ ਕਹਿੰਦੇ ਵੀ 400 ਕਰੋੜ ਦੀ ਫੜੀ 77 ਕਿਲੋ, ਉਹ ਫੜੀ ਫੇ ਉਹ ਗੁਜਰਾਤ ਵਾਲੇ ਰਾਹ ਤੋਂ। ਮੈਨੂੰ ਉਹ ਸਵਾਲ ਮੈਂ ਵਾਰ-ਵਾਰ ਮੇਰੇ ਦਿਮਾਗ 'ਚ ਆਉਂਦਾ ਵੀ ਅੱਗੇ 3000 ਕਰੋੜ ਫੜੀ ਸੀ, 3000 ਕਰੋੜ ਦੀ ਫੜੀ। ਹੁਣ ਸਵਾਲ ਹੈ ਵੀ 3000 ਕਰੋੜ ਦੀ ਕਦੀ 400 ਕਰੋੜ ਦੀ ਆ ਵਸਤੂ ਆਉਂਦੀ ਉਸ ਪਾਸਿਓਂ ਆ, BSF ਨੂੰ 50 ਕਿਲੋਮੀਟਰ ਇੱਧਰ ਲਾਈ ਜਾ ਦਿੱਤਾ। ਸੰਧਾਲੀਆ ਸਾਹਿਬ, ਬਹੁਤ ਸਾਰੀਆਂ ਚੀਜ਼ਾਂ ਕਲੀਅਰ ਕਰਨ ਵਾਲੀਆਂ। ਦੇਖੋ, ਅੱਜ ਅਕਾਲੀ ਦਲ ਕਹਿ ਰਿਹਾ ਕਿ ਸਾਡੇ ਉੱਤੇ ਗਲਤ ਕੀਤਾ ਜਾ ਰਿਹਾ, ਬਿਲਕੁਲ ਠੀਕ ਹੈ, ਤੁਹਾਡੇ ਤੇ ਗਲਤ ਹੀ ਕੀਤਾ ਜਾ ਰਿਹਾ ਹੋਣਾ। ਕਾਂਗਰਸੀ ਕਹਿੰਦੇ ਆ ਕਿ ਅਸੀਂ ਠਾ ਕਰਕੇ ਕੀਤਾ ਹੀ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਰਲੇ ਹੋਆ, ਪਰ ਕਿਸੇ ਨੇ ਵੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਹੁਣ ਅੱਜ ਉਹ ਸਮਾਂ ਨਾ ਜਦੋਂ ਰੋਜ਼ 2-2 3-3 ਰੈਲੀਆਂ ਭਗਵੰਤ ਮਾਨ ਸਾਹਿਬ ਕਰ ਰਹੇ ਹੈ, 2-2 3-3 ਥਾਵਾਂ ਤੇ ਰੋਡ ਸ਼ੋਅ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੋ ਰਹੇ ਹੈ, ਸਿੱਧੂ ਸਾਹਿਬ, ਚੰਨੀ ਸਾਹਿਬ, ਸਾਰੇ ਬੰਦੇ ਤੁਰੇ ਹੋਆ, ਭਾਜਪਾ ਵਾਲੇ ਵੀ ਰੋਜ਼ ਕਦੇ ਖੰਨੇ, ਕਦੇ ਬਰਨਾਲੇ, ਕਦੇ ਲੁਧਿਆਣੇ, ਕਿਉਂਕਿ ਸੀਟ ਜਿੱਤਣੀ ਹੈ, ਸੀਟ ਜਿੱਤਣ ਤੋਂ ਬਾਅਦ ਸਰਕਾਰ ਬਣਨੀ। ਅੱਜ ਤੁਹਾਡੇ ਕੋਲੇ ਸਮਾਂ ਆ, ਤੁਹਾਡੇ ਕੋਲੇ એનર્ਜੀ ਵੀ ਆ, ਤੁਹਾਡੇ ਕੋਲੇ ਪੈਸਾ ਵੀ ਆ, ਤੁਹਾਡੇ ਕੋਲੇ ਮੈਨੇਜਮੈਂਟ ਵੀ ਆ। ਜਦੋਂ ਮਾਵਾਂ ਦੇ ਪੁੱਤ ਮਰਦੇ ਉਸ ਮੁੱਦੇ ਤੁਹਾਡੇ ਤੋਂ ਧਰਨਾ ਵੀ ਨਹੀਂ ਲੱਗਦਾ, ਜੇ ਲੱਗਦਾ ਹੈ ਤਾਂ ਸਿਰਫ 4 ਘੰਟੇ ਲੱਗਦਾ।
ਅੱਜ ਤੁਹਾਡੇ ਕੋਲੇ ਸਵੇਰੇ 6 ਵਜੇ ਵੀ ਸਮਾਂ ਤੇ ਰਾਤ ਨੂੰ 10 ਵਜੇ ਵੀ ਸਮਾਂ ਤੇ ਰਾਤ ਨੂੰ 11 ਵਜੇ ਵੀ ਸਮਾਂ। ਜੇ ਤੁਸੀਂ ਇੰਨਾ ਹੀ ਸੁਹਿਰਦ ਹੋ, ਅੱਜ ਹਰ ਇੱਕ ਬੰਦਾ ਆਪਣੀ ਜਾਨ ਬਚਾਉਂਦਾ ਨਾ। ਕਾਂਗਰਸੀ ਇਦਾਂ ਜਾਨ ਬਚਾਉਂਦੇ ਆ ਕਿ ਲੋਕਾਂ ਨੇ ਸਾਨੂੰ ਸਵਾਲ ਪੁੱਛਣੇ ਤੁਸੀਂ ਕੀਤਾ ਕੁਛ ਨਹੀਂ। ਅਕਾਲੀ ਇਸ ਕਰਕੇ ਜਾਨ ਬਚਾਉਂਦੇ ਆ ਕਿ ਭਾਈ ਸਾਡੇ ਨਾਂ ਨਾ ਲੱਗ ਜਵੇ। ਲੋਕ ਕਿੱਥੋਂ ਜਾਨ ਬਚਾਉਣ? ਲੋਕਾਂ ਦੀਆਂ ਜਾਨਾਂ ਤਾਂ ਚਲੇ ਗਈਆਂ। ਜਾਣੀ ਅਸਲ ਮੁੱਦੇ ਨੂੰ ਹੱਲ ਕਰਨ ਨਾਲ ਤਾਂ ਕੋਈ ਵੀ ਨਹੀਂ ਵੱਧ ਰਿਹਾ। ਕਿਸੇ ਵੀ ਬੰਦੇ ਨੇ ਇਹਨਾਂ ਦੇ ਵਿੱਚੋਂ ਡਿਮਾਂਡ ਕੀਤੀ ਹੈ ਕਿ ਭਾਈ ਇਹਦਾ ਸਹੀ ਹੱਲ ਨਿਕਲਣਾ ਚਾਹੀਦਾ। ਆਪਾਂ ਪਿਛਲੇ ਦਿਨ ਵੀ ਚਰਚਾ ਕੀਤੀ ਸੀ ਕਿ ਕਿੰਨੇ ਸਾਲ ਹੋ ਗਏ ਭਾਰਤੀ ਜਨਤਾ ਪਾਰਟੀ ਦੀ ਸੈਂਟਰ 'ਚ ਸਰਕਾਰ ਹੈ। ਜੇ ਬਾਕੀ ਸਾਰੇ ਮੁੱਦੇ ਇੰਟਰਨੈਸ਼ਨਲ ਹੋ ਜਾਂਦੇ ਆ, ਇਹ ਵੀ ਤਾਂ ਇੰਟਰਨੈਸ਼ਨਲ ਮੁੱਦਾ ਕਿ ਸਰਹੱਦ ਪਾਰੋਂ ਆਉਂਦਾ, ਕਿ ਗੁਜਰਾਤ ਵਾਲੇ ਪਾਸਿਓਂ ਆਉਂਦਾ, ਕਿ ਰਾਜਸਥਾਨ ਵਾਲੇ ਪਾਸਿਓਂ ਆਉਂਦਾ, ਇੰਟਰਨੈਸ਼ਨਲ ਜਾਂ ਨੈਸ਼ਨਲ ਹੀ ਹੋ ਗਿਆ ਨਾ, ਤਾਂ ਉੱਥੇ ਵੀ ਐਕਸ਼ਨ ਹੋ ਸਕਦਾ ਹੈ। ਇਹਦੇ ਤੋਂ ਇਲਾਵਾ ਜੇ ਕਿਸੇ ਨੂੰ ਇਸ ਗੱਲ ਦਾ ਇਤਰਾਜ਼ ਹੈ ਕਿ ਭਾਈ ਪੰਜਾਬ ਦੇ ਵਿੱਚ ਇਹ ਕੁਛ ਨਹੀਂ ਕਰਦੇ, ਸਾਡੇ ਕੋਲ ਤਾਂ ਅਕਾਲੀਆਂ ਦੀ ਵੀ ਸਰਕਾਰ ਰਹੀ, ਪੰਜਾਬ 'ਚ ਭਾਜਪਾ ਦੀ ਵੀ ਨਸ਼ਾ ਵਿਕਦਾ ਰਿਹਾ, ਸਾਡੇ ਕੋਲੇ ਕੈਪਟਨ ਸਾਹਿਬ ਦੀ ਸਰਕਾਰ ਵੀ ਵਿਕਦੀ ਰਹੀ। ਕੈਪਟਨ ਸਾਹਿਬ ਨੇ ਕਿਹਾ ਕਿ ਗਲਤ ਕੀਤਾ ਪਰਚਾ, ਤੁਸੀਂ 4.5 ਸਾਲ ਮੁੱਖ ਮੰਤਰੀ ਨੇ ਸਹੀਆਂ ਤੇ ਕਰ ਦਿੰਦੇ, ਤੁਸੀਂ ਫੜ ਕੇ ਅੰਦਰ ਦੇਂਦੇ। ਅੱਜ ਕਿਸੇ ਦੀ ਜ਼ਰੂਰਤ ਨਾ ਪੈਂਦੀ ਕਿ ਉਹ ਗਲਤ ਬੰਦੇ ਤੇ ਪਰਚਾ ਕਰੇ। ਤੇ ਅੱਜ ਅਕਾਲੀ ਦਲ ਵਾਲੇ ਵੀ ਕਹਿੰਦੇ ਆ, ਕਾਂਗਰਸ ਵੀ ਕਹਿੰਦੇ ਜੀ ਅਸੀਂ ਆਹ ਦੇਖੋ ਕੰਮ ਕਰ ਦਿੱਤਾ। ਤੁਸੀਂ ਪੌਣੇ 5 ਸਾਲ ਸੁੱਤੇ ਕਿੱਥੇ ਰਹੇ? ਤੁਸੀਂ ਮਿਨਿਸਟਰ ਹੁੰਦੇ ਸੀ ਸਰਕਾਰਾਂ ਦੇ ਵਿੱਚ, ਤੁਸੀਂ ਦਿੰਦੇ ਅਸਤੀਫੇ, ਤੁਸੀਂ ਆਉਂਦੇ ਕਿਸੇ ਪਾਸੇ ਬਾਹਰ। ਜਾਣੀ ਹਰ ਇੱਕ ਬੰਦਾ ਆਪਣੀ ਭੂਮਿਕਾ ਤੋਂ ਮੁਨਕਰ ਹੈ, ਸਿਰਫ ਲੋਕਾਂ ਦੇ ਸਾਹਮਣੇ ਕਿ ਭਾਈ ਹੁਣ ਤੁਹਾਡੇ ਸਾਹਮਣੇ ਕੋਈ ਬੰਦਾ ਮਾਰ ਦੇਵੇ, ਤੁਹਾਡਾ ਕੰਮ ਕੀ ਆ ਉਹਨੂੰ ਬਚਾਉਣਾ ਕਿ ਪਹਿਲੀ ਰੌਲਾ ਪਾਉਣਾ ਆਪਣਾ ਮੈਂ ਨਹੀਂ ਮਾਰਿਆ, ਮੈਂ ਨਹੀਂ ਮਾਰਿਆ, ਮੈਂ ਨਹੀਂ ਮਾਰਿਆ, ਮੇਰਾ ਕਿਤੇ ਨਾਂ ਨਾ ਲਾ ਦਿਓ। ਤੁਹਾਡਾ ਕੰਮ ਇਹ ਤਾਂ ਨਹੀਂਗਾ ਨਾ। ਤੁਹਾਡਾ ਕੰਮ ਤਾਂ ਉਹਨੂੰ ਬੰਦੇ ਨੂੰ ਬਚਾਉਣਾ ਹੈ। ਅੱਜ ਸਿਆਸੀ ਪਾਰਟੀਆਂ ਦੀ ਹਾਲਤ ਆ ਹੋ ਗਈ ਹੈ। ਅਸੀਂ ਕਹਿੰਦੇ ਕਿ ਜੇ ਇਹ ਪਰਚਾ ਕਿਸੇ ਨੇ ਗਲਤ ਕਰਾਇਆ, ਇਹਦੇ ਤੋਂ ਵੱਡੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੋਈ ਨਹੀਂ। ਜੇ ਪਰਚਾ ਉਹਨਾਂ ਨੇ ਸਹੀ ਕਰਾਇਆ ਤਾਂ ਤੁਸੀਂ ਹੁਣ ਠੋਕ ਵਜਾ ਕੇ ਸਬੂਤ ਦੇ ਕੇ ਪਰਚਾ ਡਿੱਗਣ ਨਾ ਦਿਓ, ਕਿਉਂਕਿ ਪਹਿਲਾਂ ਡਿੱਗੇ ਆ ਪਰਚੇ। ਹਾਂ, ਹੈ ਨਾ, ਪਹਿਲਾਂ ਪਰਚੇ ਡਿੱਗੇ, ਅਸੀਂ ਇਸ ਕਰਕੇ ਕਹਿੰਦੇ ਆ। ਨਹੀਂ ਡਿੱਗੇ ਵੀ ਇਸ ਲੈਵਲ ਤੱਕ ਵੀ ਆਪਾਂ ਜੇ ਕੱਲ ਹੀ ਗੱਲ ਕਰਕੇ ਹਟਿਆ ਵੀ ਹੁਣ ਤੇ ਮੇਅਰ ਦੀ ਕੁਰਸੀ ਤੱਕ ਦਾ ਪਰਚਾ ਵੀ ਡਿੱਗ ਪੈਂਦਾ। ਕੋਈ ਵੱਡਿਆਂ ਦੀ ਗੱਲ ਤਾਂ ਬਾਅਦ ਦੀ ਗੱਲ ਹੈ। ਇੱਕ ਆਪਾਂ ਮੈਂ ਨਾ ਬੇਨਤੀ, ਇੱਕ ਆਈਡੀਆ ਹੀ ਆ, ਜਦੋਂ ਤੁਸੀਂ ਕਿਹਾ ਵੀ ਰੈਲੀ ਹੁਣ ਇਹਨਾਂ ਨੇ ਸਾਰਿਆਂ ਨੇ ਕਰਨੀ ਆ। ਗੱਲ ਠੀਕ ਹੈ ਵੀ ਜਦੋਂ ਸਰਕਾਰ ਬਣ ਜਾਂਦੀ ਹੈ ਫਿਰ ਜ਼ਿੰਮੇਵਾਰੀਆਂ ਹੋਰ ਹੁੰਦੀਆਂ ਨੇ, ਫਿਰ ਥਾਂ ਥਾਂ ਜਾਇਆ ਨਹੀਂ ਜਾਂਦਾ, ਲੋਕਾਂ 'ਚ ਪਹੁੰਚਿਆ ਨਹੀਂ ਜਾਂਦਾ। ਹੁਣ ਤੇ ਮੇਰੇ ਖਿਆਲ ਨਾਲ ਵੀ ਮਹੀਨਾ ਡੂਢ ਮਹੀਨਾ ਹੈਗਾ, ਸਾਰੀਆਂ ਪਾਰਟੀਆਂ ਕੋਲ ਹੈਗਾ, ਸਾਰੇ ਹਲਕਿਆਂ 'ਚ ਜਾਣ ਦਾ ਹੈਗਾ। ਇਹ ਵੀ ਹੈ ਕਿ ਵੀ ਇਕੱਲੇ ਵਰਕਰ ਤੱਕ, ਜਦੋਂ ਕਹਿੰਦੇ ਬੂਥ ਲੈਵਲ ਤੱਕ ਦੇ ਵਰਕਰ ਤੱਕ ਸਾਡੀ ਪਹੁੰਚ ਹੈ। ਮੈਂ ਨਾ ਵੀ ਸਾਰੀਆਂ ਪਾਰਟੀਆਂ ਸੁਨੇਹਾ ਦੇ ਦੇਣ ਵੀ ਭਾਈ ਸਾਹਿਬ ਆਹ ਜਿਹੜਾ ਨਸ਼ਾ ਪੰਜਾਬ 'ਚ, ਤੁਸੀਂ ਇਸ ਰੈਲੀ ਦੇ ਵਿੱਚ ਸਾਡੇ ਕੋਲ ਰਿਕਾਰਡ ਲੈ ਆਉਣਾ ਤੇ ਆਪਾਂ ਸਟੇਜ ਤੋਂ ਅਨਾਊਂਸ ਕਰ ਦਾਂਗੇ ਵੀ ਇਸ ਰੈਲੀ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਵੀ ਇਸ ਹਲਕੇ 'ਚ ਫਲਾਨਾ ਬੰਦਾ ਕਰਦਾ ਜੀ, ਤੇ ਜਿੱਦਣ ਸਾਡੀ ਸਰਕਾਰ ਬਣ ਗਈ ਅਸੀਂ ਇਹਦਾ ਵੱਟ ਕੱਢ ਦੇਣੇ। ਉਹਦੇ ਨਾਲ ਗੱਲ ਇਹ ਕਲੀਅਰ ਹੋ ਜਾਊਗੀ ਵੀ ਬੰਦੇ ਜਿਹੜੇ ਸਹੀ ਨੇ, ਕਿਉਂਕਿ ਜਦੋਂ ਛਾਨਣੀ ਲੱਗੂਗੀ ਇੱਕ ਦਾ ਨਾਂ ਲਊਗਾ, ਦੂਜਾ ਦੂਜੇ ਦਾ ਲਊਗਾ, ਤੀਜੇ ਦਾ ਲਊਗਾ। ਇੱਕ ਤੇ ਨਾਂ ਲੋਕਾਂ ਦੇ ਸਾਹਮਣੇ ਆ ਗਏ, ਦੂਸਰੇ ਜਦੋਂ ਲੋਕਾਂ ਨੂੰ ਸਹੀ ਬਾਤ ਪਤਾ ਲੱਗ ਗਿਆ ਵੀ ਆਹ ਤੇ ਵਾਕਿਆ ਸਹੀ ਹੈ ਤੇ ਆਹ ਝੂਠੇ ਆ, ਉਹਦਾ ਨਤਾਰਾ ਅਗਲੇ ਵੋਟਾਂ 'ਚ ਕਰ ਦੇਣਗੇ ਤੇ ਸਹੀ ਬੰਦੇ ਦੀ ਸਰਕਾਰ ਬਣ ਜੂਗੀ। ਜਦੋਂ ਸਹੀ ਬੰਦੇ ਦੀ ਸਰਕਾਰ ਬਣ ਗਈ, ਰਿਕਾਰਡ ਉਹਦੇ ਕੋਲ ਹੋਇਆ, ਲੈ ਪਹਿਲੇ ਮਹੀਨੇ ਤੁਸੀਂ ਕੰਮ ਨਿਬੇੜ ਦਿਓ, ਪੰਜਾਬ ਸੌਖਾ। ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ। ਮੈਂ ਕਹਿੰਦਾ ਸਿਆਸੀ ਪਾਰਟੀਆਂ ਵਾਲਿਆਂ ਨੇ ਇਲੈਕਸ਼ਨ ਤੋਂ, ਚੋਣਾਂ ਵੋਟਾਂ ਪੈਣ ਤੋਂ ਇੱਕ ਰਾਤ ਪਹਿਲਾਂ ਵੀ ਤਾਂ ਪਹਿਰਾ ਲਾਉਣਾ ਹੀ ਆ। ਹਫ਼ਤਾ ਪਹਿਲਾਂ ਇਹ ਪਹਿਰਾ ਲਾਉਣਾ ਕੋਈ ਹੋਰ ਸ਼ਰਾਬ ਨਾ ਵੰਡ ਜਾਵੇ, ਉਦਣ ਲਾਉਣਾ ਕਿ ਭਾਈ ਉਦਣ ਕੋਈ ਬੰਦਾ ਰਾਤੋਂ ਰਾਤ ਖਰੀਦ ਨਾ ਲਿਜਾਵੇ ਕਿਸੇ ਨੂੰ। ਤੁਸੀਂ ਆਪਣੀਆਂ ਪਾਰਟੀਆਂ ਦੇ ਵਰਕਰਾਂ ਨੂੰ ਹੁਣੇ ਕਹੋ ਕਿ ਭਾਈ ਪਿੰਡਾਂ ਦੇ ਵਿੱਚ ਪਹਿਰੇ ਲਾ ਦਿਓ, ਤੁਸੀਂ ਸਾਨੂੰ ਲਿਸਟਾਂ ਬਣਾ ਕੇ ਭੇਜੋ ਕਿ ਕਿਹੜਾ ਨਸ਼ਾ ਵੇਚਦਾ ਹੈ। ਤੇ ਤੁਹਾਡੇ ਕੋਲੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ, ਸਾਰੇ ਹੀ ਨੇ। ਜੇ ਅੱਜ ਸੁਖਬੀਰ ਸਿੰਘ ਬਾਦਲ ਸਾਹਿਬ ਇਹ ਕਹਿ ਸਕਦੇ ਕਿ ਇਹਨਾਂ ਤਿੰਨਾਂ ਤੇ ਪਰਚਾ ਹੋਊਗਾ, ਜੇ ਸਿੱਧੂ ਸਾਹਿਬ ਇਹ ਕਹਿ ਸਕਦੇ ਕਿ ਭਾਈ ਆਹ ਬੰਦਾ ਰਲਿਆ ਹੋਇਆ ਹੈ, ਜੇ ਚੰਨੀ ਸਾਹਿਬ ਕਹਿ ਸਕਦੇ ਆ, ਭਾਰਤੀ ਜਨਤਾ ਪਾਰਟੀ ਵਾਲੇ ਸਾਰਾ ਬਹੁਤ ਕੁਝ ਕਲੀਅਰ ਕਰਦੇ ਆ, ਇਸ ਮੁੱਦੇ ਤੇ ਵੀ ਕਰਦੇ ਹੋ ਕਲੀਅਰ ਕਿ ਭਾਈ ਸਾਨੂੰ ਆਪਣੇ ਵਰਕਰਾਂ ਦੇ ਉੱਤੇ ਬਹੁਤ ਭਰੋਸਾ, ਤੇ ਉਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਆਹ ਵੇਚਦਾ ਜਾਂ ਸਾਡੇ ਪਿੰਡ ਆਹ ਵੇਚਣ ਆਉਂਦਾ, ਤੇ ਇਸ ਬੰਦੇ ਨੂੰ ਜਿੰਨੀ ਦੇਰ ਤੁਸੀਂ ਫੜਦੇ ਨਹੀਂ ਜੇ ਉਨੀ ਦੇਰ ਅਸੀਂ ਤੁਹਾਡੇ ਦਰਾਂ ਦੇ ਮੂਹਰੇੋਂ ਨਹੀਂ ਉੱਠਣਾ। ਮੈਂ ਹੈਰਾਨ ਆ ਕਿ ਭਰੋਸੇਯੋਗਤਾ ਕਿੰਨੀ ਗਵਾਚ ਗਈ ਸਾਡੇ ਸਿਆਸਤਦਾਨਾਂ ਦੀ। ਮੈਂ ਸਿਰਫ 2 ਹੀ ਪਿੰਡਾਂ ਦਾ ਜ਼ਿਕਰ ਕਰਨਾ। ਇੱਕੋ ਦਿਨ 2 ਪਿੰਡਾਂ ਦੇ ਵਿੱਚ ਕਹਾਣੀ ਸਾਹਮਣੇ ਆਈ ਸੀ ਨਸ਼ੇ ਦੀ, ਸੋਸ਼ਲ ਮੀਡੀਆ ਤੇ ਆਏ। ਜੇ ਤੁਸੀਂ ਇੰਨੇ ਹੀ ਚੰਗੇ ਹੋ ਸਾਰੀਆਂ ਸਿਆਸੀ ਪਾਰਟੀਆਂ ਵਾਲੇ, ਇਹਨਾਂ ਲੋਕਾਂ ਨੇ ਤੁਹਾਡੇ ਦਰ ਕਿਉਂ ਨਾ ਖੜਕਾਏ? ਕਿਉਂਕਿ ਉਹਨਾਂ ਨੂੰ ਤੁਹਾਡੇ ਤੇ ਯਕੀਨ ਨਹੀਂ ਕਿ ਅਸੀਂ ਤੁਹਾਨੂੰ ਜੇ ਦੱਸ ਵੀ ਦਿੱਤਾ ਤੁਸੀਂ ਬੰਦੇ ਨਹੀਂ ਫੜਾਉਣੇ, ਤੁਸੀਂ ਸਗੋਂ ਉਹਨਾਂ ਨਾਲ ਸੌਦੇ ਮਾਰ ਲੈਣੇ ਆ ਕਿ ਭਾਈ ਦੇ ਲਾ ਪਰਚਾ ਹੋਣਾ, ਵੋਟਾਂ ਸਾਨੂੰ ਪਾਉਣੀਆਂ। ਕਿਉਂ ਨਹੀਂ ਆਏ ਉਹਨਾਂ ਪਿੰਡਾਂ ਵਾਲੇ? ਉਹਨਾਂ ਪਿੰਡਾਂ ਵਾਲਿਆਂ ਨੂੰ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਜਾਂ ਬਾਕੀ ਚੀਜ਼ਾਂ ਦੇ ਉੱਤੇ ਭਰੋਸਾ ਹੈ, ਤੁਹਾਡੇ ਜਿਉਂਦੇ ਜਾਗਦਿਆਂ ਦੇ ਉੱਤੇ ਭਰੋਸਾ ਨਹੀਂ। ਇਹ ਭਰੋਸੇਯੋਗਤਾ ਤੁਸੀਂ ਕਿਉਂ ਗਵਾ ਲਈ? ਅੱਜ ਘਰੇ ਬੈਠ ਕੇ ਸੋਚਿਓ ਜ਼ਰੂਰ। ਇਹ ਮੁਸ਼ਕਿਲ ਇਹੀ ਹੈ ਨਾ, ਸੋਸ਼ਲ ਮੀਡੀਆ ਵਾਲਿਆਂ ਨੇ ਪੈਸੇ ਨਹੀਂ ਨਾ ਮੰਗਣੇ, ਜਾਂ ਉਹਨੇ ਇਹ ਨਹੀਂ ਕਹਿਣਾ ਵੀ ਭਾਈ ਸਾਹਿਬ ਆਪਾਂ ਕੋਈ ਨਹੀਂ ਟੇਬਲ ਦੇ ਥੱਲੇ ਦੀ ਗੱਲਬਾਤ ਕਰ ਲੈਂਦੇ ਆ। ਸੋ ਇਹ ਖਿਲਾਰਾ ਤੇ ਵੱਡਾ ਪਿਆ, ਤੇ ਖਿਲਾਰੇ ਨੂੰ ਮੇਰੇ ਖਿਆਲ ਨਾਲ ਜੇ ਤੇ ਖਿਲਾਰੇ ਨੂੰ ਖਿਲਾਰ ਕੇ ਤੇ ਇਹ ਦੱਸਣਾ ਵੀ ਵੇਖੀ ਸਾਡੇ ਨਾਲ ਦੀ ਸਫਾਈ ਕੋਈ ਨਹੀਂ ਕਰਦਾ, ਹਿੰਦ ਨੂੰ ਕਰਕੇ ਦਿਖਾਉਂਦੇ ਆ, ਫਿਰ ਤੇ ਡਰਾਮਾ ਜਿੱਦਾਂ ਦੇ ਅੱਗੇ ਨਾ ਵੀ
ਪਹਿਲਾਂ ਤਾਂ ਤੁਸੀਂ ਵਧੀਆ ਕਰ ਦਿੰਦੇ, ਪਹਿਲਾਂ ਚਪੇੜ ਮਾਰਨੀ ਫਿਰ ਮੂੰਹ ਪੂੰਝਣਾ, ਅੱਜ ਕੱਲ੍ਹ ਤੁਸੀਂ ਮੂੰਹ ਪੂੰਝਣ ਤੋਂ ਬਾਅਦ ਮੈਨੂੰ ਇਹਦਾ ਕੋਈ ਕੰਮ ਤੁਹਾਡੇ ਲਈ ਵੀ ਛੱਡ ਦਿਆਂ, ਤੁਸੀਂ ਮੁੜ ਕੇ ਸਵਾਰ ਸੂਰ ਦਿੱਤਾ। ਤਾਂ ਹੀ ਮੈਂ ਕਿਹਾ ਵੀ ਜਿਹੜਾ ਹੁਣ ਇਹ ਪੰਜਾਬ ਵਾਲਾ ਕੰਮ ਇਹਨਾਂ ਨੇ ਸ਼ੁਰੂ ਕਰ ਲਿਆ ਵੀ ਮੁੱਦਾ ਜਿਹੜਾ ਪਹਿਲਾਂ ਉਹਨੂੰ ਖਿਲਾਰ ਲਓ, ਜਦੋਂ ਲੋਕ ਖੁਦ ਕਨਫਿਊਜ਼ ਹੋ ਜਾਣ ਵੀ ਯਾਰ ਪਤਾ ਨਹੀਂ ਕਿਹੜਾ ਖਿਲਾਰ ਗਏ, ਤੇ ਉਦੋਂ ਬਾਅਦ ਆਪਣਾ ਦਾ ਲਾ ਕੇ ਤੇ ਕੁਰਸੀ ਮਿਲਣ ਤੋਂ ਬਾਅਦ ਆਖੀਆਂ ਹੈ ਨਹੀਂ ਕਿੱਥੇ ਖਿਲਾਰਾ, ਸਾਨੂੰ ਤੇ ਕਿਤੇ ਦੀਦਾ ਨਹੀਂ, ਤੁਹਾਨੂੰ ਦੀਦਾ ਕਿਤੇ। ਉਦੋਂ ਬਾਅਦ ਫਿਰ 4 4.5 ਪੌਣੇ 5 ਸਾਲ ਕੱਢ ਕੇ ਵੀ ਖਿਲਾਰੇ ਦਾ ਪਤਾ ਨਹੀਂ ਲੱਗਦਾ, ਐਂਡ ਦੇ ਲੈ ਸਾਨੂੰ ਦਿਸ ਪਿਆ ਅਸੀਂ ਐਨਕਾਂ ਹੁਣੇ ਬਦਲੀਆਂ, ਆਹ ਦੇਖੋ ਖਿਲਾਰਾ ਅਸੀਂ ਦੇਖੋ ਸਮੇਟ ਦੇਣਾ। ਇਹ ਵਾਲਾ ਕੰਮ ਮੇਰੇ ਖਿਆਲ ਨਾ ਕੀਤਾ ਜਾਵੇ ਤਾਂ ਚੰਗਾ, ਕਿਉਂਕਿ ਕਾਰਨ ਪਤਾ ਕੀ ਆ, ਹੋ ਸਕਦਾ ਇਹਨਾਂ ਨੂੰ ਲੱਗਦਾ ਵੀ ਮੇਰੇ ਕੋਲੇ ਕੁਰਸੀ ਸੀਗੀ ਅੱਜ ਖੁੱਸ ਗਈ ਆ, ਜਾਂ ਅੱਜ ਖੁੱਸ ਗਈ ਤੇ ਕੱਲ੍ਹ ਨੂੰ ਫਿਰ ਮਿਲ ਜੂਗੀ। ਉਹ ਕੱਲ੍ਹ ਨਹੀਂ ਗਈ, ਉਹ 5 ਸਾਲ ਆ, 5 ਸਾਲ ਛੇਤੀ ਨਹੀਂ ਆ ਜਾਂਦੇ। ਬੰਦਾ ਉੱਠ ਪਿਆ ਸੀ ਮਾੜਾ ਜਿਹਾ, ਉਹਨੇ ਨਾ ਆਸਰਾ ਲਿਆ ਸਫਾਈਦੇ ਨਾਲ ਕਿ ਮੈਂ ਉੱਠਾਂ ਯਾਰ ਜਾਵਾਂ ਕੰਮ ਤੇ, ਮੇਰੇ 5 ਸਾਲ ਸੁਣ ਕੇ ਫੇਰ ਤਾਂ ਨਹੀਂ ਹਾਂ ਨਹੀਂ ਮੈਂ ਦੱਸਣ ਲੱਗਾ ਉਹ ਮਾੜਾ ਜਿਹਾ ਜੋ ਉੱਠਿਆ ਸੀ ਉਹਨੂੰ ਫੇਰ ਲੱਗਾ ਨਹੀਂ ਘੁੰਮ ਗਿਆ। ਪਤਾ ਕਿਉਂ? ਉਹਨੇ ਸਾਬਕਾ ਮੁੱਖ ਮੰਤਰੀ ਪੰਜਾਬ, 2 ਵਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਰਾਜਪੁਰੇ ਦੇ ਵਿੱਚ ਪੰਜਾਬ ਲੋਕ ਕਾਂਗਰਸ ਦੀ ਪਹਿਲੀ ਰੈਲੀ ਦਾ ਭਾਸ਼ਣ ਸੁਣ ਲਿਆ। ਪਹਿਲੀ ਰੈਲੀ ਹੋਈ ਪਲੇਠੀ, ਇਤਿਹਾਸਕ, ਹਿਸਟੋਰੀਕਲ, ਜਾਣੀ ਉਹਨਾਂ ਨੇ ਹੁਣ ਸਿਆਸੀ ਸਰਗਰਮੀ ਸ਼ੁਰੂ ਕਰ ਦਿੱਤੀ। ਲੋਕ ਮੂਹਰੇ ਕਿੰਨੇ ਸੀ ਕਿੰਨੇ ਨਹੀਂ ਆਪਾਂ ਜਾਣਦੇ ਹੀ ਨਹੀਂ। ਉੱਧਰ ਰਾਜਪੁਰੇ ਰੈਲੀ ਹੋਈ, ਉਹ ਕਹਿੰਦੇ ਤੁਹਾਨੂੰ ਪਤਾ ਨਹੀਂ ਹੋਣਾ, ਸਾਡੇ ਜ਼ਿਲ੍ਹਾ ਪ੍ਰਧਾਨ ਨੇ, ਆਓ ਇੱਧਰ ਆਓ ਜੀ, ਫਿਰ ਉਹ ਦੇਖ ਕੇ ਕਾਗਜ਼ ਤੋਂ 2-3 ਹੋਰ ਪੜੇ ਵਾ ਵੀ ਪ੍ਰਧਾਨ, ਚਲੋ ਉਹ ਕਹਿੰਦੇ ਜਿਨ੍ਹਾਂ ਨੇ ਕੀਤਾ ਨਾ ਮੇਰੇ ਨਾਲ ਇੱਦਾਂ ਕੱਲੇ ਤੋਂ ਬਦਲਾ ਲੈਣਾ ਹੀ। ਮੈਂ ਸੋਚਦਾ ਸੀ ਜੇ ਉੱਥੇ ਇਹ ਕਹਿ ਦਿੰਦੇ ਕਿ ਜਿਨ੍ਹਾਂ ਨੇ ਪੰਜਾਬ 'ਚ ਨਸ਼ਾ ਵੇਚਿਆ, ਜਿਨ੍ਹਾਂ ਨੇ ਗਲਤ ਕੀਤੇ, ਸਰਕਾਰ ਇੱਕ ਵਾਰੀ ਬਣ ਗਈ ਤਾਂ ਕੱਲੇ ਨੂੰ ਮੈਂ ਅੰਦਰ ਕਰਨਾ ਹੀ। ਜਾਣੀ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਤਾ ਜਾਂ ਤੁਹਾਡੇ ਬੰਦੇ ਇੱਧਰ ਉੱਧਰ ਹੋ ਗਏ, ਜਾਣੀ ਵੱਧ ਤੋਂ ਵੱਧ ਧੱਕਾ ਜਿਹੜਾ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਕੀ ਹੋ ਗਿਆ ਉਹ ਤੁਸੀਂ ਮੈਨੂੰ ਸਮਝਾਇਓ ਕਿ ਜਿਹੜਾ ਉਹਨਾਂ ਨੇ ਬਦਲਾ ਲੈਣਾ ਹੈ, ਤੇ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਹੁੰਦਾ ਰਿਹਾ। ਮੈਂ ਇਹ ਗੱਲ ਕਰਦਾ ਕੀ ਧੱਕਾ ਹੋਇਆ, ਮੈਨੂੰ ਮਾੜਾ ਜਿਹਾ ਸਮਝਾਇਓ। ਦੇਖੋ ਧੱਕਾ ਤੁਸੀਂ ਉਹਨਾਂ ਦੇ ਕੋਲੋਂ ਹੀ ਪੁੱਛ ਸਕਦੇ, ਮੈਂ ਕਿਦਾਂ ਦੱਸ ਸਕਦਾ? ਨਹੀਂ ਤੁਸੀਂ ਉਹਨਾਂ ਦੇ ਬੰਦੇ ਹੋ। ਇਹ ਗੱਲ ਦੇਖੋ ਨਾ, ਤੁਸੀਂ ਹੁਣੇ ਕਿਹਾ ਵੀ ਉਹਨਾਂ ਨੇ ਕਿਹਾ ਵੀ ਮੈਂ ਬਦਲਾ ਲੈਣਾ ਹੀ ਹੈ ਨਾ, ਤੇ ਉਹਨਾਂ ਮਤਲਬ ਤੁਹਾਡਾ ਇਤਰਾਜ਼ ਤੇ ਇਹ ਨਾ ਵੀ ਉਹਨਾਂ ਨੇ ਇਹ ਕਿਉਂ ਨਹੀਂ ਕਿਹਾ ਵੀ ਮੈਂ ਪੰਜਾਬ ਦੇ ਐਸ ਮਸਲੇ ਦਾ ਹੱਲ ਕਰ ਦੂੰਗਾ, ਮੈਨੂੰ ਇੱਕ ਨਾ ਕੁਰਸੀ ਦਿਓ। ਉਹ ਸਿਰਫ ਇਸੇ ਗੱਲੋਂ ਨੇ ਉਹਨਾਂ ਨੇ ਬੋਲਿਆ ਵੀ ਕੀ ਪਤਾ ਹੁੰਦਾ ਅਗਲੇ ਭਾਵੇਂ ਬੰਦੇ ਥੋੜੇ ਸੀ ਜ਼ਿਆਦੇ ਸੀ ਆਪਾਂ ਫਿਰ ਨਹੀਂ ਉਹਦੇ ਜਾਂਦੇ। ਕੋਈ ਕਦੋਂ ਉੱਠ ਕੇ ਅਗਲੇ ਆਖਿਆ ਵੀ ਮਹਾਰਾਜ ਇਹਦੇ ਮਹੀਨੇ 2 ਹੋਏ ਮਹਾਰਾਜ ਕੁਰਸੀ ਤੋਂ ਉੱਠਿਆ ਤੁਹਾਡੇ ਕੋਲ ਹੀ ਸੀ ਮਹਾਰਾਜ 4.5 ਸਾਲ ਤੁਸੀਂ ਕਰ ਲੈਂਦੇ, ਜਾਂ ਤੇ ਤੁਸੀਂ ਇਹ ਗਣਾ ਦਿਓ ਵੀ ਵੀਰ ਆਹ ਦੇਖ ਮੈਂ 95% ਕੰਮ ਨਿਬੇੜਤਾ ਸੀ, ਆਹ 5% ਨੇ ਇਹਨਾਂ ਨੇ ਆਣ ਕੇ ਸਿਰੇ ਲਾਉਣ ਦਿੱਤਾ। ਇਹ ਉੱਦਾਂ ਹੀ ਹੋਇਆ ਵੀ ਬੰਦਾ ਪੌੜੀ ਚੜ੍ਹ ਗਿਆ, ਇਹ ਸਾਈਕਲ ਵਾਲੇ ਨੂੰ ਪੌੜੀ ਚੜਾਈ ਕਰਵਾਉਣਾ, ਪੌੜੀ ਚੜ੍ਹ ਗਿਆ ਬਨੇਰੇ ਨੂੰ ਹੱਥ ਨਹੀਂ ਪੈਣ ਦਿੰਦਾ, ਪੌੜੀ ਨੂੰ ਡਿੱਗ ਪਿਆ, ਐਂਡ ਤੇ ਆ ਕੇ ਆਪ ਹੀ ਧੱਕਾ ਦੇ ਦਿਓ। ਹੁਣ ਹੋਰ ਦੇਖੋ ਤੁਸੀਂ, ਉਹ ਕਹਿੰਦੇ ਆ ਜਿਹੜਾ ਜਲਾਲਪੁਰ ਆ ਨਾ, ਜਲਾਲਪੁਰ ਮਦਨ ਲਾਲ ਜਲਾਲਪੁਰ, ਫਿਰ ਉਹਨਾਂ ਨੇ ਹੁਣ ਮਾਝੇ 'ਚ ਵਿਕੀ ਸ਼ਰਾਬ ਦਾ ਵੀ ਜ਼ਿਕਰ ਕੀਤਾ, ਉਹ ਜਿਹੜੀ ਨਜਾਇਜ਼ ਜੀ ਵਿਕੀ ਸੀ, ਇਹ ਲੁੱਟ ਖਾਈ ਜਾਂਦਾ। ਮੈਂ ਸੋਚਦਾ ਸੀ ਵੀ ਹੁਣੇ ਹੀ ਲੱਗਾ ਆ ਪਿੱਛੇ 2.5-3 ਮਹੀਨਿਆਂ 'ਚ ਅਚਾਨਕ ਲੱਗਾ, ਜਾਣੀ ਜੇ ਪਹਿਲਾਂ ਪਤਾ ਸੀ ਤੁਸੀਂ ਉਹ ਮੁੱਖ ਮੰਤਰੀ ਕਰ ਲੈਂਦੇ। ਪਰ ਚਲੋ ਪੰਜਾਬ ਦੇ ਲੋਕਾਂ ਨੇ ਦੇਖਣਾ ਹੈ। ਸੰਧਾਲੀਆ ਸਾਹਿਬ, ਮੈਂ ਇੱਥੇ ਨਾ ਇੱਕ ਚਿੱਠੀ ਨੇ ਹੁਣ ਵਕਤ ਪਾ ਦਿੱਤਾ। ਉਹ ਚਿੱਠੀ ਪਤਾ ਕਿਹਨੇ ਲਿਖੀ ਹੈ? ਉਹ ਚਿੱਠੀ ਲਿਖੀ ਹੈ ਸਾਬਕਾ ਕੈਬਨਿਟ ਮੰਤਰੀ, ਸਾਬਕਾ MP, ਸਾਬਕਾ ਕਰੈਕਟਰ, ਸਾਬਕਾ ਕਮੈਂਟੇਟਰ ਨਵਜੋਤ ਸਿੰਘ ਸਿੱਧੂ ਨੇ, ਮੌਜੂਦਾ ਕਾਂਗਰਸ ਪ੍ਰਧਾਨ। ਚਿੱਠੀ ਲਿਖ ਦਿੱਤੀ ਆਪਣੇ ਹੀ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਨੂੰ। ਉਹ ਕਹਿੰਦੇ ਚੰਨੀ ਸਾਹਿਬ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਆ ਕਿ ਬਹਿਬਲ ਕਲਾਂ 'ਚ, ਕੋਟਕਪੁਰੇ 'ਚ, ਬਰਗਾੜੀ 'ਚ, ਬੁਰਜ ਜਵਾਹਰ ਸਿੰਘ ਵਾਲਾ 'ਚ ਜਿਹੜੀਆਂ ਘਟਨਾਵਾਂ ਘਟੀਆਂ ਸੀ, ਉਹਨਾਂ ਘਟਨਾਵਾਂ ਦੇ ਸਦਕਾ 2 ਲੋਕਾਂ ਦੀ ਮੌਤ ਹੋਈ ਸੀ, ਕੁਝ ਜ਼ਖਮੀ ਹੋਏ ਸੀ। ਉਹਨਾਂ ਲੋਕਾਂ ਨੂੰ ਆਪਾਂ ਸਾਂਭ ਨਹੀਂ ਸਕੇ ਕਿਉਂਕਿ ਉਹ ਗਏ ਸੀ ਨਾ ਪਿਛਲੇ ਦਿਨ ਧਰਨੇ ਦੇ ਵਿੱਚ। ਉਹ ਕਹਿੰਦੇ ਸੀ ਕਿ ਇਹਨਾਂ ਬੰਦਿਆਂ ਨੂੰ ਨੌਕਰੀ ਦਿੱਤੀ ਜਾਵੇ ਕਿਉਂਕਿ ਇਹ ਪੀੜਤ ਪਰਿਵਾਰਾਂ ਦੇ ਨੇ, ਚੰਗੀ ਤਨਖਾਹ ਹੋਣੀ ਚਾਹੀਦੀ ਹੈ, ਘਰਾਂ ਦੇ ਨੇੜੇ ਹੋਣੀ ਚਾਹੀਦੀ ਹੈ, ਉਹਨਾਂ ਦਾ ਗੁਜ਼ਾਰਾ ਹੋਵੇ। ਫਿਰ ਲਿਖਿਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਵਿਧਾਇਕਾਂ ਦੇ ਕਾਕਿਆਂ ਨੂੰ ਨੌਕਰੀਆਂ ਦੇਣ ਦੀ ਲੋੜ ਨਹੀਂ, ਇਹ ਪੀੜਤ ਨੇ, ਸਾਡੀ ਡਿਊਟੀ ਹੈ ਇਹਨਾਂ ਨੂੰ ਨੌਕਰੀਆਂ ਦਿਓ। ਆ ਜਿਹੜਾ ਉਹਨਾਂ ਨੇ ਨਾਲ ਕਹਿੰਦਾ ਨਾ ਵਿਧਾਇਕਾਂ ਦੇ ਕਾਕਿਆਂ ਨੂੰ, 5-4 ਬੰਦੇ ਉਹਨਾਂ ਨੇ ਆਪਣੇ ਘੇਰੇ ਦੇ ਵਿੱਚੋਂ ਹੀ ਘਟਾ ਲੈਣੇ ਆ। ਨਹੀਂ ਇੱਦਾਂ ਕਿੱਦਾਂ ਹੋ ਗਿਆ ਦੱਸੋ? ਹੋ ਸਕਦਾ ਜਿੰਨੇ ਕਿਸੇ ਨੇ ਇਤਰਾਜ਼ ਕੀਤਾ ਹੋਵੇ ਉਹ ਫਿਰ ਦੂਜੇ ਪਾਸੇ ਹੋ ਗਏ ਹੋਣੇ, ਜਾਂ ਤੇ ਤੁਸੀਂ ਕਾਕੇ ਨੂੰ ਨੌਕਰੀ ਦਵਾ ਲਓ ਜਾਂ ਮੇਰੇ ਨਾਲ ਚੱਲ ਪਓ, ਇਸੇ ਕਾਕੇ ਨੂੰ ਕਿਤੇ ਨਾ ਕਿਤੇ ਟਿਕਟ ਦਵਾ ਦਿਆਂਗੇ। ਗੱਲ ਹੀ ਹੈ, ਹੁਣ ਅਗਲਿਆਂ ਕੋਲੇ ਪਾਵਰ ਹੈ, ਪਹੁੰਚਿਆ ਜਾਂ ਤੇ ਨਾ ਵੀ ਹੁਣ ਆਪਣਾ ਜਿਹੜਾ ਮਾਤੜ ਬੰਦਾ ਚਿੱਠੀ ਲਿਖੇ ਜਿਹਦੇ ਪੱਲੇ ਕੱਖ ਨਹੀਂ, ਉਹ ਤੇ ਗੱਲ ਵੱਖਰੀ, ਉੱਤੇ ਤੇ ਅਗਲਾ ਬੰਦਾ ਇਤਰਾਜ਼ ਕਰੂ ਵੀ ਤੂੰ ਮਾਮਾ ਲੱਗਦਾ ਹੋਏ। ਜਿਹਦੇ ਕੋਲੇ ਪਾਵਰ ਹੈ, ਅਗਲੇ ਬੰਦੇ ਆਖਿਆ ਵੀ ਯਾਰ ਤੂੰ ਜ਼ਰੂਰ ਐਵੇਂ ਇੱਥੇ ਲਾਉਣਾ ਅਫਸਰ, ਇਹਨੂੰ ਕੋ ਉੱਪਰੋਂ ਫੇਰ ਲੀਡਰ ਆਣ ਕੇ ਫੋਨ ਕਰਕੇ ਕੋਈ ਫਲਾਨਾ ਕੰਮ ਕੀਤਾ, ਉਹਨੂੰ ਚੰਗਾ ਨਹੀਂ ਵੀ ਆਪਾਂ ਨੂੰ ਉੱਪਰ ਲੀਡਰ ਬਣਾਉਣੇ ਆ, ਇਹ ਫੋਨ ਕਰਕੇ ਕਹੂਗਾ ਉਹਨੂੰ ਓਏ ਫਲਾਨਾ ਕੰਮ ਕਰੋ, ਇੱਕਦਮ ਨਾ ਹੀ ਲੈਣੇ, ਉਹਦੇ ਕੀ ਫਰਕ ਪੈਂਦਾ? ਗੱਲ ਤੁਹਾਡੀ ਠੀਕ ਹੈ। ਮੈਂ ਇੱਕ ਇੱਥੇ ਹੋਰ ਗੱਲ ਤੁਹਾਡੇ ਨਾਲ ਕਰਦਾ। ਮੈਂ ਚਿੱਠੀ ਤੋਂ ਇੱਕ ਮੇਰੇ ਦਿਮਾਗ 'ਚ ਆਇਆ ਵੀ ਚਿੱਠੀ ਜਿਹੜੀ ਪਿਛਲੇ ਦਿਨ ਹੀ ਪਾਈ ਸੀ ਇੱਕ, ਕੀ UPSC ਵਾਲਿਆਂ ਨੂੰ, ਉਹਦਾ ਅਸਰ ਹੋ ਗਿਆ ਕਹਿੰਦੇ।
ਨਹੀਂ, ਅਸਰ ਤਾਂ ਹੋਣਾ ਹੀ ਸੀ, ਕਿਉਂਕਿ ਨਹੀਂ ਤਾਂ ਅੱਜ ਨਵੇਂ ਡੀਜੀਪੀ ਦਾ ਪੈਨਲ ਆ ਜਾਣਾ ਸੀ। ਹਾਂ, ਪੰਜਾਬ ਵਾਲਿਆਂ ਨੇ ਫਿਰ ਚਿੱਠੀ ਪਾਤੀ, ਉਹ ਕਹਿੰਦੇ ਜੀ ਦੇਖਿਓ ਤੁਸੀਂ ਇੱਥੋਂ ਕਰਕੇ ਨਾ ਇੱਥੋਂ ਮੀਟਰ ਇੱਥੋਂ ਰੱਖਣਾ ਹੀ। ਹਾਂ 30 ਸਤੰਬਰ ਸ਼ਾਇਦ ਲਿਖੀ ਹੋਰਲੇ ਪਾਸੇ ਥੋੜੇ ਟੁੱਕ ਲੱਗਾ ਕਹਿੰਦੇ ਥੋੜੇ ਉਹ ਚਲੋ 30 ਸਤੰਬਰ ਵਾਲੀ ਮੇਰੇ ਖਿਆਲ ਨਾਲ ਉਹ ਚਿੱਠੀ ਦਾ ਕਰਕੇ ਕਹਿੰਦੇ ਵੀ ਉਹਨੂੰ ਉਹਨਾਂ ਨੇ ਕੰਸੀਡਰ ਕਰ ਲਿਆ। 18 ਤਰੀਕ ਨੂੰ ਲਿਖੀ ਸੀਗੀ ਤੇ ਹੁਣ UPSC ਦੀ ਮੀਟਿੰਗ ਟਲ ਗਈ ਹੈ। ਹੁਣ ਜੇ ਮੀਟਿੰਗ ਟਲ ਗਈ ਹੈ ਤੇ ਪਿਛਲੇ ਦਿਨੀ ਜਿਹੜਾ ਇਹ ਰੌਲਾ ਪਿਆ ਸੀ ਵੀ ਚਟੋਪਾਧਿਆਏ ਸਾਹਿਬ ਨੂੰ ਲੈ 2-3 ਦਿਨਾਂ ਲਈ DGP ਲਾਤਾ, 2-3 ਦਿਨਾਂ ਲਈ ਲਾਤਾ, ਇਹਦਾ ਮਤਲਬ ਜੇ ਮੀਟਿੰਗ ਟਲ ਗਈ ਹੈ ਤੇ ਫਿਰ ਅਜੇ ਉਹ ਲੱਗੇ ਰਹਿਣਗੇ ਇਸ ਅਹੁਦੇ ਤੇ ਜੇ ਉਹਦੇ ਤੇ ਉਹ ਲੱਗੇ ਰਹਿੰਦੇ ਤੇ ਇੱਧਰੋਂ ਪਰਚੇ ਵਾਲਾ ਰੌਲਾ ਆਪਾਂ ਸੁਣ ਹੀ ਲਿਆ ਜੀ। ਸਾਈਕਲ ਵਾਲਾ ਬੰਦਾ ਹੋਸ਼ ਮਾੜੀ ਮਾੜੀ ਕਰਦਾ ਹੁਣ ਨਹੀਂ ਕਰਦਾ। ਇਹ ਵੀ ਗੱਲ ਹੈ ਕਿ ਤੁਸੀਂ ਅਜੇ ਪਿਛਲੇ ਪਰਚੇ ਦੀ ਗੱਲ ਕਰਦੇ ਹੋਵੋ, ਹੋਰ 2.5 ਘੰਟੇ ਤੱਕ ਪਰਚਾ ਇੱਕ ਦਾ ਹੋਰ ਹੋ ਜਾਵੇ, ਤੁਸੀਂ ਹੈਰਾਨ ਨਹੀਂ ਹੋਣਾ। ਦੂਜੀ ਗੱਲ ਇਹ ਨੇ, ਘਰੋਂ ਪਾਣੀ ਦੀ ਬੋਤਲ, ਚਾਹੇ ਸਿਆਲ ਆ, ਪਾਣੀ ਦੀ ਬੋਤਲ ਦੇਖ ਕੇ ਦੂਰ ਨਹੀਂ ਕਿਸੇ ਵੀ ਬੰਦੇ ਨੂੰ, ਕਿਉਂਕਿ ਕੋਈ ਵੀ ਬੰਦਾ ਉੱਥੇ ਕੁਝ ਵੀ ਹੋ ਸਕਦਾ ਹੀ, ਤੇ ਕਿਸੇ ਨੂੰ ਕੋਈ ਮਾੜਾ ਚੰਗਾ ਨਹੀਂ ਬੋਲਣਾ, ਕਿਸੇ ਲੀਡਰ ਨੂੰ, ਕਿਸੇ ਨੂੰ ਕੁਝ ਨਹੀਂ, ਠੀਕ ਸ਼ਬਦਾਵਲੀ ਵਰਤਣੀ ਹੈ। ਇੱਕ ਬੇਨਤੀ ਕਰਨੀ ਸੰਧਾਲੀਆ ਸਾਹਿਬ, ਕਰੋ ਇੱਕ ਚਿੱਠੀ ਪਹੁੰਚੀ, ਸੁਨੇਹੇ ਪਹੁੰਚੇ ਕਈ, ਕਿਉਂਕਿ ਆਪਾਂ ਬੇਨਤੀ ਸਾਰਿਆਂ ਨੂੰ ਕਰਦੇ ਰਹੇ ਨੇ ਕਿ ਭਾਈ ਕੋਡ ਆਫ ਕੰਡਕਟ ਲੱਗਣ ਵਾਲਾ, ਅਸੀਂ ਜਿੰਨੀ ਤੁਹਾਡੀ ਕੋਈ ਕੋਸ਼ਿਸ਼ ਤੁਹਾਡੇ ਲਈ ਕਰ ਸਕਦੇ ਹਾਂ। ਬਹੁਤ ਸਾਰੇ ਨੌਜਵਾਨਾਂ ਨੇ ਚਿੱਠੀ ਭੇਜੀ, WhatsApp ਮੈਸੇਜ ਕੀਤੇ, PDF ਬਣਾ ਕੇ ਭੇਜੀ 3 ਸਫ਼ਿਆਂ ਦੀ, ਤੇ ਉਹ ਚਿੱਠੀ ਦੇ ਉੱਪਰ ਲਿਖਿਆ ਸੀ ਮਾਣਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਚਰਨਜੀਤ ਸਿੰਘ। ਚਿੱਠੀ ਤੁਹਾਨੂੰ ਪਾਤੀ ਉਹਨਾਂ ਨੇ ਭੇਜੀ, ਕਹਿੰਦੇ ਜੀ ਸਾਡੀ ਗੱਲ ਮਾੜੀ ਜੀ ਕਰਿਓ, ਸ਼ਾਇਦ ਚਿੱਠੀ ਉਹਨਾਂ ਨੇ ਪੜ੍ਹੀ ਨਹੀਂ। ਓਕੇ। ਉਹ ਚਿੱਠੀ 'ਚ ਉਹਨਾਂ ਨੇ ਲਿਖਿਆ, ਜਾਣੀ ਗੱਲ ਇਹ ਹੈ ਕਿ ਠੀਕ ਹੈ ਤੁਸੀਂ ਸਾਰੇ ਅੱਜ ਆਪੋ ਆਪਣੇ ਹੱਕ ਲਈ ਲੜਦੇ ਹੋ, ਕੋਈ ਕਹਿੰਦਾ ਜੀ ਸਾਨੂੰ ਬਦਨਾਮ ਕਰਦੇ ਆ, ਕੋਈ ਕਹਿੰਦਾ ਜੀ ਅਸੀਂ ਇਨਸਾਫ ਦੇਣਾ ਹੀ, ਕੋਈ ਰੈਲੀਆਂ ਕਰਦਾ, ਕਿਸੇ ਨੇ ਬਦਲਾ ਲੈਣਾ ਹੀ। ਉਹ ਕਹਿੰਦੇ ਜੀ 2016 ਦੇ ਵਿੱਚ 7000 ਤੋਂ ਵੱਧ ਪੰਜਾਬ ਪੁਲਿਸ ਸਿਪਾਹੀ ਭਰਤੀ ਕਰਨੇ ਸੀ 2016 'ਚ। ਉਹਦੇ ਤੋਂ ਬਾਅਦ ਸਾਲ ਮੇਰਾ ਇੱਧਰ ਉੱਧਰ ਹੋ ਸਕਦਾ, ਯਾਨੀ 5-4 ਸਾਲ ਹੋ ਗਏ। ਕਹਿੰਦੇ ਜੀ ਉਹਨਾਂ ਦੇ ਵਿੱਚੋਂ 2000 ਪੋਸਟਾਂ ਛੱਡ ਕੇ ਬਾਕੀਆਂ ਤੇ ਭਰਤੀ ਕਰ ਲਈ, ਉਹ ਬੰਦੇ ਕੰਮ ਕਰਦੇ, ਤਨਖਾਹਾਂ ਲੈਂਦੇ ਆ। ਸਾਨੂੰ ਵੇਟਿੰਗ ਲਿਸਟ 'ਤੇ ਰੱਖ ਲਿਆ ਕਿ ਤੁਹਾਨੂੰ ਵੀ ਥੋੜ੍ਹਾ ਜਿਹਾ ਰੱਖ ਲੈ, ਬੰਦੇ ਖਾਲੀ ਸੀਟਾਂ ਵੀ ਰੱਖ ਲਈਆਂ, ਬੰਦੇ ਵੀ ਰੱਖ ਲੈ ਕਿ ਤੁਹਾਨੂੰ ਆਪਾਂ ਭਰਤੀ ਕਰਾਂਗੇ ਚਿੱਠੀ ਦੇ ਮੁਤਾਬਕ। ਫਿਰ ਕਹਿੰਦੇ ਸਾਡੀ ਸਾਰੀ ਜੋ ਚੈਕਿੰਗ ਚੁਕਿੰਗ ਵੈਰੀਫਿਕੇਸ਼ਨ ਹੋਣੀ ਹੁੰਦੀ, ਕਹਿੰਦੇ ਸਾਨੂੰ ਸੱਦ ਲਿਆ, ਉਹ ਵੀ ਕਰ ਲਈ। ਪਰ 2021 ਮੁੱਕ ਚੱਲਿਆ, ਅੱਜ ਤੱਕ ਜੁਆਇਨਿੰਗ ਲੈਟਰ ਨਹੀਂ ਦਿੱਤੇ। ਕਹਿੰਦੇ ਅਸੀਂ ਪੁੱਛਣ ਗਏ, ਅਸੀਂ RTI ਪਾਈ ਕਿ ਅਸਾਮੀਆਂ ਖਾਲੀ ਹੈਗੀਆਂ, ਕਹਿੰਦੇ ਲਿਖ ਕੇ ਸਾਨੂੰ ਜਵਾਬ ਆਇਆ ਕਿ 2000 ਹੈਗੀਆਂ। ਫਿਰ ਕਹਿੰਦੇ ਜੀ ਸਾਨੂੰ ਕਹਿੰਦੇ ਅਦਾਲਤ ਨੇ ਰੋਕਿਆ, ਤੁਹਾਨੂੰ ਤਾਂ ਨਹੀਂ ਦਿੰਦੇ। ਫਿਰ ਕਹਿੰਦੇ ਅਦਾਲਤ 'ਚ ਵੀ ਚਲੇ ਗਏ, ਅਦਾਲਤ ਦੇ ਜੱਜ ਸਾਹਿਬ ਨੇ ਵੀ ਫੈਸਲਾ ਦੇ ਦਿੱਤਾ ਮੈਰਿਟ ਦੇ ਆਧਾਰ ਤੇ ਕਰ ਦਿਓ ਬਾਕੀ ਭਰਤੀਆਂ। ਹੁਣ ਤੱਕ ਕਹਿੰਦੇ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੀ, ਤੇ ਹੁਣ ਨਵੀਆਂ ਭਰਤੀਆਂ ਕਰਦੇ, ਕਹਿੰਦੇ ਇਤਰਾਜ਼ ਸਾਨੂੰ ਕੋਈ ਨਹੀਂ, ਪਰ ਉਡੀਕਦੇ ਸਾਡੇ ਚੋਂ ਕਈ ਬੰਦੇ ਓਵਰਏਜ ਹੋ ਚੁੱਕੇ ਆ। ਹੁਣ ਸੰਧਾਲੀਆ ਸਾਹਿਬ, ਜੇ ਬੰਦਿਆਂ ਦੀ ਵੈਰੀਫਿਕੇਸ਼ਨ ਮੁਕੰਮਲ ਹੋਈ, ਜੇ ਫਿਜ਼ੀਕਲ ਟੈਸਟ ਪਾਸ ਕੀਤਾ ਹੋ, ਰਿਟਨ ਟੈਸਟ ਤੇ ਇੰਟਰਵਿਊ ਪਾਸ ਕੀਤੀ ਹੋ, ਜੇ ਅਸਾਮੀਆਂ ਖਾਲੀ ਪਈ ਹੋਣਗੀਆਂ, ਜੇ ਬੰਦੇ ਤੁਹਾਡੇ ਕੋਲੇ ਯੋਗ ਨੇ, ਲਾ ਦਿਓ, ਪੰਜਾਬ 'ਚ ਰਹਿ ਕੇ ਕੰਮ ਕਰਨਾ ਚਾਹੁੰਦੇ ਆ। ਤੇ ਜੇ ਉਹਨਾਂ ਨੂੰ ਅਜੇ ਵੀ ਸਾਨੂੰ ਇਸ ਕਰਕੇ ਚਿੱਠੀਆਂ ਲਿਖਣੀਆਂ ਪੈਂਦੀਆਂ, ਕਹਿੰਦੇ ਸ਼ਾਇਦ ਤੁਹਾਡੀ ਬੋਲੀ ਆਵਾਜ਼ ਜਿਹੜੀ ਹੈ ਮੁੱਖ ਮੰਤਰੀ ਸਾਹਿਬ ਦੇ ਕੰਨੀ ਪੈ ਜਾਏ, ਹੋਮ ਮਿਨਿਸਟਰ ਸਾਹਿਬ ਦੇ ਕੰਨੀ ਪੈ ਜਾਏ। ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ, ਇੱਕ ਤਾਂ ਟੈਂਕੀਆਂ ਵਾਲਿਆਂ ਨੂੰ, ਟਾਵਰਾਂ ਵਾਲਿਆਂ ਨੂੰ ਲਾ ਲਓ, ਜੇ ਖਾਲੀ ਅਸਾਮੀਆਂ ਤਾਂ ਭਰਤੀ ਕਰ ਦਿਓ, ਕੁਝ ਹੋਰ ਕਰ ਦਿਓ। ਇੱਕ ਇੱਦਾਂ ਦੀ ਵੀ ਚਿੱਠੀ ਆ ਰਹੀ ਸੀ, ਉਹ ਕਹਿੰਦੇ ਜੀ ਦੇਖੋ 10,000 ਭਰਤੀ ਅਨਾਉਂਸ ਕਰਤੀ, ਪਤਾ ਨਹੀਂ ਕਦੋਂ ਨੋਟੀਫਿਕੇਸ਼ਨ ਹੋਣਾ ਹੈ, ਕੋਡ ਆਫ ਕੰਡਕਟ ਨੂੰ ਲੱਗ ਜਾਵੇ, ਇਹ ਵੀ ਆਖੋ। ਅਸੀਂ ਉਹ ਵੀ ਬੇਨਤੀ ਕਰ ਦਿੰਦੇ ਹਾਂ ਕਿ ਨਿਆਣੇ ਮਾਰੇ ਫਿਰਦੇ ਆ ਭਾਈ। ਦੇਖੋ ਨਾ, ਇਸ ਕੇਸ ਦੇ ਵਿੱਚ ਤੇ ਦੇਖੋ ਇੱਕ ਗੱਲ ਇਹ ਵੀ ਮਾੜੀ ਆ, ਮੈਂ ਨਾ ਵੀ ਚਲੋ ਮਾਣਯੋਗ ਮੁੱਖ ਮੰਤਰੀ ਸਾਹਿਬ ਜ਼ਰੂਰ ਇਸ ਲੈਵਲ ਐਂਗਲ ਤੋਂ ਸੋਚਣਗੇ। ਇੱਕ ਤੇ ਹੁੰਦਾ ਵੀ ਮੈਂ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕੀਤੀ, ਮੇਰੇ ਕੋਲੇ ਯੋਗਤਾ ਪੂਰੀ ਆ, ਮੈਂ ਅਰਜ਼ੀਆਂ ਦਿੱਤੀਆਂ ਥਾਂ ਤੇ ਵੀ ਯਾਰ ਚਲੋ ਜੇ ਕਿਤੋਂ ਕੋਈ ਫੋਨ ਆ ਗਿਆ ਜਾਂ ਕਿਤੋਂ ਕੋਈ ਟੈਸਟ ਨਿਕਲ ਆਇਆ ਤੇ ਮੈਂ ਕਰ ਲੂੰ ਜੀ। ਇੱਕ ਹੁੰਦਾ ਵੀ ਸਾਰਾ ਪ੍ਰੋਸੀਜਰ ਹੋ ਗਿਆ। ਹੁਣ ਤੁਸੀਂ ਇਹ ਦੇਖੋ ਵੀ ਉਹ ਪ੍ਰੋਸੀਜਰ ਹੋਣ ਤੋਂ ਬਾਅਦ ਹੋ ਸਕਦਾ ਵੀ ਉਹ ਜਦੋਂ ਸਾਰਾ ਕੰਮ ਨਿਬੜ ਗਿਆ ਹੋਵੇ ਵੀ ਲੈ ਬਾਪੂ ਹੁਣ ਆਪਾਂ ਖੁਸ਼ ਹੀ, ਆਪਾਂ ਨੂੰ ਬਸ ਹੁਣ ਚਿੱਠੀ ਆਉਣੀ, ਉਹ ਅੱਜ ਆ ਜੇ ਤੇ ਕੱਲ੍ਹ ਆ ਜੇ। ਉਹ ਚਿੱਠੀ ਡੀਕਦਿਆਂ ਇੰਨੇ ਸਾਲ ਨਿਕਲ ਜਾਣੇ, ਉਸ ਤੋਂ ਬਾਅਦ ਬੰਦਾ ਕਿਸੇ ਪਾਸੇ ਜਾ ਵੀ ਨਹੀਂ ਸਕਦਾ। ਦੇਖੋ ਕਿੱਡੀ ਗੱਲ ਆ, ਮਾਨਸਿਕ ਤੌਰ ਤੇ ਕਿੱਡੀ ਵੱਡੀ ਪੀੜ ਆ ਵੀ ਰੋਜ਼ ਸਵੇਰੇ ਉੱਠ ਕੇ ਵੇਖਣਾ ਵੀ ਕੋਈ ਅਖਬਾਰ 'ਚ ਆ ਗਿਆ ਹੋਵੇ ਯਾਰ ਕੁਛ ਯਾਰ ਕਿਤੇ ਡਾਕੀਏ ਨੇ ਕੁਛ ਭੇਜਤਾ ਹੋਵੇ ਵੀ ਸ਼ਾਇਦ ਤੇਰਾ ਕੁਛ ਬਣ ਗਿਆ ਹੀ, ਜਾਂ ਜਿਹੜੇ ਵੀ ਸੱਜਣ ਮਿੱਤਰ ਨਾਲ ਦੇ ਨੇ ਉਹਨਾਂ ਨੂੰ ਫੋਨ ਕਰਕੇ ਕੁਛ ਆਇਆ ਹੀ, ਕੁਛ ਪਤਾ ਲੱਗਾ ਹੀ। ਇੰਨੇ ਸਾਲ ਲਗਾਤਾਰ ਇੱਕੋ ਚੀਜ਼ ਦੀ ਉਡੀਕ ਕਰਦੇ ਲੰਘ ਜਾਣੇ, ਕਿੱਡੀ ਵੱਡੀ ਮਾਨਸਿਕ ਪੀੜਾ। ਦੇਖੋ ਕੁਛ ਮੁਫਤ ਨਹੀਂ ਮੰਗਦੇ, ਕੋਈ ਸਬਸਿਡੀ ਨਹੀਂ ਮੰਗਦੇ, ਹੱਕਦਾਰ ਨੇ, ਹੱਕ ਮੰਗਦੇ ਆ, ਤੇ ਅਦਾਲਤ ਤੋਂ ਫੈਸਲਾ ਆ ਚੁੱਕਿਆ। ਦੂਸਰਾ ਸੰਧਾਲੀਆ ਸਾਹਿਬ, ਬਠਿੰਡੇ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਾਲਿਆਂ ਨੇ ਧਰਨਾ ਲਾਇਆ ਪੰਜਾਬ ਤੋਂ ਮੰਗਾਂ ਮਨਵਾਉਣ ਲਈ ਸਰਕਾਰ ਤੋਂ। ਹੁਣ ਕਹਿੰਦੇ ਕਿ ਨਰਮੇ ਦੀ ਖਰਾਬੇ ਵਾਲੇ ਪੈਸੇ ਪੈਣੇ ਸ਼ੁਰੂ ਹੋ ਗਏ, ਊਂ ਨਹੀਂ ਪੈਂਦੇ। ਉਹਦੇ ਤੋਂ ਬਾਅਦ ਉੱਥੇ ਨਾ ਹਸਪਤਾਲਾਂ ਦੇ ਕੱਚੇ ਕਰਮਚਾਰੀ ਜਿਹੜੇ NHM ਵਾਲੇ, ਜਿਹੜੇ ਕਰੋਨਾ ਯੋਧੇ, ਸਾਰਿਆਂ ਨੇ ਉੱਥੇ ਇੱਕ ਮਾਰਚ ਕੱਢਿਆ। ਤੁਸੀਂ ਇਹ ਦੇਖੋ ਕਿ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਵਿੱਚ ਕਿਸਾਨ ਅੰਦੋਲਨ ਦਾ ਫਰਕ ਕਿੰਨਾ ਆ। ਜਦੋਂ ਉਹ ਕੱਚੇ ਕਾਮੇ ਧਰਨਾ ਪ੍ਰਦਰਸ਼ਨ ਕਰਦੇ ਅਗਲੇ ਪਾਸੇ ਨੂੰ ਆ ਰਹੇ, ਤੇ ਕਿਸਾਨਾਂ ਨੇ ਉਹਨਾਂ ਦੇ ਹੱਕ 'ਚ ਨਾਅਰੇ ਮਾਰੇ ਕਿ ਭਾਈ ਆ ਨਿਆਣੇ ਨੇ ਸਾਡੇ, ਅਸੀਂ ਇਹਨਾਂ ਦੇ ਹੱਕ 'ਚ ਖਲੋਤੇ ਆ, ਕਰੋ ਕੰਮ ਇਹਨਾਂ ਨੂੰ, ਕਰੋ ਪੱਕੇ, ਕਿਉਂ ਨਹੀਂ ਕਰਦੇ। ਤੇ ਜਦੋਂ ਉਹਨਾਂ ਨੂੰ ਪੁੱਛਿਆ
ਹਸਪਤਾਲ ਵਾਲੇ ਕੱਚੇ ਕਰਮਚਾਰੀਆਂ ਨੂੰ? ਉਹ ਕਹਿੰਦੇ ਬਾਬੇ ਨੇ ਸਾਡੇ, ਅਸੀਂ ਜਾਣੇ ਰਹੇ ਇਹਨਾਂ ਦੇ ਪਿੱਛੇ, ਜਾਂ ਇੱਥੇ ਜਦੋਂ ਕਹਿੰਦੇ ਸੀ ਅਸੀਂ ਆਉਂਦੇ ਰਹੇ ਸੀ ਤੇ ਸਾਨੂੰ ਮਾਣ ਬੜਾ ਇਹਨਾਂ ਤੇ ਅਸੀਂ ਜਦੋਂ ਇਹਨਾਂ ਦੀਆਂ ਜਥੇਬੰਦੀਆਂ ਨੂੰ ਕਹਿੰਦੇ ਆ ਸਾਡੇ ਨਾਲ ਖਲੋਂਦੇ ਆ। ਹੁਣ ਤੁਸੀਂ ਦੇਖੋ, ਚਾਹੇ ਮਜ਼ਦੂਰ ਹੈ, ਚਾਹੇ ਕਿਸਾਨ ਹੈ, ਚਾਹੇ ਕੱਚੇ ਕਾਮੇ ਹੈ, ਚਾਹੇ ਬੇਰੁਜ਼ਗਾਰ ਹੈ, ਇਹ ਜਿਹੜੇ ਆਮ ਲੋਕ ਇਕੱਠੇ ਹੋਣ ਲੱਗ ਪਏ ਨਾ, ਇਹ ਬਹੁਤ ਜ਼ਰੂਰੀ ਹੈ। ਤੇ ਹੁਣ ਪਤਾ ਲੱਗਾ ਕਿ ਹੁਣ ਚੰਨੀ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਇਸ ਮੁੱਦੇ ਤੇ ਕਹਿਤਾ ਕਿ ਭਾਈ ਕੁਝ ਦਿਨਾਂ ਦੇ ਵਿੱਚ ਇਹਨਾਂ ਦਾ ਮਸਲਾ ਹੱਲ ਕਰੋ। ਅਸੀਂ ਉਮੀਦ ਕਰਦੇ ਹਾਂ ਕੋਡ ਆਫ ਕੰਡਕਟ ਦੀ ਘੁੱਗੀ ਵੱਜਣ ਤੋਂ ਪਹਿਲਾਂ ਇਧਰਲੀ ਘੁੱਗੀ ਵੱਜ ਜਾਵੇ। ਨਹੀਂ ਹੋਊਗੀ, ਦੇਖੋ ਹੁਣ ਜੇ ਉਹਨਾਂ ਨੇ ਧਰਨੇ ਲਾਏ 24 ਤੱਕ ਆ ਤੇ ਵਿੱਚ ਇੱਕ 23 ਆਉਣੀ, 23 ਜੇ ਮੈਂ ਗਲਤ ਨਹੀਂ ਤੇ ਕੱਲ ਨੂੰ ਆ ਜੀ, ਤੇ ਕੱਲ ਨੂੰ ਸਰਕਾਰ ਦੇ ਨਾਲ ਮੀਟਿੰਗ ਹੈ। ਕੀ ਪਤਾ ਕੱਲ ਨੂੰ ਇੱਕ ਵੱਡੀ ਗੱਲ ਇਹ ਹੋ ਜਾਵੇ ਵੀ ਲਓ ਜੀ ਕੈਪਟਨ ਸਾਹਿਬ ਕੋਲੋਂ ਤੇ ਨਹੀਂ ਸੀ ਉਹ ਮਾਫ ਹੋਇਆ ਕਰਜ਼ਾ, ਜੀ ਅਸੀਂ ਕਰ ਦਿੱਤਾ ਇਹ ਖਜ਼ਾਨਾ, ਐਵੇਂ ਕਹਿੰਦੇ ਸੀ ਉਦੋਂ ਖਾਲੀ ਹੋਣ ਤੇ ਭਰਿਆ ਪਿਆ। ਖਬਰਾਂ ਸੰਧਾਲੀਆ ਸਾਹਿਬ ਦੇਖਣੀਆਂ ਚਾਹੀਦੀਆਂ ਸਾਰਿਆਂ ਨੂੰ, ਕਿਉਂਕਿ ਓਮੀਕਰੋਨ ਜਿਹੜਾ ਕਰੋਨਾ ਦਾ ਨਵਾਂ ਵੇਰੀਐਂਟ ਆ, ਨਵੀਂ ਕਿਸਮ ਆ, ਉਹਦੇ ਮੱਦੇਨਜ਼ਰ ਹੁਣ 14 ਸੂਬਿਆਂ 'ਚ ਥੋੜ੍ਹੇ ਕੇਸ ਆਏ ਆ। ਅਸੀਂ ਕਿਸੇ ਨੂੰ ਡਰਾਉਂਦੇ ਨਹੀਂ। ਹੁਣ ਤੋਂ ਥੋੜ੍ਹੇ ਘੰਟੇ ਪਹਿਲਾਂ ਭਾਰਤ ਸਰਕਾਰ ਨੇ ਸੂਬਿਆਂ ਨੂੰ ਅਖਤਿਆਰ ਦਿੱਤਾ ਹੈ ਕਿ ਜੇ ਤੁਹਾਨੂੰ ਰਾਤ ਨੂੰ ਕਰਫਿਊ ਲਾਉਣਾ ਪੈਂਦਾ ਹੈ ਤਾਂ ਤੁਸੀਂ ਆਪਣੇ ਪੱਧਰ ਦੇ ਉੱਤੇ ਫੈਸਲਾ ਲੈ ਲਿਓ, ਕਿਉਂਕਿ ਇਹ ਖਤਰਨਾਕ ਹੈ ਤੇ ਇਹਦੇ ਕੇਸ ਵੱਧ ਰਹੇ ਆ। ਮੁੰਬਈ 'ਚ ਸਭ ਤੋਂ ਵੱਧ ਨੇ, ਉਹਦੇ ਤੋਂ ਬਾਅਦ ਦਿੱਲੀ ਹੈਗੇ ਥੋੜ੍ਹੇ ਹੀ ਨੇ, ਕਿਤੇ ਕਿਤੇ ਸੈਂਕੜਿਆਂ 'ਚ ਨੇ, ਬਾਕੀ 2 ਡਿਜਿਟ ਦੇ ਵਿੱਚ ਹੀ ਨੇ ਅਜੇ। 40 ਲਾ ਲਓ, 15 ਲਾ ਲਓ, 18 ਲਾ ਲਓ, 79 ਲਾ ਲਓ, ਇੱਦਾਂ ਨੇ। ਪਰ ਜੇ ਕੇਂਦਰ ਦੀ ਸਰਕਾਰ ਇੱਧਰਲੇ ਪਾਸੇ ਨੂੰ ਵਧੀ ਆ ਕਿ ਭਾਈ ਜੇ ਰਾਤ ਨੂੰ ਤੁਹਾਨੂੰ ਰੋਕਣੇ ਪੈਂਦੇ ਆ ਲੋਕ ਤਾਂ ਰੋਕੋ। ਜੇ ਕੈਨੇਡਾ ਦੇ ਬਹੁਤ ਸਾਰੇ ਥਾਵਾਂ ਦੇ ਉੱਤੇ ਇੱਥੇ ਵੀ ਪਾਬੰਦੀਆਂ ਲਾਤੀਆਂ ਕਿ ਨਵੇਂ ਸਾਲ ਦੀਆਂ ਪਾਰਟੀਆਂ ਨਹੀਂ ਕਰਨੀਆਂ, ਜੇ ਬਹਿ ਕੇ ਰੋਟੀ ਖਾਣੀ ਆ ਕਿਤੇ ਖਾ ਲਓ, ਡਾਂਸ ਨਹੀਂ ਕਰ ਸਕਦੇ, ਜਾਣੀ ਇੱਕ ਦੂਜੇ ਦੇ ਕੰਟੈਕਟ ਦੇ ਵਿੱਚ ਨਹੀਂ ਆਉਣਾ। ਹੋਰ ਵੀ ਕਈ ਦੇਸ਼ਾਂ ਦੇ ਵਿੱਚ ਪਾਬੰਦੀਆਂ ਲੱਗਣ ਲੱਗ ਪਈਆਂ। ਥੋੜ੍ਹੀ ਜਿਹੀ ਸਾਵਧਾਨੀ ਵਰਤਿਓ। ਤੇ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਬੇਲੋੜੀ ਯਾਤਰਾ ਜਿਹੜੇ ਕੈਨੇਡੀਅਨ ਨਾਗਰਿਕ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਵੀ ਕਿਹਾ ਕਿ ਦੇਸ਼ ਛੱਡ ਕੇ ਜੇ ਬਹੁਤੀ ਨਹੀਂ ਲੋੜ ਤਾਂ ਜਾਇਓ ਨਾ, ਸਾਵਧਾਨ ਰਹੋ। ਨਹੀਂ ਬੜਾ ਜ਼ਰੂਰੀ ਆ ਵੈਸੇ ਤੇ। ਕਾਰਨ ਇਹ ਆ ਵੀ ਹਰੇਕ ਬੰਦਾ ਕਹਿੰਦਾ ਵੀ ਮੈਂ ਟੀਕਾ ਲਵਾਇਆ ਹੀ ਜੀ, ਫਿਰ ਕਹਿੰਦਾ ਦੂਜਾ ਵੀ ਲਵਾਇਆ ਹੀ। ਹੁਣ ਗੱਲ ਇਹ ਆ ਵੀ ਬਹੁਤ ਸਾਰੇ ਦੇਸ਼ਾਂ 'ਚ ਤੀਸਰਾ ਵੀ ਲੱਗਣ ਲੱਗ ਪਿਆ ਹੈ ਨਾ, ਕਈ ਥਾਵਾਂ ਦੇ ਉੱਪਰ ਮਤਲਬ ਇਹ ਸਾਰੇ ਕੁਝ ਦੀ ਬੁਕਿੰਗ ਹੋਣ ਲੱਗ ਪਈ, ਅਪਾਇੰਟਮੈਂਟ ਆਉਣ ਲੱਗ ਪਈ। ਹੁਣ ਗੱਲ ਇਹ ਆ ਵੀ ਜੇ ਟੀਕੇ ਦੇ ਉੱਪਰ ਲੱਗਣ ਦੇ ਉੱਪਰ ਆਪਾਂ ਜੇ ਵੀ ਸੋਚਦੇ ਹਾਂ ਵੀ ਪਤਾ ਨਹੀਂ ਲਵਾਉਣਾ ਕਿ ਨਹੀਂ ਲਵਾਉਣਾ। ਮੈਂ ਕੱਲ੍ਹ ਕਿ ਪਰਸੋਂ ਪੜ੍ਹਦਾ ਸੀ ਵੀ ਸਰਕਾਰ ਨੂੰ ਇਹ ਵੀ ਕਿਤੇ ਨਾ ਕਿਤੇ ਮਤਲਬ ਕਹਿਣਾ ਪੈ ਰਿਹਾ ਵੀ ਭਾਈ ਤਨਖਾਹ ਤੁਹਾਡੀ ਤਾਂ ਆਉਣੀ ਜੇ ਤੁਸੀਂ ਟੀਕਾ ਲਵਾਇਆ। ਮਤਲਬ ਜੀ ਇੱਦਾਂ ਦੇ ਪ੍ਰਾਣੀ ਅਜੇ ਵੀ ਹੈਗੇ ਨੇ ਵੀ ਆਪਣੇ ਕੋਲੇ ਪਤਾ ਨਹੀਂ ਕਿੰਨੇ ਕਿੰਨੇ ਵੇਰੀਐਂਟ ਕਰੋਨਾ ਦੇ ਆ ਗਏ ਤੇ ਆਪਾਂ ਨੂੰ ਟੀਕੇ ਤੋਂ ਅਜੇ ਤੱਕ ਡਰ ਪਿਆ। ਉਹ ਕੰਮ ਨਾ ਕਰੇ, ਕਿਉਂਕਿ ਜਾਨ ਹੈ ਤੇ ਜਹਾਨ ਹੈ। ਨਹੀਂ ਬਿਲਕੁਲ ਜੀ। ਤੇ ਥੋੜ੍ਹਾ ਜਿਹਾ ਧਿਆਨ ਰੱਖਣਾ। ਤੇ ਬਾਕੀ ਆ ਜਿਹੜੀਆਂ ਸਿਆਸੀ ਗੱਲਾਂ ਨੇ, ਪਰਚੇ ਨੇ, ਇਹ ਕਾਨੂੰਨ ਦੇ ਦਾਇਰੇ 'ਚ ਨੇ। ਅਸੀਂ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ। ਅਦਾਲਤਾਂ ਨੇ ਸਾਰੇ ਗੱਲ ਨੂੰ ਕਲੀਅਰ ਕਰਨਾ ਹੈ। ਤੇ ਸਿਆਸੀ ਪਾਰਟੀਆਂ ਦੇ ਵਰਕਰ ਕਿਤੇ ਇਸ ਮੁੱਦੇ ਦੇ ਉੱਤੇ ਕਿ ਕੋਈ ਕਵੇ ਦੇਖਿਆ ਹੀ, ਉਹ ਕਵੇ ਦੇਖ ਲਾਂਗੇ, ਪਹਿਲਾਂ ਵੀ ਦੇਖਿਆ, ਬਿਲਕੁਲ ਨਹੀਂ। ਤੁਸੀਂ ਪੱਠੇ ਲੈਣ ਇਕੱਠੇ ਜਾਣਾ ਹੈ, ਫੈਕਟਰੀ 'ਚ ਕੰਮ ਕਰਨ ਇਕੱਠੇ ਜਾਣਾ ਹੀ, ਉੱਦਾਂ ਹੀ ਖੁੰਡਾਂ ਤੇ ਸੱਥਾਂ 'ਚ ਬਹਿਣਾ ਤੇ ਰਲ ਕੇ ਸਾਰਿਆਂ ਨੇ ਆਪੋ ਆਪਣੀ ਪਾਰਟੀ ਨੂੰ ਕਹਿਣਾ ਕਿ ਭਾਈ ਇਨਸਾਫ ਚਾਹੀਦਾ, ਨਸ਼ਾ ਜੇ ਬੰਦ ਨਹੀਂ ਹੋਇਆ। ਹਾਂ, ਨਾਲੇ ਇਹ ਲੜਾਈ ਤਾਂ ਕਰਿਓ ਜੇ ਤੁਹਾਨੂੰ ਇਹ ਕਲੀਅਰ ਹੋਵੇ ਕਿ ਵੀ ਫਲਾਨਾ ਬੰਦਾ ਫਲਾਨੇ ਨਾਲ ਲੜਿਆ ਹੀ ਜੀ, ਜਾਂ ਫਲਾਨਾ ਬੰਦਾ ਫਲਾਨੇ ਨਾਲ ਰਲਿਆ ਹੀ। ਜੇ ਤੁਸੀਂ ਦਾਅਵੇ ਨਾਲ ਇਹ ਨਹੀਂ ਦਾਅਵਾ ਕਰ ਸਕਦੇ ਤੇ ਫਿਰ ਹੋਰ ਕੋਈ ਦਾਅਵਾ ਨਾ ਕਰਿਓ। ਬਾਕੀ ਆਪਾਂ ਹੁਣ ਚੱਲੀਏ, ਕਿਉਂਕਿ ਉਹ ਬੰਦਾ ਜਿਹੜਾ ਸਫਾਈ ਦੇ ਲਾਗੇ ਬੈਠਾ ਆਪਾਂ ਹੀ ਚੱਕਣਾ ਹੀ ਸਾਈਕਲ ਵਾਲਾ। ਚਲਿਏ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ ਵੀਰੇ, ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਆਸ ਕਰਦੇ ਹਾਂ ਵੀ ਕੱਲ੍ਹ ਤੱਕ ਰੱਬ ਸੁੱਖ ਰੱਖੇ ਜੀ। ਸੋ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।